Yes, please. Let us start. आवाज आ साउंड की प्रॉब्लम आती है साउंड की गुड मॉर्निंग सर। ठीक है आवाज ठीक है गुड मॉर्निंग जी गुड मॉर्निंग गुड मॉर्निंग सर। गुड मॉर्निंग रोशन जी गुड मॉर्निंग गुड मॉर्निंग एवरीवन गुड मॉर्निंग सर जी। गुड मॉर्निंग let us start. Today we will discuss nebula. Good morning everyone. Today we will discuss nebula examination paper number 4 Punjab Land Forms Act 1972. ਇਸ ਤੋਂ ਪਹਿਲਾਂ ਥੋੜੀ ਜਿਹੀ ਬਰੀਫ ਹਿਸਟਰੀ ਦੀ ਗੱਲ ਕਰ ਲਈਏ। ਸਾਡੇ ਐਕਟ ਬਣੇ ਹੋਏ ਸੀਗੇ ਪੰਜਾਬ ਸਿਕਿਉਰਿਟੀ ਆਫ ਲੈਂਡ ਟੈਨਿਓਰ ਐਕਟ 1953, ਦੈਨ ਪੈਪਸੂ ਨੇ ਬਣਾਇਆ ਪੈਪਸੂ ਟੈਨੈਂਸੀ ਐਂਡ ਐਗਰੀਕਲਚਰ ਐਕਟ 1955। ਇਹ ਐਕਟ ਬਣਾਉਣ ਦੀ ਲੋੜ ਕਿਉਂ ਪਈ, ਕੀ ਜ਼ਰੂਰਤ ਪਈ, ਕਿਉਂ ਬਣਾਏ ਗਏ ਇਹ ਐਕਟ? ਸਾਡਾ ਜਿਹੜਾ ਕੰਸਟੀਟਿਊਸ਼ਨ ਹੈ, ਕੰਸਟੀਟਿਊਸ਼ਨ ਦੇ ਅਕੋਰਡਿੰਗ ਡਾਇਰੈਕਟਿਵ ਪ੍ਰਿੰਸੀਪਲਸ ਆਫ ਦਾ ਸਟੇਟ ਪਾਲਿਸੀਜ਼ ਹੁੰਦੀਆਂ ਨੇ। ਆਰਟੀਕਲ 39 ਆਫ ਦਾ ਕੰਸਟੀਟਿਊਸ਼ਨ ਹੈਗਾ, ਜਿਹਦੇ ਵਿੱਚ ਸਰਕਾਰ ਨੇ ਕੁਝ ਪਾਲਿਸੀਜ਼ ਬਣਾਉਣੀਆਂ ਹੁੰਦੀਆਂ ਨੇ। ਠੀਕ ਹੈ, ਉਸ ਪਾਲਿਸੀਜ਼ ਨੂੰ ਲਾਗੂ ਕਰਨ ਦੀ ਖਾਤਰ ਜਿਵੇਂ ਕਿ ਪਿੰਡਾਂ ਦੇ ਵਿੱਚ ਜਾਂ ਸਾਡੇ ਕੰਟਰੀ ਦੇ ਵਿੱਚ ਕੋਈ ਤਾਂ ਲੈਂਡਲੋਰਡ ਬਹੁਤ ਵੱਡੇ ਵੱਡੇ ਲੈਂਡਲੋਰਡ ਸੀਗੇ ਤੇ ਕਿਸੇ ਕੋਲੇ ਕੋਈ ਜ਼ਮੀਨ ਬਿਲਕੁਲ ਹੀ ਨਹੀਂ ਸੀ, ਮਰਲੇ ਵੀ ਨਹੀਂ ਸੀਗੇ। ਠੀਕ ਹੈ, ਕੋਈ 100 ਕਿੱਲੇ ਦਾ ਜ਼ਮੀਨ ਦਾ ਮਾਲਕ, 200 ਕਿੱਲੇ ਜ਼ਮੀਨ ਦਾ ਮਾਲਕ, ਤੇ ਕਿਸੇ ਕੋਲੇ ਮਰਲਾ ਵੀ ਹੈ ਨਹੀਂ ਸੀਗਾ। ਇਸ ਕਰਕੇ ਸਰਕਾਰ ਦੀ ਪਾਲਿਸੀ ਸੀ, ਜਿਹੜਾ ਸਰਕਾਰ ਦਾ ਆਰਟੀਕਲ ਸੀ 39, ਸਰਕਾਰ ਨੇ ਕੁਝ ਪਾਲਿਸੀਜ਼ ਬਣਾਉਣੀਆਂ ਹੁੰਦੀਆਂ। ਕਿਹੜੀਆਂ ਪਾਲਿਸੀਜ਼ ਕਿਸ ਵਿਸ਼ੇ ਤੇ ਬਣਾਉਣੀਆਂ ਹੁੰਦੀਆਂ? ਇਹ ਜਿਹੜੀ ਲੈਂਡ ਦੇ ਰਿਲੇਟਡ ਜਿਹੜੀ ਇਹ ਪਾਲਿਸੀ ਸਰਕਾਰ ਦੀ ਸੀਗੀ, ਡਾਇਰੈਕਟਿਵ ਪ੍ਰਿੰਸੀਪਲ ਦਾ ਸਟੇਟ ਪਾਲਿਸੀ ਦੇ ਅਕੋਰਡਿੰਗ ਆਰਟੀਕਲ 39 ਦੇ ਤਹਿਤ ਜਿਹੜਾ ਇਹ ਐਕਟ ਬਣਾਇਆ ਗਿਆ। ਪਹਿਲਾਂ ਇਹ ਐਕਟ ਬਣਾਇਆ ਗਿਆ 1953 ਦੇ ਵਿੱਚ, ਪੰਜਾਬ ਸਿਕਿਉਰਿਟੀ ਆਫ ਲੈਂਡ ਟੈਨਿਓਰ ਐਕਟ। ਜਿਹਦੇ ਵਿੱਚ ਕੀ ਸੀਗਾ, ਵੱਡੇ ਲੈਂਡ ਓਨਰ ਦੀ ਜਿਹੜੀ ਜ਼ਮੀਨ ਸੀਗੀ ਸਰਪਲਸ ਕੱਢ ਕੇ ਤੇ ਛੋਟੇ ਲੈਂਡਲੈਸ ਪਰਸਨ ਦੇ ਵਿੱਚ SCVC ਦੇ ਵਿੱਚ ਜਿਹੜੀ ਵੰਡੀ ਗਈ। ਠੀਕ ਹੈ, ਇਹਦੇ ਨਾਲ ਹੀ ਫਿਰ ਕੀ ਹੋਇਆ, ਜਿਹੜਾ ਪੈਪਸੂ ਸੀਗਾ, ਪਟਿਆਲਾ ਈਸਟ ਪੰਜਾਬ ਸਟੇਟਸ ਯੂਨੀਅਨ, ਪੈਪਸੂ ਪਟਿਆਲਾ ਈਸਟ ਪੰਜਾਬ ਸਟੇਟਸ ਯੂਨੀਅਨ, ਪਟਿਆਲਾ ਇਨਕਲੂਡ ਕਰਕੇ ਪਟਿਆਲਾ ਸਟੇਟ ਸੀਗੀ, ਕੁਝ ਸਟੇਟਾਂ ਹੋਰ ਲਾ ਕੇ ਜਿਹੜੀਆਂ ਸੀਗੀਆਂ ਪੈਪਸੂ ਬਣਿਆ ਸੀਗਾ। ਤਾਂ ਪੈਪਸੂ ਦੇ ਰੂਲ ਵੱਖਰੇ ਸੀਗੇ ਪੰਜਾਬ ਦੇ ਨਾਲੋਂ। ਬਾਕੀ ਜਿਹੜਾ ਪਾਰਟ ਸੀਗਾ, ਜਿਹੜੀਆਂ ਸਟੇਟ ਸੀਗੀਆਂ, ਜਿਵੇਂ ਨਾਭਾ ਰਿਆਸਤ ਹੋ ਗਈ, ਜੀਂਦ ਰਿਆਸਤ ਹੋ ਗਈ, ਪਟਿਆਲਾ ਰਿਆਸਤ ਹੋ ਗਈ। ਠੀਕ ਹੈ, ਇੱਦਾਂ ਦੀਆਂ ਕੁਝ ਰਿਆਸਤਾਂ ਸੀਗੀਆਂ, ਮਲੇਰਕੋਟਲਾ ਰਿਆਸਤ ਹੋ ਗਈ। ਇਹ ਰਿਆਸਤਾਂ ਦੇ ਜਿਹੜੇ ਇਲਾਕੇ ਸੀ ਇਹ ਪੈਪਸੂ ਦੇ ਆਉਂਦੇ ਸੀਗੇ, ਪੈਪਸੂ ਦੇ ਵੱਖਰੇ ਲਾਅ ਸੀਗੇ। ਜਦੋਂ ਪੰਜਾਬ ਦਾ ਐਕਟ ਬਣਿਆ, ਪੰਜਾਬ ਸਿਕਿਉਰਿਟੀ ਆਫ ਲੈਂਡ ਟੈਨਿਓਰ ਐਕਟ 1953, ਤੇ ਫਿਰ ਉਸੇ ਐਕਟ ਦੇ ਨੂੰ ਮੱਦੇਨਜ਼ਰ ਰੱਖਦੇ ਹੋਏ ਪੈਪਸੂ ਨੇ ਵੀ ਆਪਣਾ ਐਕਟ ਬਣਾਇਆ। ਪੰਜਾਬ ਦਾ ਐਕਟ ਇੱਕ ਟੈਨੈਂਸੀ ਐਕਟ ਬਣਾਇਆ ਹੋਇਆ ਸੀ 1887 ਦੇ ਵਿੱਚ, ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ। ਠੀਕ ਹੈ, ਟੈਨੈਂਸੀ ਐਕਟ ਨੂੰ ਤੇ ਲੈਂਡ ਫਾਰਮਸ ਐਕਟ ਨੂੰ ਇਕੱਠੇ ਕਰਕੇ ਜਿਹੜਾ ਪੈਪਸੂ ਨੇ ਐਕਟ ਬਣਾਇਆ, ਉਹ ਬਣਾਇਆ ਪੈਪਸੂ ਟੈਨੈਂਸੀ ਐਂਡ ਐਗਰੀਕਲਚਰ ਲੈਂਡ ਐਕਟ 1955 ਬਣਾਇਆ। ਠੀਕ ਹੈ, ਪੈਪਸੂ ਨੇ ਆਪਣੀ ਜਿਹੜੀ ਸੁਧਾਰ ਸੀਗੇ, ਜ਼ਮੀਨਾਂ ਦੇ ਸੁਧਾਰ ਸੀਗੇ, ਉਹ ਉਸ ਐਕਟ ਦੇ ਤਹਿਤ ਕਰਨੇ ਸ਼ੁਰੂ ਕੀਤੇ। 55 ਦੇ ਐਕਟ, ਜਿਹਨੂੰ ਪੈਪਸੂ ਐਕਟ ਕਹਿੰਦੇ ਨੇ ਆਪਾਂ ਸ਼ਾਰਟ ਦੇ ਵਿੱਚ, ਪੈਪਸੂ ਐਕਟ 55, ਪੰਜਾਬ ਐਕਟ ਕਹਿੰਦੇ ਨੇ 53। ਠੀਕ ਹੈ, ਫਿਰ ਕੀ ਹੋਇਆ, ਸਮਾਂ ਬਦਲਿਆ। ਉਸ ਵੇਲੇ ਜਿਹੜੀ ਉਹਨਾਂ ਐਕਟਾਂ ਦੇ ਤਹਿਤ ਜਿਹੜੀ ਲੈਂਡ ਰੱਖ ਸਕਦਾ ਸੀ ਕੋਈ ਲੈਂਡ ਓਨਰ, ਉਹ 30 ਸਟੈਂਡਰਡ ਏਕੜ ਦੇ ਕਰੀਬ ਰੱਖ ਸਕਦਾ ਸੀਗਾ। ਫਸਟ ਕੁਆਲਿਟੀ ਲੈਂਡ 30 ਸਟੈਂਡਰਡ ਏਕੜ ਦੀ ਗੱਲ ਕੀਤੀ ਹੈ ਉੱਥੇ, 30 ਸਟੈਂਡਰਡ ਏਕੜ ਫਸਟ ਕੁਆਲਿਟੀ ਲੈਂਡ ਰੱਖ ਸਕਦੇ ਸੀਗੇ ਉਹਨਾਂ ਐਕਟਾਂ ਦੇ ਤਹਿਤ। ਜੇ ਪੁਰਾਣੀ ਸੀਗੀ ਜਾਂ ਹੋਰ ਸੀ ਤਾਂ ਫਿਰ ਉਹਦੀ ਜਿਹੜੀ ਮਿਕਦਾਰ ਸੀ ਵੱਧ ਜਾਂਦੀ ਸੀਗੀ। ਤੇ ਫਿਰ ਉਹ ਦੋਹੇ ਐਕਟ ਜਿਹੜੇ ਹੈਗੇ ਅੱਜ ਦੀ ਡੇਟ 'ਚ ਰਿਪੀਲ ਹੋ ਚੁੱਕੇ ਨੇ। 53 ਦਾ ਪੈਪਸੂ ਐਕਟ ਪੰਜਾਬ ਦਾ, ਪੰਜਾਬ ਐਕਟ 53 ਤੇ ਪੈਪਸੂ ਐਕਟ 55, ਦੋਨੇ ਐਕਟ ਰਿਪੀਲ ਹੋ ਕੇ ਤੇ ਜਿਹੜਾ ਹੁਣ ਇਹ ਐਕਟ ਸਾਡਾ ਹੈਗਾ ਪੰਜਾਬ ਲੈਂਡ ਰਿਫਾਰਮਸ ਐਕਟ 1972, ਇਹ ਵਜੂਦ ਦੇ ਵਿੱਚ ਹੈਗਾ ਇਸ ਵੇਲੇ। ਇਹਦੇ ਤਹਿਤ ਹੀ ਜਿਹੜੀ ਸਰਪਲਸ ਲੈਂਡ ਕਿਸੇ ਦੀ ਨਿਕਾਲੀ ਜਾਂਦੀ ਹੈ, ਕਿਸੇ ਦਾ ਏਰੀਆ ਦੇਖਿਆ ਜਾਂਦਾ ਵੀ ਕਿੰਨਾ ਇਹਦਾ ਸਰਪਲਸ ਬਣਦਾ ਹੈ, ਕਿੰਨਾ ਇਹ ਪਰਮਿਸਿਬਲ ਏਰੀਆ ਬਣਦਾ, ਇਹਦੇ ਕੋਲੇ ਕਿੰਨਾ ਇਹ ਰੱਖ ਸਕਦਾ ਹੈਗਾ, ਫੈਮਿਲੀ ਕੀ ਹੈਗੀ ਹੈ। ਠੀਕ ਹੈ, ਲੈਂਡ ਦੀ ਕੀ ਪਰਿਭਾਸ਼ਾ ਇਹਦੇ ਵਿੱਚ ਗਿਣੀ ਗਈ ਹੈ, ਫੈਮਿਲੀ ਦੀ ਪਰਿਭਾਸ਼ਾ ਕੀ ਗਿਣੀ ਗਈ ਹੈ, ਕਿਹੜੀ ਲੈਂਡ ਕਿਸ ਕੁਆਲਿਟੀ ਦੀ ਲੈਂਡ, ਕੋਈ ਕਿੰਨੀ ਫਸਟ ਕੁਆਲਿਟੀ, ਸੈਕੰਡ ਕੁਆਲਿਟੀ, ਬੰਜਰ ਲੈਂਡ ਕਿੰਨੀ ਕੋਈ ਰੱਖ ਸਕਦਾ ਹੈ, ਕਿੰਨੀ ਕੋਈ ਉਸਨੂੰ ਛੱਡਣੀ ਪੈ ਸਕਦੀ ਹੈ। ਸਰਪਲਸ ਏਰੀਆ ਨਿਕਾਲ ਕੇ ਫਿਰ ਉਹਦੀ ਜਿਹੜੀ ਹੈਗੀ ਹੈ ਅੱਗੇ ਲੈਂਡਲੈਸ ਪਰਸਨ ਦੇ ਵਿੱਚ
ਜਾਂ SC BC ਕੈਟਾਗਰੀ ਦੇ ਵਿੱਚ ਕਿਵੇਂ ਉਸ ਨੂੰ ਡਿਸਟ੍ਰੀਬਿਊਟ ਕਰਨਾ ਹੈਗਾ, ਉਹਦੇ ਬੇਸ ਜਿਹੜਾ ਇਹ ਐਕਟ ਹੈਗਾ ਪੰਜਾਬ ਲੈਂਡ ਰਿਫਾਰਮਸ ਐਕਟ 1972 ਜਿਹਦਾ ਨਾਮ ਦਿੱਤਾ ਗਿਆ ਹੈ, ਇਹ ਐਕਟ ਬਣਾਇਆ ਗਿਆ। ਇਹ ਜਿਹੜਾ ਐਕਟ ਸੀਗਾ ਇਹਦੀ ਜਿਹੜੀ ਪ੍ਰੈਜ਼ੀਡੈਂਟ ਤੋਂ ਜਿਹੜੀ ਉਹ ਮਿਲੀ ਸੀ ਅਸੈਂਟ ਮਿਲੀ ਸੀ, ਉਹ 24/3/1973 ਨੂੰ ਮਿਲੀ ਸੀਗੀ ਤੇ 2/4/1973 ਨੂੰ ਇਹ ਜਿਹੜਾ ਐਕਟ ਸੀਗਾ ਨੋਟੀਫਾਈ ਹੋਇਆ। ਪਰ ਇਹ ਜਿਹੜਾ ਐਕਟ ਹੈ ਲਾਗੂ ਕਦੋਂ ਹੋਇਆ? ਇਹ ਲਾਗੂ ਹੋਇਆ 24/1/1971 ਤੋਂ, ਮਤਲਬ ਕਿ ਪਿਛਲੀ ਡੇਟ ਤੋਂ ਹੀ ਇਸ ਐਕਟ ਨੂੰ ਲਾਗੂ ਕਰ ਦਿੱਤਾ ਗਿਆ। ਕਿਉਂਕਿ ਕੀ ਕਾਰਨ ਕੀ ਸੀਗਾ ਪਿਛਲੀ ਡੇਟ ਤੋਂ ਲਾਗੂ ਕਰਨ ਦਾ? ਜਦੋਂ ਇਹ ਐਕਟ ਦੇ ਵਿੱਚ ਬਣ ਰਿਹਾ ਸੀਗਾ ਜਾਂ ਇਹ ਐਕਟ ਨੂੰ ਮਤਲਬ ਕਿ ਅਸੈਂਟਲੀ ਭੇਜਿਆ ਜਾ ਰਿਹਾ ਸੀ, ਉਸ ਪੀਰੀਅਡ ਦੇ ਦੌਰਾਨ ਬਹੁਤ ਸਾਰੇ ਲੋਕਾਂ ਨੇ ਜਿਹੜੀਆਂ ਆਪਣੀਆਂ ਲੈਂਡ ਸੀਗੀਆਂ ਟ੍ਰਾਂਸਫਰ ਕਰ ਦਿੱਤੀਆਂ, ਇੱਧਰ ਉੱਧਰ ਕਰ ਦਿੱਤੀਆਂ ਲੈਂਡ ਨੂੰ, ਮਤਲਬ ਕਿ ਸਰਪਲਸ ਨਿਕਲ ਤੋਂ ਬਚਾਉਣ ਦੀ ਖਾਤਰ, ਠੀਕ ਹੈ, ਵੱਡੇ ਵੱਡੇ ਲੈਂਡ ਓਨਰਸ ਨੇ ਆਪਣੀਆਂ ਲੈਂਡ ਟ੍ਰਾਂਸਫਰ ਕਰ ਦਿੱਤੀਆਂ, ਰਿਸ਼ਤੇਦਾਰਾਂ ਦੇ ਨਾਲ ਟ੍ਰਾਂਸਫਰ ਕਰਤੀਆਂ, ਕੁਛ ਹੋਰ ਕਰ ਦਿੱਤੀਆਂ, ਠੀਕ ਹੈ। ਇਸ ਕਰਕੇ ਜਿਹੜਾ ਇਹ ਐਕਟ ਸੀਗਾ ਉਹ 24/1971 ਤੋਂ ਹੀ ਲਾਗੂ ਕਰਤਾ ਗਵਰਨਮੈਂਟ ਨੇ, ਤਾਂ ਕਿ ਜਿਹੜੀਆਂ ਤਬਦੀਲੀਆਂ ਕੋਈ ਟ੍ਰਾਂਸਫਰਸ 24/1971 ਤੋਂ ਬਾਅਦ ਹੋਈਆਂ ਹੋਣਗੀਆਂ ਉਹ ਸਾਰੀਆਂ ਮਤਲਬ ਕਿ ਵਾਇਡ ਸਮਝੀਆਂ ਜਾਣਗੀਆਂ। ਕਿਉਂਕਿ ਐਕਟ ਨੂੰ ਲਾਗੂ ਹੁੰਦੇ 2 ਸਾਲ ਦਾ ਸਮਾਂ ਲੱਗ ਚੁੱਕਿਆ ਸੀਗਾ, ਜਿਹਦੀ ਨੋਟੀਫਿਕੇਸ਼ਨ ਹੋਈ ਹੈ 2/4/1973 ਨੂੰ ਜਾ ਕੇ ਨੋਟੀਫਾਈ ਹੋਇਆ ਹੈ ਗਜ਼ਟ ਦੇ ਵਿੱਚ। ਹੁਣ ਇਹ ਪਹਿਲਾਂ ਇਹਦੀ ਡੈਫੀਨੇਸ਼ਨ ਕਲਾਸ ਦਿੱਤੀ ਗਈ ਹੈ। ਡੈਫੀਨੇਸ਼ਨ ਕਲਾਸ ਸਭ ਤੋਂ ਪਹਿਲਾਂ ਜਿਹੜਾ ਪੁਆਇੰਟ ਹੈਗਾ ਉਹ ਹੈਗਾ ਅਪਾਇੰਟਡ ਡੇ, ਵੀ ਇਹ ਐਕਟ ਕਦੋਂ ਲਾਗੂ ਹੋਇਆ, ਵੀ ਕਿਸੇ ਵਿਅਕਤੀ ਦੀ ਜਿਹੜੀ ਲੈਂਡ ਹੈਗੀ ਹੈ ਸਰਪਲਸ ਹੈਗੀ ਜਾਂ ਨਹੀਂ ਹੈਗੀ, ਉਹ ਕਾਊਂਟ ਕਦੋਂ ਕਿਹੜੀ ਤਰੀਕ ਤੋਂ ਹੋਣੀ ਹੈ? ਉਹ ਕਾਊਂਟ ਹੋਣੀ ਹੈ 24/1/1971 ਨੂੰ ਕਾਊਂਟ ਹੋਣੀ ਸੀਗੀ, ਵੀ ਇਹਦੇ ਕੋਲੇ 24/1/1971 ਨੂੰ ਇਹ ਕਿੰਨੀ ਜ਼ਮੀਨ ਦਾ ਮਾਲਕ ਸੀਗਾ, ਠੀਕ ਹੈ, ਕਿੰਨੀ ਦੀ ਪਰਮਿਸਿਬਲ ਏਰੀਆ ਬਣਦਾ ਸੀਗਾ ਤੇ ਕਿੰਨੀ ਜ਼ਮੀਨ ਇਹਦੇ ਤੋਂ ਸਰਪਲਸ ਸਰਕਾਰ ਨੇ ਲੈ ਕੇ ਹੋਰ ਲੋਕਾਂ ਨੇ ਵੰਡਣੀ ਸੀਗੀ। ਇਹ 24/1/1971 ਦੀ ਜਿਹੜੀ ਫਿਕਸ ਡੇਟ ਕੀਤੀ ਗਈ, ਜਿਹਨੂੰ ਅਸੀਂ ਅਪਾਇੰਟਡ ਡੇ ਕਹਿੰਦੇ ਆ। ਫਿਰ ਅਗਲੀ ਡੈਫੀਨੇਸ਼ਨ ਬੰਜਰ ਲੈਂਡ ਦੀ ਗੱਲ ਹੈ। ਬੰਜਰ ਲੈਂਡ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਬੰਜਰ ਲੈਂਡ ਕਿਹੜੀ ਹੁੰਦੀ ਹੈ? ਰਿਮੇਨਡ ਅਨਕਲਟੀਵੇਟਡ ਕੰਟੀਨਿਊਸ ਪੀਰੀਅਡ ਨਾਟ ਲੈਸ ਦੈਨ 4 ਈਅਰ, ਘੱਟੋ ਘੱਟ 4 ਸਾਲ ਤੱਕ ਜਿਹੜੀ ਜ਼ਮੀਨ ਵਾਹੀ ਨਾ ਗਈ ਹੋਵੇ ਉਹ ਬੰਜਰ ਲੈਂਡ ਬਣ ਜਾਂਦੀ ਹੈ, ਠੀਕ ਹੈ। ਅੱਗੇ ਬੰਜਰ ਜਦੀਦ ਬਣ ਜਾਂਦੇ ਆ, ਬੰਜਰ ਕਦੀਮ ਬਣ ਜਾਂਦੀ ਹੈ, ਉਹਦੀ ਵੀ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ ਕਈ ਵਾਰ। ਨੈਕਸਟ ਹੈਗਾ ਫੈਮਿਲੀ। ਫੈਮਿਲੀ ਦੀ ਕੀ ਡੈਫੀਨੇਸ਼ਨ ਹੈ? ਫੈਮਿਲੀ ਕਿਹਨੂੰ ਕਿਹਾ ਗਿਆ? ਇਹਦੇ ਵਿੱਚ ਵਿਅਕਤੀ ਹੈ ਕੋਈ ਹੈਗਾ, ਜਿਹੜਾ ਪਰਸਨ ਕੋਈ ਫੈਮਿਲੀ ਦਾ ਮੈਂਬਰ ਹੈਗਾ, ਮੇਲ ਫੀਮੇਲ ਦੋਨੋਂ, ਹਸਬੈਂਡ ਵਾਈਫ ਜਿਹਨੇ ਕੀ ਕਹਿ ਲਈਏ, ਹਸਬੈਂਡ ਵਾਈਫ ਤੇ ਮਾਈਨਰ ਚਿਲਡਰਨ ਤੇ ਹਸਬੈਂਡ ਵਾਈਫ, ਇਹ ਇੱਕ ਫੈਮਿਲੀ ਮੰਨੀ ਜਾਂਦੀ ਹੈ। ਇੱਕ ਫੈਮਿਲੀ ਹੀ ਇੱਕ ਯੂਨਿਟ ਜਿਹੜੀ ਹੈਗੀ ਹੈ, ਜਿੰਨੀ ਵੀ ਪਰਮਿਸਿਬਲ ਏਰੀਆ ਬਣਦਾ ਹੈ, ਇੱਕ ਯੂਨਿਟ ਜਿਹੜੀ ਲੈਂਡ ਹੈਗੀ ਹੈ ਉਹ ਰੱਖ ਸਕਦੀ ਹੈਗੀ ਹੈ। ਤੇ ਜਿਹੜੀ ਨਾਟ ਮੈਰਿਡ, ਜਿਹੜੀ ਮੈਰਿਡ ਮਾਈਨਰ ਡਾਟਰ ਹੋਵੇ ਜੇ, ਉਹ ਇਹਦੇ ਵਿੱਚ ਨਹੀਂ ਗਿਣੀ ਜਾਂਦੀ। ਮੈਰਿਡ ਮਾਈਨਰ ਡਾਟਰ ਇਸ ਵਿੱਚ ਫੈਮਿਲੀ ਦੀ ਪਰਿਭਾਸ਼ਾ 'ਚ ਨਹੀਂ ਆਉਂਦੀ, ਕਿਉਂਕਿ ਉਹ ਦੂਜੀ ਫੈਮਿਲੀ ਚਲੀ ਜਾਂਦੀ ਹੈ। ਨੈਕਸਟ ਹੈਗਾ ਲੈਂਡ ਕਿਹਨੂੰ ਕਿਹਾ ਗਿਆ? ਵਿਚ ਇਜ਼ ਨਾਟ ਆਕੂਪਾਈਡ। ਲੈਂਡ ਕਿਹਾ ਗਿਆ ਐਗਰੀਕਲਚਰ ਲੈਂਡ। ਜੇ ਕੋਈ ਲੈਂਡ ਆਬਾਦੀ ਦੇ ਵਿੱਚ ਆ ਗਈ ਜਾਂ ਕੰਸਟਰਕਟਡ ਏਰੀਆ ਆ ਗਿਆ, ਕਿਸੇ ਪਿੰਡ ਦਾ ਆ ਗਿਆ, ਕਿਸੇ ਸ਼ਹਿਰ ਦਾ ਆ ਗਿਆ, ਦੈਟ ਇਜ਼ ਨਾਟ ਏ ਲੈਂਡ, ਉਹਨੂੰ ਆਬਾਦੀ ਦੀ ਲੈਂਡ 'ਚ ਮੰਨਿਆ ਜਾਂਦਾ ਹੈਗਾ। ਸਾਈਟ ਆਫ ਐਨੀ ਬਿਲਡਿੰਗ ਇਨ ਏ ਟਾਊਨ ਔਰ ਵਿਲੇਜ ਯੂਜ਼ ਫਾਰ ਦਾ ਐਗਰੀਕਲਚਰ ਪਰਪਸ, ਜਿਹੜੀ ਲੈਂਡ ਐਗਰੀਕਲਚਰ ਪਰਪਸ ਦੀ ਯੂਜ਼ ਹੁੰਦੀ ਹੈ ਉਸ ਨੂੰ ਅਸੀਂ ਲੈਂਡ ਦੀ ਪਰਿਭਾਸ਼ਾ 'ਚ ਕਹਿੰਦੇ ਹੈਗੇ ਆ। ਨੈਕਸਟ ਹੈਗਾ ਔਰਚਰਡ ਹੈ ਨਾ, ਸਬ ਕਲਾਸ 8 ਦੇ ਵਿੱਚ, ਲੈਂਡ ਔਨ ਵਿਚ ਫਰੂਟ ਬੀਅਰਿੰਗ ਟਰੀਜ਼ ਆਰ ਗਰੋਨ, ਉਹਨੂੰ ਅਸੀਂ ਬਾਗ ਕਹਿ ਦਿੰਦੇ ਹਾਂ, ਇੱਥੇ ਫਰੂਟ ਬੀਅਰਿੰਗ ਟਰੀਜ਼ ਲਗਾਏ ਹੋਏ ਹੁੰਦੇ ਨੇ। ਪਰਸਨ ਕਿਹਨੂੰ ਕਿਹਾ ਜਾਂਦਾ ਹੈ? ਇਨਕਲੂਡਸ ਕੰਪਨੀ। ਦੇਖੋ ਫੈਮਿਲੀ ਪਰਸਨ ਤਾਂ ਹੈਗਾ ਹੀ ਹੈ, ਜੇ ਕੋਈ ਕੰਪਨੀ ਹੋਵੇ ਤਾਂ ਉਹਨੂੰ ਵੀ ਅਸੀਂ ਪਰਸਨ ਦੀ ਪਰਿਭਾਸ਼ਾ 'ਚ ਕਹਾਂਗੇ, ਐਂਟੀਟੀ ਦੀ ਮੰਨੀ ਜਾਂਦੀ ਹੈ। ਕੋਈ ਕੰਪਨੀ ਹੋਵੇ, ਕੋਈ ਫੈਮਿਲੀ ਐਸੋਸੀਏਸ਼ਨ ਹੋਵੇ, ਔਰ ਅਦਰ ਕੋਈ ਵੀ ਬਾਡੀ ਹੋਵੇ, ਕੋਈ ਇੰਸਟੀਚਿਊਟ ਹੋਵੇ, ਠੀਕ ਹੈ, ਉਹਦੀ ਵੀ ਲੈਂਡ ਇਸੇ ਤਰੀਕੇ ਨਾਲ ਗਿਣੀ ਜਾਂਦੀ ਹੈ। ਪੰਜਾਬ ਲਾ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ। ਪੰਜਾਬ ਲਾ ਪੰਜਾਬ ਸਿਕਿਉਰਿਟੀ ਆਫ ਲੈਂਡ ਟੈਨਿਓਰ ਐਕਟ 53 ਦੇ ਵਿੱਚ ਬਣਿਆ ਸੀਗਾ। ਇਸ ਦੇ ਪੈਪਸੂ ਲਾ ਜਿਹੜਾ ਬਣਿਆ ਸੀਗਾ ਉਹ ਪੈਪਸੂ ਟੈਨੈਂਸੀ ਐਂਡ ਐਗਰੀਕਲਚਰ ਲੈਂਡ ਐਕਟ 55 ਚ ਬਣਿਆ। ਜਿਹੜਾ ਪੈਪਸੂ ਲਾ ਬਣਿਆ ਉਹਦੇ ਵਿੱਚ ਟੈਨੈਂਟਸ ਦੇ ਜਿਹੜੇ ਲੈਂਡਲੋਰਡ ਤੇ ਟੈਨੈਂਟਸ ਦੇ ਸਾਰੇ ਡਿਸਪਿਊਟ ਸੀ ਉਹ ਕਿਵੇਂ ਸੈਟਲ ਹੋਣੇ ਆ, ਉਹ ਵੀ ਉਹਦੇ ਵਿੱਚ ਹੀ ਦਿਖਾਏ ਗਏ ਸਾਰੇ ਤੇ ਨਾਲ ਹੀ ਲੈਂਡ ਫਾਰਮਸ ਐਕਟ ਦੀ ਗੱਲ ਕੀਤੀ ਗਈ ਹੈ। ਉਹ ਦੋ ਪਾਰਟਾਂ 'ਚ ਵੰਡਿਆ ਗਿਆ ਹੈਗਾ, ਲੈਂਡਲੋਰਡ ਐਂਡ ਟੈਨੈਂਟ ਤੇ ਲੈਂਡ ਫਾਰਮਸ ਐਕਟ। ਦੈਨ ਹੈਗਾ ਸੈਲਫ ਕਲਟੀਵੇਸ਼ਨ। ਸੈਲਫ ਕਲਟੀਵੇਸ਼ਨ ਕਿਉਂ ਅਸੀਂ ਇਹ ਡਿਫਾਈਨ ਕਿਉਂ ਕੀਤਾ ਜਾ ਰਿਹਾ ਇੱਥੇ, ਵੀ ਜਿਹੜੀ ਵੀ ਕੋਈ ਲੈਂਡ ਕਿਸੇ ਲੈਂਡ ਓਨਰ ਨੇ ਆਪਣਾ ਪਰਮਿਸਿਬਲ ਏਰੀਆ ਦੇ ਵਿੱਚ ਕਾਊਂਟ ਕਰਨੀ ਹੈ, ਠੀਕ ਹੈ, ਸਭ ਤੋਂ ਪਹਿਲਾਂ ਉਹ ਦੇਖੀ ਜਾਂਦੇ ਵੀ ਸੈਲਫ ਕਲਟੀਵੇਸ਼ਨ ਕਰਦਾ ਹੋਵੇ ਜਿਹੜਾ ਲੈਂਡ ਓਨਰ ਹੈ। ਜੇ ਸਾਰੀ ਜ਼ਮੀਨ ਉਸਨੇ ਟੈਨੈਂਟਸ ਨੂੰ ਦਿੱਤੀ ਵੀ ਹੈਗੀ ਹੈ, ਠੀਕ ਹੈ, ਫਿਰ ਉਹ ਗੱਲ ਵੱਖਰੀ ਹੈਗੀ ਹੈ। ਪਰ ਜਿਹੜੀ ਸੈਲਫ ਕਲਟੀਵੇਸ਼ਨ ਜਿਹੜੀ ਲੈਂਡ ਹੈਗੀ ਹੈ ਉਹਦੇ ਆਪਦੇ ਕਬਜ਼ੇ 'ਚ ਹੈਗੀ ਹੈ, ਆਪਣੇ ਤਰੀਕੇ ਨਾਲ ਉਹ ਖੇਤੀ ਕਰਦਾ, ਆਪ ਖੇਤੀ ਕਰਦਾ, ਪਰਸਨਲੀ ਕਰਦਾ, ਚਾਹੇ ਕੋਈ ਫੈਮਿਲੀ ਮੈਂਬਰ ਖੇਤੀ ਕਰਦੇ, ਜੇ ਉਹਦੇ ਬ੍ਰਦਰ ਖੇਤੀ ਕਰਦੇ, ਚਾਹੇ ਉਹ
ਨੌਕਰ ਰੱਖ ਕੇ ਖੇਤੀ ਕਰਦਾ ਹੈ, ਚਾਹੇ ਉਹ ਹਾਇਰਡ ਲੇਬਰ ਰੱਖ ਕੇ ਖੇਤੀ ਕਰਦਾ ਹੈ, ਠੀਕ ਹੈ, ਜਾਂ ਫਿਰ ਉਹ ਲੇਬਰ ਰੱਖ ਕੇ ਖੇਤੀ ਕਰਦਾ ਹੈ ਜਿਹੜੀ ਪੇਡ ਇਨ ਕੈਸ਼, ਕੈਸ਼ ਦੇ ਵਿੱਚ ਅਮਾਊਂਟ ਦਿੰਦਾ ਹੈ, ਪਰ ਇਨ ਕਾਇੰਡ ਕੈਸ਼ ਨਹੀਂ, ਇਨ ਕਾਇੰਡ ਨਹੀਂ ਹੋ ਦਿੰਦਾ, ਕੋਈ ਉਹਨੂੰ ਪ੍ਰੋਡਿਊਸ ਨਹੀਂ ਦਿੰਦਾ। ਜੇ ਇਨ ਕਾਇੰਡ ਪ੍ਰੋਡਿਊਸ ਦਿੰਦਾ ਹੈ ਫਿਰ ਉਹ ਦੂਜੀ ਤਰ੍ਹਾਂ ਆ ਜਾਂਦਾ, ਫਿਰ ਉਹ ਟੇਨੈਂਟ ਬਣ ਜਾਂਦਾ ਹੈ, ਠੀਕ ਹੈ। ਇਸ ਕਰਕੇ ਸੈਲਫ ਕਲਟੀਵੇਸ਼ਨ ਦੀ ਪਰਿਭਾਸ਼ਾ ਇਹ ਹੈਗੀ ਹੈ, ਖੇਤੀ ਆਪ ਕਰਦਾ ਹੋਵੇ ਜਿਹੜਾ ਲੈਂਡ ਓਨਰ ਹੈਗਾ, ਜਾਂ ਫੈਮਿਲੀ ਮੈਂਬਰ ਰਾਹੀਂ ਕਰਦਾ ਹੋਵੇ, ਜਾਂ ਕੋਈ ਉਹਦਾ ਭੈਣ ਭਰਾ ਕਰਦਾ ਹੋਵੇ ਖੇਤੀ, ਜਾਂ ਸਰਵੈਂਟ ਰਾਹੀਂ ਕਰਦਾ ਹੋਵੇ, ਪੇਮੈਂਟ ਦੇ ਕੇ ਲੇਬਰ ਰੱਖੀ ਹੋਵੇ ਉਸ ਨੂੰ ਪੇਮੈਂਟ ਕਰਦਾ। ਦੈਨ ਆ ਗਿਆ ਸੈਕਸ਼ਨ 4 ਪਰਮਿਸਿਬਲ ਏਰੀਆ। ਪਰਮਿਸਿਬਲ ਏਰੀਆ ਮਤਲਬ ਇਹ ਹੈਗਾ ਵੀ ਕਿੰਨੀ ਲੈਂਡ ਕੋਈ ਵਿਅਕਤੀ ਰੱਖ ਸਕਦਾ ਹੈ। ਓਨ ਔਰ ਹੋਲਡ, ਇੱਥੇ ਦੋ ਵਰਡ ਨੇ, ਮਾਲਕੀ ਵੀ ਤੇ ਕਬਜ਼ਾ ਵੀ। ਇਹ ਨਾ ਹੋਵੇ ਵੀ ਕਿ ਵਿਅਕਤੀ ਇੰਨੀ ਕੁਝ ਜ਼ਮੀਨ ਤਾਂ ਰੱਖ ਲੇ ਹੋ ਐਜ਼ ਏ ਓਨਰ ਤੇ ਕੁਝ ਜ਼ਮੀਨ ਤੇ ਉਹਦਾ ਕਬਜ਼ਾ ਹੋ ਜਾਵੇ, ਠੀਕ ਹੈ, ਨਹੀਂ। ਪਰ ਇੱਥੇ ਪਰਮਿਸਿਬਲ ਏਰੀਆ ਵਿੱਚ ਹੈਗਾ ਵੀ ਐਨੀ ਲੈਂਡ ਓਨਰ ਓਨ ਔਰ ਹੋਲਡ, ਓਨਰਸ਼ਿਪ ਦੇ ਵਜੋਂ ਵੀ ਤੇ ਕਬਜ਼ੇ ਦੇ ਵਜੋਂ ਵੀ, ਐਨੀ ਲੈਂਡ ਓਨਰ ਮੌਰਗੇਜ ਵਿਦ ਪੋਜੈਸ਼ਨ, ਚਾਹੇ ਓਨਰ ਹੋਵੇ ਚਾਹੇ ਮੌਰਗੇਜ ਵਿਦ ਪੋਜੈਸ਼ਨ ਹੋਵੇ, ਉਹ ਵੀ ਬੇਸ਼ੱਕ ਜੇ ਕਿਸੇ ਵਿਅਕਤੀ ਨੇ ਕੋਈ ਲੈਂਡ ਰੱਖੀ ਕਬਜ਼ਾ ਲੈ ਕੇ ਕੋਈ ਲੈਂਡ ਪੋਜੈਸ਼ਨ ਮੌਰਗੇਜ ਲਈ ਵੀ ਹੈਗੀ ਹੈ, ਉਹਦੇ ਤੇ ਵੀ ਇਹ ਐਕਟ ਲਾਗੂ ਹੁੰਦਾ ਹੈ। ਉਹ ਵੀ ਇਸ ਪਰਮਿਸਿਬਲ ਏਰੀਆ ਤੋਂ ਬਾਅਦ ਜਿਹੜੀ ਲੈਂਡ ਹੈ, ਜੇ ਮੇ ਵੀ ਉਹ ਮੌਰਗੇਜ ਹੀ, ਤਦ ਵੀ ਉਹ ਵੀ ਰੱਖ ਨਹੀਂ ਸਕਦਾ ਹੈਗਾ। ਕੋਈ ਟੇਨੈਂਟ ਹੈ ਉਹ ਵੀ ਰੱਖ ਨਹੀਂ ਸਕਦਾ। ਜੇ ਕਿਸੇ ਟੇਨੈਂਟ ਨੇ ਟੈਨੈਂਸੀ ਲੈ ਲਈ 50 ਕਿੱਲਿਆਂ ਦੀ, 60 ਕਿੱਲਿਆਂ ਦੀ, 70 ਕਿੱਲਿਆਂ ਦੀ ਕੋਈ ਟੈਨੈਂਸੀ ਲੈ ਲਈ, ਠੀਕ ਹੈ, ਉਹਦੇ ਤੋਂ ਉੱਪਰ ਇਹ ਐਕਟ ਲਾਗੂ ਹੁੰਦਾ, ਉਹਦੇ ਤੋਂ ਵੀ ਜ਼ਮੀਨ ਸਰਪਲਸ ਨਿਕਾਲੀ ਜਾਏਗੀ। ਇਹ ਕੋਈ ਜ਼ਰੂਰੀ ਨਹੀਂ ਹੈਗਾ ਵੀ ਇਕੱਲੇ ਲੈਂਡ ਓਨਰ ਤੋਂ ਜ਼ਮੀਨ ਲੈਣੀ ਹੈ, ਅਸੀਂ ਸਰਪਲਸ ਕਲੀਅਰ ਕਰਨੀ ਹੈ, ਕੋਈ ਮੌਰਗੇਜ ਹੀ ਹੈਗਾ ਉਹਦੇ ਤੋਂ ਵੀ ਲੈ ਸਕਦੇ ਹਾਂ, ਟੇਨੈਂਟ ਹੈਗਾ ਉਹਦੇ ਤੋਂ ਵੀ ਲੈ ਸਕਦੇ ਹਾਂ। ਫਿਰ ਆ ਜਾਂਦੀ ਹੈ ਵੀ ਕਿੰਨੀ ਜ਼ਮੀਨ ਕੋਈ ਰੱਖ ਸਕਦਾ ਹੈ, ਕਿੰਨੀ ਲੈਂਡ ਕੋਈ ਰੱਖ ਸਕਦਾ ਹੈ। ਜਿਹੜਾ ਓਨਰ ਹੈਗਾ, ਮੇ ਵੀ ਟੇਨੈਂਟ ਹੈਗਾ, ਮੇ ਵੀ ਮੌਰਗੇਜ ਹੈਗਾ, ਕਿੰਨੀ ਲੈਂਡ ਰੱਖ ਸਕਦਾ ਹੈ। ਪਰਮਿਸਿਬਲ ਏਰੀਆ ਕੀ ਹੁੰਦਾ ਹੈ? ਜਿਹੜੀ ਲੈਂਡ ਕੋਈ ਸੈਕਸ਼ਨ 4 ਦੀ ਕਲੌਜ਼ 2 ਸਬ ਸੈਕਸ਼ਨ 2 ਅਸ਼ੋਰਡ ਇਰੀਗੇਸ਼ਨ 2 ਕ੍ਰੌਪਸ, ਜਿਹੜੀ ਕੋਈ ਜ਼ਮੀਨ ਹੋਵੇ ਇੱਦਾਂ ਦੀ, ਉਹਦੀ ਇਰੀਗੇਸ਼ਨ ਸੋਰਸਿਸ ਹੈਗਾ ਉਹ ਅਸ਼ੋਰਡ ਹੋਵੇ, 2 ਫਸਲਾਂ ਨੂੰ ਘੱਟੋ ਘੱਟ ਪਾਣੀ ਲੱਗਦਾ ਹੋਵੇ, ਤਾਂ ਐਸੀ ਲੈਂਡ ਜਿਹੜੀ ਫਸਟ ਕੁਆਲਿਟੀ ਲੈਂਡ ਮੰਨੀ ਜਾਂਦੀ ਹੈ, ਠੀਕ ਹੈ। ਤਾਂ ਇਹ ਜਿਹੜੀ ਲੈਂਡ ਹੈਗੀ 7 ਹੈਕਟੇਅਰ ਤੱਕ ਰੱਖੀ ਜਾ ਸਕਦੀ ਹੈ। ਪਹਿਲਾਂ ਤੁਸੀਂ ਪੜ੍ਹਦੇ ਹੋਵੋਗੇ ਕਈ ਵਾਰੀ ਆਮ ਪਿੰਡਾਂ ਦੇ ਵਿੱਚ ਬੋਲਚਾਲ ਦੀ ਭਾਸ਼ਾ 'ਚ ਸੁਣਦੇ ਹਾਂ ਵੀ 30 ਏਕੜ 30 ਸਟੈਂਡਰਡ ਏਕੜ ਜ਼ਮੀਨ, ਉਹ ਜਿਹੜਾ ਸਾਡਾ ਪਿਛਲਾ ਐਕਟ ਸੀਗਾ 1953 ਦਾ ਪੰਜਾਬ ਐਕਟ, ਉਹਦੇ 'ਚ 30 ਸਟੈਂਡਰਡ ਏਕੜ ਰੱਖ ਸਕਦੇ ਸੀਗੇ, ਠੀਕ ਹੈ। ਇਹਦੇ ਵਿੱਚ ਕੀ ਰੱਖ ਸਕਦੇ ਹਾਂ ਅਸੀਂ? 7 ਹੈਕਟਰ ਰੱਖ ਸਕਦੇ ਹਾਂ। 7 ਹੈਕਟਰ ਦਾ ਮਤਲਬ 7 ਗੁਣਾ 2.5 ਕਰ ਦਿਓ। ਆਮ ਤੌਰ ਤੇ ਕੀ ਹੁੰਦਾ, ਇੱਕ ਹੈਕਟਰ ਦੇ 'ਚ 2.5 ਏਕੜ ਹੁੰਦੀ ਹੈ ਜ਼ਮੀਨ, ਮਤਲਬ 17.5 ਕਿੱਲੇ, 17.5 ਏਕੜ ਜ਼ਮੀਨ ਇੱਕ ਜਿਹੜਾ ਵਿਅਕਤੀ ਹੈਗਾ, ਇੱਕ ਫੈਮਿਲੀ ਹੈਗੀ ਆ, ਉਹ ਰੱਖ ਸਕਦੀ ਹੈਗੀ ਹੈ। ਇੱਕ ਯੂਨਿਟ 17.5 ਏਕੜ ਜ਼ਮੀਨ ਫਸਟ ਕੁਆਲਿਟੀ ਲੈਂਡ, ਜਿਹਨੂੰ ਤੋਂ ਘੱਟੋ ਘੱਟ 2 ਫਸਲਾਂ ਹੁੰਦੀਆਂ ਹਨ, ਦੋਵਾਂ ਨੂੰ ਪਾਣੀ ਲੱਗਦਾ ਹੋਵੇ। ਸੈਕੰਡ ਕਲੌਜ਼ ਬੀ 'ਚ ਕੀ ਕਿਹਾ ਗਿਆ? 1 ਕ੍ਰੌਪ, ਇਰੀਗੇਸ਼ਨ ਸਿਰਫ ਇੱਕ ਫਸਲ ਨੂੰ ਲੱਗਦਾ ਹੋਵੇ, ਠੀਕ ਹੈ। ਪਾਣੀ ਦਾ ਸਾਧਨ ਸਿਰਫ ਇੱਕ ਫਸਲ ਨੂੰ ਲੱਗਦਾ, ਚਾਹੇ ਸਾਉਣੀ 'ਚ ਲੱਗਦਾ ਹੋਵੇ ਚਾਹੇ ਹਾੜੀ 'ਚ ਲੱਗਦਾ ਹੋਵੇ, ਯਾਨੀ ਕਿ ਪਾਣੀ ਦੇ ਸੋਰਸਿਸ ਇੰਨੇ ਘੱਟ ਹੋਣ ਤੇ ਜਿਹੜੀ ਸਿੰਚਾਈ ਹੈਗੀ ਆ ਉਹ ਸਿਰਫ ਇੱਕ ਫਸਲ ਤੱਕ ਹੀ ਲਿਮਟਿਡ ਹੋਵੇ, ਇੱਕ ਫਸਲ ਹੀ ਦਿੰਦੀ ਹੋਵੇ ਜ਼ਮੀਨ, ਤਾਂ ਉਹ ਜਿਹੜੀ ਲੈਂਡ ਹੈਗੀ ਆ 11 ਹੈਕਟਰ ਤੱਕ ਰੱਖੀ ਜਾ ਸਕਦੀ ਹੈ। 11 ਹੈਕਟਰ ਜ਼ਮੀਨ ਰੱਖੀ ਜਾ ਸਕਦੀ ਹੈ, ਠੀਕ ਹੈ। 11 ਹੈਕਟਰ ਦਾ ਮਤਲਬ 27.5 ਏਕੜ, 27.5 ਏਕੜ। ਜੇਕਰ ਜ਼ਮੀਨ ਬਰਾਨੀ ਹੋਵੇ ਤਾਂ ਜਿਹੜੀ ਜ਼ਮੀਨ ਇਹ ਕਿੰਨੀ ਰੱਖੀ ਜਾ ਸਕਦੀ ਹੈ? ਇਹਦੀ ਪਰਮਿਸਿਬਲ ਏਰੀਆ ਮੰਨ ਜਾਂਦਾ 20.5 ਹੈਕਟਰ। 20.5 ਹੈਕਟਰ ਨੂੰ 2.5 ਨਾਲ ਗੁਣਾ ਕਰ ਦਿਓ, ਯਾਨੀ ਕਿ 50 ਏਕੜ ਦੇ ਕਰੀਬ ਜ਼ਮੀਨ ਰੱਖੀ ਜਾ ਸਕਦੀ ਹੈ ਜੇਕਰ ਜ਼ਮੀਨ ਬਰਾਨੀ ਹੋਵੇ ਤਾਂ। ਫਿਰ ਹੈਗਾ ਡੀ ਕਲੌਜ਼ ਦੇ ਵਿੱਚ ਹੈ ਅਦਰ ਕਲਾਸਿਸ ਇਨਕਮਿੰਗ। ਕਈ ਵਾਰੀ ਕੋਈ ਹੁੰਦਾ ਬੰਜਰ ਜ਼ਮੀਨ ਹੁੰਦੀ ਹੈ ਤੇ ਨਾਲ ਹੀ ਕੁਝ ਹੋਰ ਜ਼ਮੀਨਾਂ ਹੁੰਦੀਆਂ ਨੇ, ਠੀਕ ਹੈ, ਵਿਦ ਰੈਫਰੈਂਸ 1.8 ਹੈਕਟਰ ਰੱਖੀ ਜਾ ਸਕਦੀ ਹੈ। ਹੋਰ ਘਟੀਆ ਕੁਆਲਿਟੀ ਦੀਆਂ ਜ਼ਮੀਨਾਂ ਹੁੰਦੀਆਂ ਨੇ, ਠੀਕ ਹੈ, ਬਰਾਨੀ ਤੋਂ ਵੀ ਹੋਰ ਘਟੀਆ ਕੁਆਲਿਟੀ ਦੀਆਂ ਕੁਝ ਲੈਂਡਸ ਹੁੰਦੀਆਂ ਨੇ, ਠੀਕ ਹੈ। ਤਾਂ ਕੀ ਹੈਗਾ, ਤਾਂ ਉਹ ਜਿਹੜੀਆਂ ਲੈਂਡਸ ਨੇ ਟੋਟਲ ਮਿਲਾ ਕੇ ਸਾਰੀਆਂ 21.8 ਹੈਕਟਰ ਤੱਕ ਜ਼ਮੀਨ ਉਹ ਰੱਖੀ ਜਾ ਸਕਦੀ ਹੈ। ਦੈਨ ਪ੍ਰੋਵਾਈਡਡ ਲੈਂਡ 2 or more ਕਲਾਸਿਸ, ਜੇ 2 ਕਲਾਸਿਸ ਦੀ ਕੋਈ ਲੈਂਡ ਹੈਗੀ ਹੈ, ਆਪਾਂ ਉੱਪਰ ਵੀ ਗੱਲ ਕਰ ਚੁੱਕੇ ਹਾਂ, ਉਹਦੀ ਰਿਲੇਟਿਵ ਵੈਲਿਊ ਨਿਕਾਲੀ ਜਾਏਗੀ, ਠੀਕ ਹੈ। ਰਿਲੇਟਿਵ ਵੈਲਿਊ ਨਿਕਾਲ ਕੇ the permissible area shall be on the basis of the relative value of the land but does not exceed 21.8। ਪਰ 21.8 ਦੀ ਇੱਕ ਲਿਮਟ ਆ ਗਈ, 21.8 ਤੋਂ ਵੱਧ ਨਹੀਂ ਅਸੀਂ ਰੱਖ ਸਕਦੇ। ਅਦਰਵਾਈਜ਼ ਜੇਕਰ 2 ਕੁਆਲਿਟੀ ਦੀ ਲੈਂਡ ਹੈ, ਕੋਈ ਚਾਹੀ ਹੈ ਕੋਈ ਬਰਾਨੀ ਹੈ, ਠੀਕ ਹੈ, ਕਿਸੇ ਜ਼ਮੀਨ ਨੂੰ ਇੱਕ ਪਾਣੀ ਲੱਗਦਾ ਹੈਗਾ, ਤਾਂ ਉਹਦੀ ਵੈਲਿਊ ਕੱਢ ਕੇ
ठीक है, जिन्नी बनती है और रख सकते हैं ਅਸੀਂ, पर मैक्सिमम 21.8 ਹੈਕਟਰ तक 21.8 ਹੈਕਟਰ तक रख सकते हैं, ਵੱਧ नहीं रख सकते। ਹੁਣ ਫੈਮਿਲੀ ਮੈਂਬਰ ਨੂੰ ਅੱਗੇ ਫਿਰ ਮਤਲਬ ਕਿ ਉਹ ਕੀਤਾ ਹੈਗਾ, ਜੇ ਕੋਈ ਫੈਮਿਲੀ ਹੈ ਤਾਂ ਉਹ ਕਿੰਨੀ ਲੈਂਡ ਰੱਖ ਸਕਦੀ ਹੈ, ਉਹਦਾ ਪਰਮਿਸਿਬਲ ਏਰੀਆ ਕਿੰਨਾ ਹੁੰਦਾ ਹੈ। ਫੈਮਿਲੀ ਮੈਂਬਰ ਐਕਸੀਡਸ 5, ਜੇਕਰ ਫੈਮਿਲੀ ਦੇ ਕੁਝ ਮੈਂਬਰ ਨੇ 5 ਤੋਂ ਜ਼ਿਆਦਾ ਵੱਧ ਜਾਂਦੇ ਨੇ, ਯਾਨੀ ਕਿ ਹਸਬੈਂਡ ਵਾਈਫ 2 ਜਣੇ ਹੋ ਗਏ ਤੇ 3 ਮਾਈਨਰ ਬੱਚੇ ਹੋ ਗਏ, ਠੀਕ ਹੈ। ਪਰ ਜੇ ਮਾਈਨਰ ਬੱਚੇ 3 ਦੀ ਜਾਏ 4 ਆ ਜਾਂਦੇ ਨੇ ਤਾਂ ਕੀ ਹੋਏਗਾ, ਉੱਥੇ ਥੋੜੀ ਰਿਲੈਕਸੇਸ਼ਨ ਦਿੱਤੀ ਗਈ ਹੈ। ਪਰਮਿਸਿਬਲ ਏਰੀਆ ਫਿਰ ਉੱਥੇ ਜਿਹੜਾ ਹੈਗਾ ਉਹ ਥੋੜਾ ਇਨਕਰੀਜ਼ ਹੋ ਜਾਂਦਾ ਹੈ। ਕਿੰਨਾ ਇਨਕਰੀਜ਼ ਹੋ ਜਾਂਦਾ ਹੈ, ਇੱਕ ਮੈਂਬਰ ਜੇ ਵੱਧ ਜਾਂਦਾ ਤਾਂ 1/5 ਪਰਮਿਸਿਬਲ ਏਰੀਆ ਆਲਸੋ ਇਨਕਰੀਜ਼ 1/5 ਫॉर 1 ਮੈਂਬਰ। ਪਰ ਇਹ ਇਦਾਂ ਹੈ ਵੀ ਇਹ ਮੈਕਸਿਮਮ 3 ਮੈਂਬਰਾਂ ਤੱਕ ਹੀ ਵੱਧ ਸਕਦਾ ਹੈਗਾ। ਦੂਜੇ ਜੇ ਮੈਂਬਰ ਮਤਲਬ ਕਿ ਹਸਬੈਂਡ ਵਾਈਫ ਤੇ 3 ਬੱਚੇ ਕਿੰਨੇ ਹੋ ਗਏ, 5 ਮੈਂਬਰ ਹੋ ਗਏ, ਠੀਕ ਹੈ। 8 ਮੈਂਬਰਾਂ ਤੱਕ ਹੀ ਮੈਕਸਿਮਮ ਇਹ 1/5 ਦੀ ਜਿਹੜੀ ਲਿਮਟ ਹੈਗੀ ਵੱਧ ਸਕਦੀ ਹੈ। 8 ਤੋਂ ਵੱਧ ਬੱਚੇ ਜੇ ਹੋਣ ਤਾਂ ਫਿਰ ਜਿਹੜੀ ਲਿਮਟ ਹੈ 1/5 ਜਿਹੜਾ ਹੈਗਾ ਪਰਮਿਸਿਬਲ ਏਰੀਆ ਇਨਕਰੀਜ਼ ਨਹੀਂ ਕੀਤਾ ਜਾ ਸਕਦਾ। 3 ਬੱਚੇ ਜੇ ਵੱਧ ਜਾਂਦੇ ਆ ਤਦ ਹੀ ਇਨਕਰੀਜ਼ ਕੀਤਾ ਜਾ ਸਕਦਾ, 3 ਤੱਕ ਇਨਕਰੀਜ਼ 1/5 ਠੀਕ ਹੈ, ਇਨਕਰੀਜ਼ ਕੀਤਾ ਜਾ ਸਕਦਾ। ਜਿੰਨੀ ਪਰਮਿਸਿਬਲ ਲਿਮਟ ਹੈਗੀ ਹੈ ਉਹਦਾ 5ਵਾਂ ਹਿੱਸਾ ਇੱਕ ਬੱਚੇ ਦੇ ਲਈ, ਇੱਕ ਮੈਂਬਰ ਦੇ ਲਈ ਜੇ ਇਨਕਰੀਜ਼ ਬੱਚੇ ਹੋ ਜਾਣ, 5 ਤੋਂ ਜ਼ਿਆਦਾ ਇਨਕਰੀਜ਼ ਹੋ ਜਾਣ। ਐਕਸਕਿਊਜ਼ ਮੀ ਸਰ, ਹਾਂਜੀ ਸਰ ਜਿਹੜਾ ਪਰਮਿਸਿਬਲ ਏਰੀਆ ਇਹ ਇੱਕ ਫੈਮਿਲੀ ਵਾਸਤੇ ਹੈ, ਇੱਕ ਫੈਮਿਲੀ ਦੇ ਲਈ, ਜਿਹੜੀ ਫੈਮਿਲੀ ਦੀ ਆਪਾਂ ਗੱਲ ਮਤਲਬ ਕਰਦੇ ਫੈਮਿਲੀ ਹਾਂ। ਕੰਸਿਸਟਿੰਗ ਆਫ 5। ਹਾਂ, ਇੱਕ ਫੈਮਿਲੀ ਦੇ ਵਿੱਚ ਹਸਬੈਂਡ ਵਾਈਫ ਤੇ 3 ਬੱਚੇ ਮਾਈਨਰ। ਠੀਕ ਹੈ ਮਾਈਨਰ ਜੇ 3 ਬੱਚੇ ਦੀ ਥਾਂ ਤੇ ਬੱਚੇ 4 ਹੋ ਜਾਂਦੇ ਨੇ ਤਾਂ 1/5 ਪਰਮਿਸਿਬਲ ਏਰੀਆ ਵੱਧ ਜਾਂਦਾ ਹੈ। ਜੇ ਬੱਚੇ 5 ਹੋ ਜਾਂਦੇ ਨੇ ਫਿਰ 1/5 ਵੱਧ ਜਾਂਦਾ ਹੈ। ਜੇ 6 ਹੋ ਜਾਂਦੇ ਨੇ ਬੱਚੇ ਫਿਰ 1/5 ਵੱਧ ਜਾਂਦਾ। ਜੇ 7 ਹੋ ਜਾਂਦੇ ਫਿਰ ਨਹੀਂ ਵੱਧਦਾ ਹੈਗਾ। ਜਿਵੇਂ ਆਫਟਰ ਮੈਕਸਿਮਮ 3 ਮੈਂਬਰਸ ਤੱਕ ਜਿਹੜਾ ਪਰਮਿਸਿਬਲ ਏਰੀਆ ਹੈ ਉਹ ਇਨਕਰੀਜ਼ ਹੋ ਸਕਦਾ ਹੈ ਬਾਈ 1/5। ਸਰ, ਥੈਂਕ ਯੂ ਸਰ। Okay. Any land orchard on appointed day treated as brani। ਅੱਗੇ ਸਬਸੈਕਸ਼ਨ 3 ਹੈਗੀ ਹੈ, ਜੇ ਕੋਈ ਬਾਗ ਬਗੀਚਾ ਲੱਗਿਆ ਹੋਇਆ ਹੈਗਾ ਅਪਾਇੰਟਡ ਡੇ ਨੂੰ 24/1971 ਨੂੰ, ਜੇ ਕੋਈ ਬਾਗ ਵਗੈਰਾ ਲੱਗਿਆ ਹੋਇਆ ਹੈਗਾ ਉਸ ਬਾਗ ਨੂੰ ਅਸੀਂ ਬਰਾਨੀ ਲੈਂਡ ਦੇ ਵਿੱਚ ਟ੍ਰੀਟ ਕਰਦੇ ਹਾਂ, ਠੀਕ ਹੈ ਜੀ। ਕਦੀ ਤੁਸੀਂ ਸੁਣਿਆ ਹੋਏਗਾ ਆਮ ਤੌਰ ਤੇ ਕੁਝ ਲੋਕ ਆਪਣੀ ਜ਼ਮੀਨ ਨੂੰ ਸਰਪਲਸ ਬਚਾਉਣ ਤੋਂ ਖਾਤਰ ਤਾਂ ਬਾਗ ਲਗਾਉਂਦੇ ਆ। ਆਮ ਪਿੰਡਾਂ ਵਿੱਚ ਇਹ ਆਵਾਜ਼ ਤੁਸੀਂ ਸੁਣਨ ਨੂੰ ਮਿਲੀ ਹੋਏਗੀ। ਵੱਡੇ ਲੋਕ ਜਿਹੜੇ ਹੈਗੇ ਜਿਨ੍ਹਾਂ ਕੋਲ ਕਾਫੀ ਵੱਡੇ ਚੰਕ ਆਫ ਲੈਂਡ ਹੈਗੀ ਹੈ ਉਹ ਬਾਗ ਲਗਵਾਉਂਦੇ ਆ ਆਪਣੀਆਂ ਜ਼ਮੀਨਾਂ ਦੇ ਵਿੱਚ। ਇਹ ਕਿਉਂ ਲਗਾਇਆ ਜਾਂਦਾ ਹੈ, ਆਹ ਦੇਖੋ ਤੁਹਾਡੇ ਸਾਹਮਣੇ ਦਿਖ ਰਿਹਾ ਹੋ, ਸਬਸੈਕਸ਼ਨ 3 ਹੈਗਾ, ਇਹਦੇ ਵਿੱਚ ਕਿਹਾ ਐਨੀ ਲੈਂਡ ਆਰਚਰਡ ਔਨ ਅਪਾਇੰਟਡ ਡੇ। ਪਰ ਦੇਖੋ ਜੇ ਹੁਣ ਅਸੀਂ 24/1971 ਤੋਂ ਬਾਅਦ ਬਾਗ ਲਗਾਉਂਦੇ ਹਾਂ ਤਾਂ ਉਹਦੀ ਕੋਈ ਵੈਲਿਊ ਨਹੀਂ ਹੈਗੀ ਹੈ, ਠੀਕ ਹੈ ਜੀ। ਲਾਅ ਦੇ ਵਿੱਚ ਇਹੀ ਹੈ ਵੀ ਜੇ 24/1971 ਨੂੰ ਅਪਾਇੰਟਡ ਡੇ ਨੂੰ ਤੁਹਾਡਾ ਬਾਗ ਲੱਗਿਆ ਹੋਇਆ ਹੈ ਤਾਂ ਤੁਸੀਂ ਉਸ ਆਪਦੇ ਬਾਗ ਦੀ ਜਿਹੜੀ ਵੈਲਿਊ ਹੈਗੀ ਹੈ ਬਰਾਨੀ ਦੇ ਵਿੱਚ ਕਾਊਂਟ ਕਰਵਾ ਸਕਦੇ ਹੋ। ਬਰਾਨੀ ਦਾ ਮਤਲਬ ਹੈਗਾ 20.5 ਹੈਕਟਰ ਜ਼ਮੀਨ ਰੱਖ ਸਕਦਾ ਹੈ ਕੋਈ। ਨੈਕਸਟ ਕਲੈਰੀਫਿਕੇਸ਼ਨ ਹੋ ਰਹੀ ਹੈ ਸਬਸੈਕਸ਼ਨ 4 ਦੇ ਵਿੱਚ, ਮੈਂਬਰ ਆਫ ਕੋਆਪਰੇਟਿਵ ਫਾਰਮਿੰਗ ਸੁਸਾਇਟੀ। ਕੋਈ ਵਿਅਕਤੀ ਹੈਗਾ ਜੇ ਕੋਆਪਰੇਟਿਵ ਫਾਰਮਿੰਗ ਸੁਸਾਇਟੀ ਦਾ ਕੋਈ ਮੈਂਬਰ ਹੈ, ਠੀਕ ਹੈ, ਤਾਂ ਉਹਦੇ 'ਚ ਜਿੰਨਾ ਉਹਦਾ ਸ਼ੇਅਰ ਹੈਗਾ ਉਹਨਾਂ ਸ਼ੇਅਰ ਨਿਕਾਲ ਕੇ ਜਿਹੜੀ ਉਹਦੀ ਇੰਡੀਵਿਜੂਅਲ ਲੈਂਡ ਹੈਗੀ ਆ ਉਹਦੇ 'ਚ ਜੋੜਿਆ ਜਾਏਗਾ। ਦੋਨਾਂ ਨੂੰ ਜੋੜ ਕੇ ਉਹਦਾ ਪਰਮਿਸਿਬਲ ਏਰੀਆ ਦੇਖਿਆ ਜਾਏਗਾ, ਕਿੰਨੀ ਸਰਪਲਸ ਬਣਦੀ ਹੈ ਜਾਂ ਨਹੀਂ ਬਣਦੀ ਇਹ ਦੇਖਿਆ ਜਾਏਗਾ। ਮਤਲਬ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਫਾਰਮਿੰਗ ਦੇ ਵਿੱਚ ਕੋਆਪਰੇਟਿਵ ਫਾਰਮਿੰਗ ਸੁਸਾਇਟੀ ਜੇ ਉਹ ਮੈਂਬਰਸ਼ਿਪ ਉਹਦੀ ਹੈਗੀ ਹੈ, ਮੇਬੀ ਉੱਥੋਂ ਉਹਨੂੰ 2 ਕਿੱਲੇ ਜ਼ਮੀਨ ਆਉਂਦੀ ਹੈ ਜਾਂ 3 ਕਿੱਲੇ ਜ਼ਮੀਨ ਆਉਂਦੀ ਹੈ ਤਾਂ ਉਹਦੀ ਇੰਡੀਵਿਜੂਅਲ ਜਿਹੜੀ ਜ਼ਮੀਨ ਹੈਗੀ ਹੈ ਉਹਦੇ ਵਿੱਚ ਉਹ ਕਾਊਂਟ ਕੀਤੀ ਜਾਏਗੀ। ਇਸੇ ਤਰੀਕੇ ਸ਼ੇਅਰ ਵਿਲ ਬੀ ਟੇਕਨ ਇਨਟੂ ਅਕਾਊਂਟ। ਇਸੇ ਤਰੀਕੇ ਜਿਹੜੀ ਕੋਈ ਫੈਮਿਲੀ ਮੈਂਬਰ ਦੇ ਵਿੱਚ ਕੋਈ ਜੁਆਇੰਟ ਫੈਮਿਲੀ ਦੀ ਪ੍ਰਾਪਰਟੀ ਹੈਗੀ ਹੈ, ਕੁਛ ਪ੍ਰਾਪਰਟੀ ਉਹਦੀ ਇੰਡੀਵਿਜੂਅਲ ਹੈਗੀ ਹੈ ਕਿਸੇ ਵਿਅਕਤੀ ਦੀ, ਕੁਛ ਜੁਆਇੰਟ ਫੈਮਿਲੀ 'ਚ ਪੈਂਦੀ ਹੈ, ਜੁਆਇੰਟ ਫੈਮਿਲੀ 'ਚ ਉਹਦਾ ਕਿੰਨਾ ਸ਼ੇਅਰ ਹੈ ਉਹ ਵੀ ਸ਼ੇਅਰ ਨਿਕਾਲ ਕੇ, ਠੀਕ ਹੈ, ਉਹਦੇ ਇੰਡੀਵਿਜੂਅਲ ਦੇ ਵਿੱਚ ਜੋੜ ਕੇ ਕਾਊਂਟ ਕੀਤਾ ਜਾਏਗਾ। ਫਿਰ ਆ ਜਾਂਦੀ ਹੈ ਸਬਸੈਕਸ਼ਨ 5 ਦੇ ਵਿੱਚ, ਐਨੀ ਲੈਂਡ ਟ੍ਰਾਂਸਫਰ ਬਾਈ ਸੇਲ, ਗਿਫਟ ਔਰ ਅਦਰਵਾਈਜ਼ ਅਦਰ ਦੈਨ ਬੋਨਾਫਾਈਡ। ਬੋਨਾਫਾਈਡ ਤੋਂ ਬਿਨਾਂ ਮੈਲਾਫਾਈਡ ਟੈਂਸ਼ਨ ਦੇ ਨਾਲ ਜੇ ਕੋਈ ਲੈਂਡ ਟ੍ਰਾਂਸਫਰ ਕੀਤੀ ਗਈ ਹੈ, ਬਾਈ ਸੇਲ ਕੀਤੀ ਗਈ ਹੈ, ਬਾਈ ਗਿਫਟ ਕੀਤੀ ਗਈ ਹੈ ਔਰ ਬਾਈ ਮੌਰਗੇਜ ਕੀਤੀ ਗਈ ਹੈ, ਕਿਸੇ ਵੀ ਤਰੀਕੇ ਨਾਲ ਕੀਤੀ ਗਈ ਹੈ ਆਫਟਰ 24/1971, ਯਾਨੀ ਕਿ ਅਪਾਇੰਟਡ ਡੇ ਆਪਣਾ ਸੀ 24/1971, 24/1971 ਤੋਂ ਬਾਅਦ, ਠੀਕ ਹੈ। ਜੇ ਕੋਈ ਲੈਂਡ ਟ੍ਰਾਂਸਫਰ ਕੀਤਾ ਕਿਸੇ ਵਿਅਕਤੀ ਨੇ, ਸ਼ੈਲ ਬੀ ਟੇਕਨ ਇਨਟੂ ਅਕਾਊਂਟ ਐਜ਼ ਸੱਚ ਲੈਂਡ ਹੈਡ ਨਾਟ ਬੀਨ ਟ੍ਰਾਂਸਫਰਡ। ਉਹ ਮਤਲਬ ਕਿ ਉਹ ਵਾਈਡ ਟ੍ਰਾਂਸਫਰ ਗਿਣੀ ਜਾਏਗੀ ਤਾਂ ਉਸ ਨੂੰ ਉਹ ਟ੍ਰਾਂਸਫਰ ਕੀਤੀ ਹੋਈ ਲੈਂਡ ਨੂੰ ਉਹਦੇ ਸਰਪਲਸ ਉਹਦੇ ਜਿਹੜੀ ਹੈਗੀ ਹੈ ਪਰਮਿਸਿਬਲ ਏਰੀਆ ਦੇ ਵਿੱਚ ਕਾਊਂਟ ਕੀਤਾ ਜਾਵੇਗਾ। ਮਤਲਬ ਕਿ ਇਹ ਸਮਝਿਆ ਜਾਏਗਾ ਵੀ ਇਸ ਨੇ ਕੋਈ ਲੈਂਡ ਟ੍ਰਾਂਸਫਰ ਨਹੀਂ ਕੀਤੀ, ਉਹ ਜਿਹੜੀ ਟ੍ਰਾਂਸਫਰ ਹੈ ਵਾਈਡ ਮੰਨੀ ਜਾਏਗੀ 24/1971 ਤੋਂ ਬਾਅਦ। ਬਟ
मतलब कि ਇਹ ਸਾਬਤ ਕਰਨਾ ਹੋਏਗਾ ਉਸਨੂੰ ਵੀ ਇਹ ਜਿਹੜੀ ਲੈਂਡ ਮੈਂ ਟ੍ਰਾਂਸਫਰ ਕੀਤੀ ਹੈ ਵਿਦਆਊਟ ਐਨੀ ਮੈਲਾਫਾਈਡ ਟੈਂਸ਼ਨ ਕੀਤੀ ਹੈ। ਜੇਕਰ ਕੋਈ ਬੋਨਾਫਾਈਡ ਟੈਂਸ਼ਨ, ਜੇ ਕੋਈ ਬੋਨਾਫਾਈਡ ਟ੍ਰਾਂਸਫਰ ਹੈਗੀ ਹੈ ਤਾਂ ਉਹਨੂੰ ਛੱਡ ਦਿੱਤਾ ਜਾਵੇਗਾ, ਰਿਲੈਕਸ ਕੀਤਾ ਜਾਵੇਗਾ। ਫਿਰ ਹੈਗਾ ਕਲੌਜ਼ ਸਬਸੈਕਸ਼ਨ 6 ਦੇ ਵਿੱਚ ਫਾਰ ਦਾ ਵੈਲਿਊਏਸ਼ਨ 1 ਹੈਕਟਰ ਬਰਾਨੀ। ਜੇ ਕੋਈ 1 ਹੈਕਟਰ ਬਰਾਨੀ ਹੈ ਤਾਂ ਉਹ ਸਵਾ ਹੈਕਟਰ ਬੰਜਰ ਦੇ ਬਰਾਬਰ ਕਾਊਂਟ ਹੁੰਦੀ ਹੈ। 1 ਹੈਕਟਰ ਜਿਹੜੀ ਬਰਾਨੀ ਲੈਂਡ ਹੈਗੀ ਹੈ ਉਹ 1/4 ਹੈਕਟਰ ਬੰਜਰ ਲੈਂਡ ਦੇ ਬਰਾਬਰ ਕਾਊਂਟ ਹੁੰਦੀ ਹੈ। ਇਹ ਬੰਜਰ ਲੈਂਡ ਹੈ, ਠੀਕ ਹੈ ਜੀ। ਆਪਾਂ ਇਹ ਬਰਾਨੀ ਦੀ ਪਰਿਭਾਸ਼ਾ ਦਿੱਤੀ ਹੈ 20.5 ਹੈਕਟਰ ਰੱਖ ਸਕਦੇ ਹਾਂ, ਤੇ ਬੰਜਰ ਲੈਂਡ ਹੈ ਸਵਾ ਏਕੜ ਬਰਾਬਰ ਹੈ 1 ਹੈਕਟਰ ਬਰਾਬਰ ਹੈ ਸਵਾ ਹੈਕਟਰ। For the valuation of under this act, the land owned by him, subsection 7 ਦੇ ਵਿੱਚ ਕੀ ਹੈਗਾ? The land owned by him before the commencement of this act, plus as well as the land acquired by after the commencement of this act by inheritance or gift, etc., as here shall be evaluated as evaluation is being made on appointed day। 24/371 ਤੋਂ ਪਹਿਲਾਂ ਜੇ ਕੋਈ ਲੈਂਡ ਕਿਸੇ ਲੈਂਡ ਓਨਰ ਕੋਲੇ ਹੈਗੀ ਹੈ ਜਾਂ ਫਿਰ ਲੈਂਡ ਅਕਵਾਇਰਡ ਬਾय ਦਾ ਉਸ ਲੈਂਡ ਓਨਰ ਵੱਲੋਂ ਕੋਈ ਲੈਂਡ ਅਕਵਾਇਰ ਕੀਤੀ ਗਈ ਹੈ ਆਫਟਰ ਦਾ ਕਮੈਂਸਮੈਂਟ ਆਫ ਦਿਸ ਬਾय ਇਨਹੈਰੀਟੈਂਸ or by gift, etc., as here shall be evaluated as the evaluation is being made on appointed day। appointed day ਨੂੰ ਦੇ ਮੁਤਾਬਕ ਉਹ ਕਾਊਂਟ ਕੀਤੀ ਜਾਵੇਗੀ। if the land acquired after the commencement in any other manner will be evaluated as if evaluation is being made on the date of such acquisition। ਜੇ ਜਿਹੜਾ ਐਕਟ ਹੈ ਇਹ ਲਾਗੂ ਹੋ ਗਿਆ, ਇਸ ਤੋਂ ਬਾਅਦ ਕੋਈ ਵਿਅਕਤੀ ਜ਼ਮੀਨ ਅਕਵਾਇਰ ਕਰਦਾ ਕਿਸੇ ਵੀ ਤਰੀਕੇ ਦੇ ਨਾਲ, ਤਾਂ ਜਿਸ ਡੇਟ ਨੂੰ ਜ਼ਮੀਨ ਉਹਨੇ ਅਕਵਾਇਰ ਕੀਤੀ ਹੈ ਉਸ ਡੇਟ ਨੂੰ ਜਿਹੜੀ ਹੈਗੀ ਹੈ ਪਰਮਿਸਿਬਲ ਏਰੀਆ ਕਾਊਂਟ ਕੀਤਾ ਜਾਵੇਗਾ। ਸਰਪਲਸ ਏਰੀਆ ਤੇ ਪਰਮਿਸਿਬਲ ਏਰੀਆ ਉਸ ਡੇਟ ਨੂੰ ਕਾਊਂਟ ਕੀਤਾ ਜਾਵੇਗਾ। ਨੈਕਸਟ ਹੈਗਾ ਸੈਕਸ਼ਨ 5, ਸਿਲੈਕਸ਼ਨ ਆਫ ਪਰਮਿਸਿਬਲ ਏਰੀਆ ਐਂਡ ਫਿਨਿਸ਼ਿੰਗ ਆਫ ਡਿਕਲੇਰੇਸ਼ਨ। ਕੋਈ ਲੈਂਡ ਓਨਰ ਹੈਗਾ, ਠੀਕ ਹੈ, ਉਹਨੇ ਆਪਦਾ ਜਿਹੜਾ ਪਰਮਿਸਿਬਲ ਏਰੀਆ ਕਿਹੜਾ ਉਹਨੇ ਰੱਖਣਾ ਆਪਣੇ ਪਾਸ, ਉਹਦੀ ਸਿਲੈਕਸ਼ਨ ਕਰਨੀ ਹੁੰਦੀ ਹੈ, ਠੀਕ ਹੈ। ਸਿਲੈਕਸ਼ਨ ਕਰਨੀ ਹੁੰਦੀ ਹੈ ਤੇ ਨਾਲ ਹੀ ਇਹ ਡਿਕਲੇਰੇਸ਼ਨ ਦੇਣੀ ਹੁੰਦੀ ਹੈ ਵੀ ਕਿਹੜਾ ਏਰੀਆ ਮੈਂ ਆਪਦਾ ਸਰਪਲਸ ਡਿਕਲੇਅਰ ਕਰਵਾਉਣਾ ਹੈ। ਉਹਨੇ ਇੱਕ ਡਿਕਲੇਰੇਸ਼ਨ ਫਾਰਮ ਭਰ ਕੇ ਦੇਣਾ ਹੁੰਦਾ ਹੈ। ਐਵਰੀ ਪਰਸਨ ਔਨ ਦਾ ਅਪਾਇੰਟਡ ਡੇ ਔਰ ਐਟ ਐਨੀ ਟਾਈਮ ਆਫਟਰ these after owns or holds land as owner, ਚਾਹੇ ਓਨਰ ਹੋਵੇ, ਚਾਹੇ ਟੈਨੈਂਟ ਹੋਵੇ, ਚਾਹੇ ਮੌਰਗੇਜੀ ਹੋਵੇ, ਵਿਦ ਪੋਜੈਸ਼ਨ ਹੋਵੇ, ਚਾਹੇ ਕੁਝ ਪਾਰਟ ਕੁਝ ਮੌਰਗੇਜੀ ਹੋਵੇ ਕੁਝ ਓਨਰ ਹੋਵੇ, ਠੀਕ ਹੈ। ਇਨ ਐਕਸੈਸ ਆਫ ਦਾ ਪਰਮਿਸਿਬਲ ਏਰੀਆ, ਜੇ ਉਹਦੇ ਕੋਲ ਕੋਈ ਜ਼ਮੀਨ ਜਾਂਦੀ ਹੈ ਪਰਮਿਸਿਬਲ ਏਰੀਆ ਤੋਂ, ਸ਼ੈਲ ਸਿਲੈਕਟ ਦਾ ਹਿਸ ਪਰਮਿਸਿਬਲ ਏਰੀਆ, ਤਾਂ ਆਪਦਾ ਪਰਮਿਸਿਬਲ ਏਰੀਆ ਸਿਲੈਕਟ ਕਰੇਗਾ ਵਿਦ ਡਿਕਲੇਰੇਸ਼ਨ, ਨਾਲ ਡਿਕਲੇਰੇਸ਼ਨ ਭਰ ਕੇ ਦੇਗਾ, ਠੀਕ ਹੈ। ਪਰ ਜੇਕਰ ਉਹਦਾ ਕੋਈ ਅਡਲਟ ਸਨ ਹੈਗਾ, ਜੇ ਕੋਈ ਅਡਲਟ ਸਨ ਹੈਗਾ ਉਹਦੇ ਕੋਲ ਵੀ ਇੱਕ ਯੂਨਿਟ ਰੱਖਣ ਦਾ ਅਖਤਿਆਰ ਹੈਗਾ, ਫਿਰ ਅਡਲਟ ਸਨ ਵੱਲੋਂ ਆਪਦੀ ਵੱਖਰੇ ਤੌਰ ਤੇ ਜਿਹੜੀ ਪਰਮਿਸਿਬਲ ਏਰੀਆ ਦੀ ਜਿਹੜੀ ਡਿਕਲੇਰੇਸ਼ਨ ਹੈ ਉਹ ਦੇਣੀ ਪਏਗੀ। ਉਹ ਵੀ ਇੱਕ ਯੂਨਿਟ ਵੱਖਰੇ ਤੌਰ ਤੇ ਰੱਖ ਸਕਦਾ ਹੈਗਾ ਆਪਣੀ ਫੈਮਿਲੀ ਤੋਂ ਇਲਾਵਾ। adult son if any also select permissible area। next ਹੈਗਾ subsection 2, in making selection shall include first, selection ਕਿਵੇਂ ਕਰਨੀ ਹੈ, ਕਿਸੇ ਲੈਂਡ ਓਨਰ ਨੇ ਕਿਵੇਂ ਸਿਲੈਕਸ਼ਨ ਕਰਨੀ ਹੈ, ਕਿਹੜੀ ਜ਼ਮੀਨ ਉਹ ਆਪਦੇ ਕੋਲ ਰੱਖੇਗਾ, ਠੀਕ ਹੈ। ਸਭ ਤੋਂ ਪਹਿਲਾਂ ਤਾਂ ਇਹ ਹੈਗਾ ਵੀ ਫਸਟ ਲੈਂਡ ਮੌਰਗੇਜ ਵਿਦ ਪੋਜੈਸ਼ਨ, ਜਿਹੜੀ ਉਸਨੇ ਲੈਂਡ ਜਿਹੜੀ ਮੌਰਗੇਜ ਵਿਦ ਪੋਜੈਸ਼ਨ ਦਿੱਤੀ ਵੀ ਹੈ ਕਿਸੇ ਵਿਅਕਤੀ ਨੂੰ, ਠੀਕ ਹੈ, ਉਹਨੂੰ ਉਹ ਆਪਦੇ ਪਾਸ ਰੱਖਣੀ ਪਏਗੀ ਪਹਿਲਾਂ। ਜੇ ਉਹਦੀ ਜਿਹੜੀ ਪਰਮਿਸਿਬਲ ਲਿਮਿਟ ਪੂਰੀ ਹੋ ਜਾਂਦੀ ਹੈ, ਠੀਕ ਹੈ, ਤਾਂ ਉਹ ਇਸ ਤੋਂ ਹੀ ਪੂਰੀ ਕਰ ਲਈ ਜਾਏਗੀ ਲੈਂਡ ਜਿਹੜੀ ਮੌਰਗੇਜ ਕੀਤੀ ਹੈ ਵਿਦ ਪੋਜੈਸ਼ਨ, ਕਿਉਂਕਿ ਬਾਅਦ ਦੇ ਵਿੱਚ ਫਿਰ ਉਹ ਉਸ ਆਪਦੇ ਪੈਸੇ ਦੇ ਕੇ ਉਸ ਜ਼ਮੀਨ ਨੂੰ ਛੁਡਵਾ ਸਕਦਾ ਹੈ। ਸਰਕਾਰ ਕਿਸੇ ਨੂੰ ਜ਼ਮੀਨ ਦੇਗੀ, ਉਹ ਮੌਰਗੇਜ ਹੋਈ ਵੀ ਹੈ, ਫਿਰ ਮੌਰਗੇਜ ਦੇ ਨਾਲ ਮਤਲਬ ਕਿ ਪੈਸਿਆਂ ਦੇ ਲੈਣ ਦੇਣ ਦੀ ਪ੍ਰੋਬਲਮ ਕ੍ਰੀਏਟ ਹੋਏਗੀ, ਠੀਕ ਹੈ। ਇਸ ਪ੍ਰੋਬਲਮ ਨੂੰ ਦੂਰ ਕਰਨ ਦੀ ਖਾਤਰ ਇਹੀ ਕਿਹਾ ਗਿਆ ਪਹਿਲਾਂ ਵੀ ਜੇ ਕੋਈ ਲੈਂਡ ਓਨਰ ਹੈਗਾ ਉਹਨੇ ਆਪਣੀ ਕੋਈ ਜ਼ਮੀਨ ਕਹਿੰਦੇ ਕਿਸੇ ਨੂੰ ਦਿੱਤੀ ਵੀ ਹੈਗੀ ਹੈ ਵਿਦ ਪੋਜੈਸ਼ਨ ਦਿੱਤੀ ਗਈ ਹੈ, ਉਹ ਆਪ ਹੀ ਛਡਾਏਗਾ ਤੇ ਉਹੀ ਜ਼ਮੀਨ ਉਹਦੇ ਕੋਲ ਛੱਡ ਦਿਓ ਉਹਦੇ ਪਰਮਿਸਿਬਲ ਏਰੀਆ ਦੇ ਵਿੱਚ, ਇਹ ਲਾਅ ਬਣਾਇਆ ਗਿਆ। ਫਿਰ ਸੈਕੰਡ, ਜੇ ਉਹ ਲੈਂਡ ਘੱਟ ਬਣਦੀ ਹੈ, ਪਰਮਿਸਿਬਲ ਏਰੀਆ ਤੋਂ ਘੱਟ ਬਣਦੀ ਹੈ, ਤਾਂ ਸੈਕੰਡ ਤੌਰ ਤੇ ਕਿਹੜੀ ਲੈਂਡ ਰੱਖੇਗਾ ਉਹ, ਲੈਂਡ ਅੰਡਰ ਸੈਲਫ ਕਲਟੀਵੇਸ਼ਨ। ਸੈਲਫ ਕਲਟੀਵੇਸ਼ਨ ਦੀ ਆਪਾਂ ਪਰਿਭਾਸ਼ਾ ਉੱਪਰ ਪੜ੍ਹ ਕੇ ਗਏ ਹਾਂ, ਡੈਫੀਨੇਸ਼ਨ। ਆਪ ਕਾਸ਼ਤ ਕਰਦਾ ਹੋਵੇ, ਫੈਮਿਲੀ ਮੈਂਬਰ ਕਾਸ਼ਤ ਕਰਦਾ ਹੋਵੇ, ਕੋਈ ਰਿਸ਼ਤੇਦਾਰ ਕਾਸ਼ਤ ਕਰਦਾ ਹੋਵੇ, ਜਾਂ ਨੌਕਰਾਂ ਰਾਹੀਂ ਕਾਸ਼ਤ ਕਰਵਾਈ ਜਾਂਦੀ ਹੋਵੇ, ਠੀਕ ਹੈ। ਜਿਹੜੀ ਜ਼ਮੀਨ ਉਹ ਖੁਦ ਕਾਸ਼ਤ ਕਰ ਰਿਹਾ ਹੈ ਤਾਂ ਉਹ ਜ਼ਮੀਨ ਰੱਖੀ ਜਾ ਸਕਦੀ ਹੈ ਉਸ ਤੋਂ ਬਾਅਦ।
ਪਰ ਇਹ 'ਚ ਨਾਲ ਹੀ ਕਿਹਾ ਵਾ not include land which are declared surplus under ਪੰਜਾਬ law ਔਰ ਪੈਪਸੂ law। ਜੇ ਕੋਈ ਲੈਂਡ ਪੈਪਸੂ law ਦੇ ਵਿੱਚ ਜਾਂ ਪੰਜਾਬ law ਦੇ ਵਿੱਚ, ਜਿੱਥੇ ਤੱਕ ਏਰੀਆ ਪੈਪਸੂ ਦਾ ਪੈਂਦਾ ਹੈ ਤਾਂ ਪੈਪਸੂ law ਲਾਗੂ ਹੋਏਗਾ, ਜੇਕਰ ਏਰੀਆ ਪੰਜਾਬ ਦਾ ਪੈਂਦਾ ਤਾਂ ਪੰਜਾਬ law ਲਾਗੂ ਹੋਏਗਾ। ਠੀਕ ਹੈ, ਰਿਆਸਤਾਂ ਦੇ ਵਿੱਚ ਪੈਪਸੂ law ਲਾਗੂ ਹੋ ਰਿਹਾ ਸੀਗਾ, ਰਿਆਸਤਾਂ ਨੂੰ ਛੱਡ ਕੇ ਬਾਕੀ ਦੇ ਏਰੀਆ 'ਚ ਪੰਜਾਬ law ਲਾਗੂ ਹੁੰਦਾ ਸੀਗਾ। ਠੀਕ ਹੈ, ਜੇ ਪੰਜਾਬ law ਦੇ ਵਿੱਚ ਪਹਿਲਾਂ ਹੀ ਕੋਈ ਏਰੀਆ ਸਰਪਲਸ ਡਿਕਲੇਅਰ ਕੀਤਾ ਗਿਆ ਹੈਗਾ, ਉਹ ਜ਼ਮੀਨ ਉਹ ਆਪਣੇ ਪਾਸ ਕਹਿੰਦਾ ਵੀ ਮੈਂ ਰੱਖਾਂਗਾ, ਪਰ ਉਹ ਨਹੀਂ ਰੱਖ ਸਕਦਾ। ਨੈਕਸਟ ਹੈ ਸੈਕਸ਼ਨ 6, when declaration not given by person। ਜੇ ਕੋਈ ਪਰਸਨ ਉੱਥੇ ਜ਼ਿੰਮੇਵਾਰੀ ਬਣਦੀ ਹੈ ਜਿਹਦੀ ਜ਼ਮੀਨ ਸਰਪਲਸ ਨਿਕਲਦੀ ਹੈ, ਉਹ ਡੈਕਲੇਰੇਸ਼ਨ ਦੇਵੇ। ਠੀਕ ਹੈ, ਪਰ ਜੇ ਕੋਈ ਵਿਅਕਤੀ ਡੈਕਲੇਰੇਸ਼ਨ ਨਹੀਂ ਦਿੰਦਾ ਤਾਂ ਜਿਹੜਾ ਕਲੈਕਟਰ ਹੈਗਾ ਬਾਈ ਦਾ ਪਟਵਾਰੀ ਹਲਕਾ ਔਰ ਤਹਿਸੀਲਦਾਰ ਰਾਹੀਂ ਜਿਹੜੀ ਹੈਗੀ ਉਹਦੀ ਇਨਫੋਰਮੇਸ਼ਨ ਲੈ ਸਕਦਾ ਹੈ ਵੀ ਇਹਦੀ ਕਿੰਨੀ ਜ਼ਮੀਨ ਸਰਪਲਸ ਨਿਕਲਣੀ ਬਣਦੀ ਹੈ ਤੇ ਕਿੰਨੀ ਪਰਮਿਸਿਬਲ ਏਰੀਆ ਬਣਦਾ ਹੈਗਾ। ਡੈਕਲੇਰੇਸ਼ਨ ਆਪਦੇ ਲੈਵਲ ਤੇ ਰੈਵਨਿਊ ਡਿਪਾਰਟਮੈਂਟ ਲੈਂਦਾ ਹੈਗਾ ਉਹਦੀ ਇਨਫੋਰਮੇਸ਼ਨ। ਦੈਨ ਸੈਕਸ਼ਨ 7 ਹੈਗਾ ਡੈਕਲੇਰੇਸ਼ਨ ਆਫ ਪਰਮਿਸਿਬਲ and surplus area। After declaration or information under section 6, ਜਿੱਦਾਂ ਡੈਕਲੇਰੇਸ਼ਨ ਪਾਰਟੀ ਨੇ ਖੁਦ ਦੇਤੀ, ਲੈਂਡ ਓਨਰ ਨੇ ਖੁਦ ਡੈਕਲੇਰੇਸ਼ਨ ਦੇਤੀ ਭਰ ਕੇ, ਜਿਹਨੂੰ ਰਿਟਰਨ ਕਹਿੰਦੇ ਸੀ ਆਪਾਂ, ਰਿਟਰਨ ਭਰ ਕੇ ਦੇਣੀ ਹੁੰਦੀ ਸੀ ਉਸ ਵੇਲੇ ਲੈਂਡ ਓਨਰ ਨੇ। ਠੀਕ ਹੈ, ਜਾਂ ਉਸਨੇ ਨਹੀਂ ਦਿੱਤਾ ਤਾਂ ਰੈਵਨਿਊ ਡਿਪਾਰਟਮੈਂਟ ਨੇ ਆਪ ਇਨਫੋਰਮੇਸ਼ਨ ਕਲੈਕਟ ਕਰ ਲਈ। ਕਲੈਕਟਰ ਸ਼ੈਲ ਡਿਟਰਮਾਈਨ, ਤਾਂ ਫਿਰ ਉਹਨੇ ਤਾਂ ਆਪ ਦਾ ਪਰਮਿਸਿਬਲ ਏਰੀਆ ਡਿਟਰਮਾਈਨ ਨਹੀਂ ਕੀਤਾ ਵਿਅਕਤੀ ਨੇ। ਠੀਕ ਹੈ, ਤਾਂ ਫਿਰ ਕਲੈਕਟਰ ਵੱਲੋਂ ਰੈਵਨਿਊ ਆਫਿਸਰਸ ਵੱਲੋਂ ਹੀ ਜਿਹੜਾ ਇਹ ਕਲੈਕਟਰ ਸ਼ੈਲ ਡਿਟਰਮਾਈਨ ਪਰਮਿਸਿਬਲ ਏਰੀਆ ਐਂਡ ਸਰਪਲਸ ਏਰੀਆ ਆਫ ਏ ਲੈਂਡ ਓਨਰ। ਤਾਂ ਫਿਰ ਰੈਵਨਿਊ ਡਿਪਾਰਟਮੈਂਟ ਵੱਲੋਂ ਆਪਦੇ ਪੱਧਰ ਤੇ ਕਾਰਵਾਈ ਕੀਤੀ ਜਾਂਦੀ ਹੈ ਵੀ ਕਿਹੜਾ ਜ਼ਮੀਨ ਛੱਡਣੀ ਹੈ ਤਾਂ ਕਿਹੜੀ ਇਸ ਤੋਂ ਲੈਣੀ ਹੈ ਵਾਪਸ। ਇਫ ਐਨੀ ਪਰਸਨ ਫੇਲਸ ਔਰ ਫਾਈਲ ਫਾਲਸ ਡਿਕਲੇਰੇਸ਼ਨ, ਜੇ ਕੋਈ ਵਿਅਕਤੀ ਜਿਹੜਾ ਹੈਗਾ ਨਾ ਤਾਂ ਉਹ ਆਪਣੀ ਰਿਟਰਨ ਭਰ ਕੇ ਦਿੰਦਾ ਤੇ ਨਾ ਹੀ ਉਹ ਜੇ ਰਿਟਰਨ ਭਰ ਕੇ ਦਿੰਦਾ ਤਾਂ ਜਾਣਬੁੱਝ ਕੇ ਗਲਤ ਭਰ ਕੇ ਦੇ ਦਿੰਦਾ ਹੈਗਾ, ਹੀ ਸ਼ੈਲ ਬੀ ਪਨਿਸ਼ੇਬਲ with imprisonment for a term of 2 years or fine 2000 or both। ਤਾਂ ਉਹਨੂੰ ਜਿਹੜੀ ਹੈਗੀ ਹੈ ਸਜ਼ਾ ਕੀਤੀ ਜਾ ਸਕਦੀ ਹੈ 2 ਸਾਲ ਦੀ, ਫਾਈਨ ਵੀ ਕੀਤਾ ਜਾ ਸਕਦਾ ਹੈ ਜੇ ਕੋਈ ਗਲਤ ਭਰ ਕੇ ਦਿੰਦਾ ਹੈ ਜਾਂ ਨਹੀਂ ਦਿੰਦਾ। ਨੈਕਸਟ ਹੈ ਸਬਸੈਕਸ਼ਨ 4, for the purpose of determining the surplus area of any person। ਜਦੋਂ ਅਸੀਂ ਸਰਪਲਸ ਏਰੀਆ ਡਿਟਰਮਿਨ ਕਰ ਰਹੇ ਹਾਂ ਕਲੈਕਟਰ ਵੱਲੋਂ ਜਾਂ ਰੈਵਨਿਊ ਆਫਿਸਰਸ ਵੱਲੋਂ ਵਿਦ ਦ ਹੈਲਪ ਆਫ ਪਟਵਾਰੀ ਹਲਕਾ, ਜਦੋਂ ਸਰਪਲਸ ਏਰੀਆ ਡਿਟਰਮਿਨ ਕੀਤਾ ਜਾ ਰਿਹਾ ਹੈ ਤਾਂ ਇਨ ਬਿਟਵੀਨ ਜੇਕਰ ਕੋਈ ਜਜਮੈਂਟ ਕੋਈ ਡਿਗਰੀ ਪਾਸ ਹੋ ਗਈ ਹੋਵੇ, ਕੋਈ ਆਰਡਰ ਹੋ ਗਿਆ ਹੋਵੇ ਕਿਸੇ ਕੋਰਟ ਦਾ, ਉਹਨੇ ਵਿਅਕਤੀ ਨੇ ਲੈ ਲਿਆ ਹੋਵੇ ਕੋਰਟ ਦੇ ਵਿੱਚ ਜਾ ਕੇ ਆਰਡਰ ਲੈ ਲਿਆ ਹੋਵੇ, ਜਿਹਦੇ ਨਾਲ ਕੀ ਹੋਵੇ ਉਹ ਆਰਡਰ ਅਫੈਕਟ ਕਰਦਾ ਹੋਵੇ ਤੇ ਜਿਹੜਾ ਸਰਪਲਸ ਏਰੀਆ ਨੂੰ ਡਿਮਿਨਿਸ਼ ਕਰਦਾ ਹੋਵੇ, ਘੱਟ ਕਰਦਾ ਹੋਵੇ, ਮੇਬੀ ਅਦਰਵਾਈਜ਼ ਉਹਦਾ ਸਰਪਲਸ ਏਰੀਆ 30 ਏਕੜ ਬਣਦਾ ਹੈ। ਠੀਕ ਹੈ, ਪਰ ਉਹਨੇ ਕੋਈ ਡਿਗਰੀ ਕੋਈ ਆਰਡਰ ਐਸਾ ਪਾਸ ਕਰਵਾ ਲਿਆ ਕੋਰਟ ਦੇ ਵਿੱਚੋਂ ਤੇ ਜਿਹੜਾ ਸਰਪਲਸ ਏਰੀਆ ਘੱਟ ਕੇ ਉਹਦਾ 10 ਏਕੜ ਰਹਿ ਗਿਆ ਸਿਰਫ, ਤਾਂ ਐਸਾ ਜਿਹੜਾ ਕੋਈ ਆਰਡਰ ਹੈਗਾ ਉਹ ਐਕਟ ਦੇ ਵਿੱਚ ਹੈਗਾ ਵੀ ਐਸੇ ਆਰਡਰ ਨੂੰ ਤੁਸੀਂ ਸ਼ੈਲ ਵੀ ਇਗਨੋਰ। ਤਾਂ ਐਸਾ ਆਰਡਰ ਜਿਹੜਾ ਕਿ ਚਾਹੇ ਕੋਰਟ ਦਾ ਹੋਵੇ ਚਾਹੇ ਸਿਵਲ ਕੋਰਟ ਦਾ ਹੋਵੇ, ਉਸ ਆਰਡਰ ਨੂੰ ਇਗਨੋਰ ਕਰਨਾ ਹੋਏਗਾ। ਟੈਨੈਂਸੀ ਕ੍ਰੀਏਟਡ, ਜਾਂ ਫਿਰ ਕੋਈ ਵਿਅਕਤੀ ਆਪਣੀ ਜ਼ਮੀਨ ਨੂੰ ਕਿਸੇ ਵਿਅਕਤੀ ਨੂੰ ਗਹਿਣੇ ਪਾ ਦਿੰਦਾ ਹੈ ਜਾਣਬੁੱਝ ਕੇ ਵੀ ਉਹਦੇ ਕੋਲ 40 ਕਿੱਲੇ ਜ਼ਮੀਨ ਹੈਗੀ ਹੈ ਜਾਂ 50 ਕਿੱਲੇ ਜ਼ਮੀਨ ਹੈਗੀ ਹੈ, ਉਹ 'ਚ 10 ਕਿੱਲੇ 15 ਕਿੱਲੇ ਆਪਣੀ ਜ਼ਮੀਨ ਬਚਾਉਣ ਦੀ ਖਾਤਰ ਕਿਸੇ ਬੰਦੇ ਕੋਲ ਗਹਿਣੇ ਪਾ ਦਿੰਦਾ ਹੈ ਆਫਟਰ ਦਾ ਅਪਾਇੰਟਡ ਡੇ। ਠੀਕ ਹੈ, ਅਪਾਇੰਟਡ 24/1971 ਤੋਂ ਬਾਅਦ। ਇਨ ਐਨੀ ਲੈਂਡ ਡਿਕਲੇਅਰਡ ਸਰਪਲਸ ਅੰਡਰ ਪੰਜਾਬ ਲਾ ਪੈਪਸੂ ਲਾ, ਜੇ ਉਹ ਸਰਪਲਸ ਨਿਕਲੀ ਹੀ ਹੋਵੇ ਇਨ ਐਨੀ ਲੈਂਡ ਡਿਕਲੇਅਰਡ ਸਰਪਲਸ ਅੰਡਰ ਪੰਜਾਬ ਲਾ ਜਾਂ ਪੈਪਸੂ ਲਾ ਦੇ ਤਹਿਤ ਜੇ ਕੋਈ ਸਰਪਲਸ ਨਿਕਲੀ ਹੀ ਹੋਵੇ ਜ਼ਮੀਨ, ਉਹਨੂੰ ਫਿਰ ਟੈਨੈਂਟ ਕੋਈ ਹੈਗਾ ਉਸਨੂੰ ਅੱਗੇ ਟੈਨੈਂਸੀ ਦੇ ਦੇਵੇ, ਮਾਲਕ ਕਿਸੇ ਟੈਨੈਂਟ ਨੂੰ ਜ਼ਮੀਨ ਦੇ ਦੇਵੇ। ਠੀਕ ਹੈ, ਉਹਦਾ ਐਗਰੀਮੈਂਟ ਕਰ ਲਵੇ, ਉਹ ਵੀ ਜਿਹੜਾ ਇਗਨੋਰ ਕਰਨਾ ਉਹ ਵੀ ਇਗਨੋਰ ਕੀਤਾ ਜਾਵੇਗਾ, ਉਹਨੂੰ ਵੀ ਮੰਨਿਆ ਨਹੀਂ ਜਾਏਗਾ, ਮਤਲਬ ਦੈਟ ਵਿਲ ਬੀ void। Next is section 8, vesting of utilized surplus area in state government। जो surplus area declare हो गया ਤਾਂ state government ਨੇ ਹੀ ਉਸਨੂੰ यूटिलाइज करना ਹੁੰਦਾ ਹੈ। state government ने यूटिलाइज करना है ਜਿਹੜਾ area surplus declare हो गया। The surplus area declared under पंजाब law ਪੈਪਸੂ law। देखो पंजाब ला 53 ਚ ਬਣਿਆ, ਪੈਪਸੂ ਲਾ 55 ਚ ਬਣਿਆ, ਪੈਪਸੂ ਨੇ ਬਣਾਇਆ ਵਿਚ ਹੈਜ਼ ਨਾਟ ਬੀਨ ਯੂਟਿਲਾਈਜ਼ਡ। ਉਹਨਾਂ ਐਕਟਾਂ ਦੇ ਤਹਿਤ ਜਿਹੜੀ ਕੋਈ ਪ੍ਰਾਪਰਟੀ ਸਰਪਲਸ ਨਿਕਲੀ ਪਰ ਸਰਕਾਰ ਨੇ ਅੱਗੇ ਕਿਸੇ ਨੂੰ ਅਲਾਉਟ ਨਹੀਂ ਕੀਤੀ। ਠੀਕ ਹੈ, ਟਿਲ ਦਾ ਕਮੈਂਸਮੈਂਟ ਆਫ ਦਿਸ ਐਕਟ, ਇਸ ਐਕਟ ਦੇ
ਲਾਗੂ ਹੋਣ ਤੱਕ ਵੀ ਸਰਕਾਰ ਨੇ ਉਸ ਪ੍ਰਾਪਰਟੀ ਨੂੰ ਯੂਟਿਲਾਈਜ਼ ਨਹੀਂ ਕੀਤਾ। ਐਂਡ ਦਾ ਏਰੀਆ ਡਿਕਲੇਅਰਡ ਸਰਪਲਸ ਅੰਡਰ ਦਿਸ ਐਕਟ, ਇਹ ਤਾਂ ਉਹ ਲੈਂਡ ਹੋ ਗਈ ਕਿਹੜੀ ਯੂਟਿਲਾਈਜ਼ ਕਰਨੀ ਹੈ ਸਰਕਾਰ ਨੇ, ਜਿਹੜੀ ਪਹਿਲਾਂ ਸਰਪਲਸ ਨਿਕਲੀ ਵੀ ਹੈ ਪਿਛਲੇ ਐਕਟਾਂ ਦੇ ਤਹਿਤ, ਪੁਰਾਣੇ ਐਕਟਾਂ ਦੇ ਤਹਿਤ। ਫਿਰ ਜਾਂ ਉਹ ਲੈਂਡ ਜਿਹੜੀ ਹੁਣ ਇਸ ਐਕਟ ਦੇ ਤਹਿਤ ਸਰਪਲਸ ਡਿਕਲੇਅਰ ਕਰ ਦਿੱਤੀ, ਸ਼ੈਲ ਔਨ ਦਾ ਡੇਟ ਵੈਨ ਪੋਜੈਸ਼ਨ ਹੈਜ਼ ਟੇਕਨ ਬੈਸਟ ਇਨ ਦਾ ਸਟੇਟ ਗਵਰਨਮੈਂਟ, ਜਦੋਂ ਕਬਜ਼ਾ ਲੈ ਲਿਆ। ਦੇਖੋ ਕਬਜ਼ਾ ਜਿਹੜਾ ਪੋਜੈਸ਼ਨ ਹੈਗਾ ਬਹੁਤ ਜ਼ਰੂਰੀ ਹੈਗਾ। ਜੇ ਕੋਈ ਲੈਂਡ ਸਰਪਲਸ ਡਿਕਲੇਅਰ ਕਰਤੀ, ਜਦ ਤੱਕ ਕਬਜ਼ਾ ਨਹੀਂ ਲੈਂਦੀ ਸਰਕਾਰ, ਤਾਂ ਉਸ ਦੀ ਜਿਹੜੀ ਲੈਂਡ ਹੈਗੀ ਉਹ ਲੈਂਡ ਓਨਰ ਦੀ ਹੀ ਮੰਨੀ ਜਾਂਦੀ ਹੈ। ਠੀਕ ਹੈ। ਦ ਏਰੀਆ ਡਿਕਲੇਅਰਡ ਸਰਪਲਸ ਅੰਡਰ ਦਿਸ ਐਕਟ ਸ਼ੈਲ ਔਨ ਦਾ ਡੇਟ ਵੈਨ ਪੋਜੈਸ਼ਨ ਹੈਜ਼ ਟੇਕਨ, ਜਿਸ ਤਰੀਕ ਨੂੰ ਕਬਜ਼ਾ ਸਰਕਾਰ ਨੇ ਲੈ ਲਿਆ, ਵੈਸਟ ਇਨ ਦਾ ਸਟੇਟ ਗਵਰਨਮੈਂਟ ਫ੍ਰੀ ਫਰੋਮ ਆਲ ਦਾ ਇਨਕੰਬਰੈਂਸਸ, ਤਾਂ ਸਰਕਾਰ ਦੇ ਖਾਤੇ ਦੇ ਵਿੱਚ ਉਹ ਜ਼ਮੀਨ ਆ ਜਾਂਦੀ ਹੈ ਜਦੋਂ ਕਬਜ਼ਾ ਲੈ ਲਿਆ। ਠੀਕ ਹੈ। ਫ੍ਰੀ ਫਰੋਮ ਆਲ ਦਾ ਇਨਕੰਬਰੈਂਸਸ, ਭਾਰ ਮੁਕਤ ਹੁੰਦੀ ਹੈ ਜ਼ਮੀਨ ਉਹ, ਤੇ ਸਰਕਾਰ ਦੇ ਕਬਜ਼ੇ 'ਚ ਆ ਜਾਂਦੀ ਹੈ। ਕਬਜ਼ਾ ਲੈਣ ਤੋਂ ਬਾਅਦ ਸਰਕਾਰ ਉਹਦੀ ਮਾਲਕ ਬਣ ਜਾਂਦੀ ਹੈ। ਦੈਨ ਸਰਪਲਸ ਏਰੀਆ ਆਫ ਅ ਟੈਨੈਂਟ which is included in the permissible area of a owner, surplus area of a tenant which is included in the permissible area of a owner, the right and interest of a tenant in such area terminated on above date। ਜੇ ਕੋਈ ਏਰੀਆ ਹੈਗਾ ਇਦਾਂ ਦਾ ਟੈਨੈਂਟ ਨੂੰ ਦਿੱਤਾ ਹੋਇਆ ਉਸਨੇ ਪਹਿਲਾਂ, ਤਾਂ ਪਰ ਉਹ ਉਹਦੇ ਪਰਮਿਸਿਬਲ ਏਰੀਆ ਦੇ ਵਿੱਚ ਆ ਗਿਆ, ਲੈਂਡ ਓਨਰ ਦੇ ਪਰਮਿਸਿਬਲ ਏਰੀਆ ਦੇ ਵਿੱਚ ਆ ਗਿਆ, ਤਾਂ ਜਿਹੜੀ ਟੈਨੈਂਸੀ ਉਸ ਵੇਲੇ ਉਹ ਟਰਮੀਨੇਟ ਹੋ ਜਾਂਦੀ ਹੈ। ਇਫ ਲੈਂਡ ਸਰਪਲਸ ਇਜ਼ ਮੌਰਗੇਜ ਵਿਦ ਪੋਜੈਸ਼ਨ, ਓਨਲੀ ਦਾ ਮੌਰਗੇਜੀ ਰਾਈਟ ਸ਼ੈਲ ਵੈਸਟ ਇਨ ਦਾ ਗਵਰਨਮੈਂਟ। ਜੇ ਕੋਈ ਲੈਂਡ ਜਿਹੜੀ ਹੈਗੀ ਹੈ ਮੌਰਗੇਜ ਵਿਦ ਪੋਜੈਸ਼ਨ ਕੀਤੀ ਗਈ ਹੈ, ਪਰ ਸਰਕਾਰ ਨੇ ਉਸ ਨੂੰ ਜਿਹੜਾ ਹੈਗਾ ਸਰਪਲਸ ਡਿਕਲੇਅਰ ਕਰਤਾ, ਤਾਂ ਜਿਹੜੇ ਮੌਰਗੇਜੀ ਰਾਈਟਸ ਨੇ ਉਹ ਗਵਰਨਮੈਂਟ ਦੇ ਵੱਜ ਜਾਂਦੇ ਆ। ਤੁਸੀਂ ਕਈ ਵਾਰੀ ਦੇਖਦੇ ਹੋਗੇ ਜ਼ਮੀਨਾਂ ਪਿਛਲੀਆਂ ਜਮ੍ਹਾਂ ਹੁੰਦੀਆਂ ਦੇ ਵਿੱਚ, ਜਿੱਥੇ ਕੋਈ ਵਿਅਕਤੀ ਰਾਹਿਨ ਹੈਗਾ, ਪੰਜਾਬ ਗਵਰਨਮੈਂਟ ਮੁਰਤਨ ਹੈਗੀ ਹੈ, ਉਹਦਾ ਇਹੀ ਕਾਰਨ ਹੁੰਦਾ ਹੈ ਵੀ ਕਿਉਂ ਸਰਕਾਰ ਮੁਰਤਨ ਕਿਉਂ ਮੰਨਦੀ। ਜਦੋਂ ਮੌਰਗੇਜੀ ਰਾਈਟਸ ਇਸ ਐਕਟ ਦੇ ਤਹਿਤ ਸਰਕਾਰ ਦੇ ਬਣ ਜਾਂਦੇ ਨੇ, ਤਦੀ ਉਹ ਸਰਕਾਰ ਜਿਹੜੀ ਮੁਰਤਨ ਦੇ ਵਜੋਂ ਸਾਡੇ ਰੈਵਨਿਊ ਰਿਕਾਰਡ ਕਿਤੇ ਕਿਤੇ ਤੁਸੀਂ ਕਿਸੇ ਪਿੰਡ 'ਚ ਦੇਖਿਆ ਹੋਏਗਾ ਸ਼ੋਅ ਕੀਤੀ ਜਾਂਦੀ ਹੈ। ਨੈਕਸਟ ਹੈ ਸੈਕਸ਼ਨ 9, ਪਾਵਰ ਟੂ ਟੇਕ ਪੋਜੈਸ਼ਨ ਆਫ ਦਾ ਸਰਪਲਸ ਏਰੀਆ। ਜਦੋਂ ਏਰੀਆ ਸਰਪਲਸ ਡਿਕਲੇਅਰ ਹੋ ਗਿਆ, ਠੀਕ ਹੈ ਜੀ, ਪਰਮਿਸਿਵ ਏਰੀਆ ਉਸ ਲੈਂਡ ਓਨਰ ਦਾ ਸਿਲੈਕਟ ਹੋ ਗਿਆ, ਸਰਪਲਸ ਏਰੀਆ ਡਿਕਲੇਅਰ ਹੋ ਗਿਆ, ਕਿਹੜੇ ਨੰਬਰ ਖਸਰਾ ਸਰਪਲਸ ਬਣ ਗਏ, ਉਸ ਤੋਂ ਬਾਅਦ ਕਬਜ਼ੇ ਦੀ ਕਾਰਵਾਈ ਆ ਜਾਂਦੀ ਹੈ। ਇਫ ਐਨੀ ਏਰੀਆ ਡਿਕਲੇਅਰਡ ਸਰਪਲਸ, ਪੰਜਾਬ ਪੈਪਸੂ ਔਰ ਦਿਸ ਐਕਟ, ਚਾਹੇ ਇਸ ਐਕਟ ਦੇ ਤਹਿਤ ਚਾਹੇ ਕਿਸੇ ਵੀ ਐਕਟ ਦੇ ਤਹਿਤ ਜੋ ਡਿਕਲੇਅਰ ਹੁੰਦਾ ਹੈ, ਤਾਂ ਕਲੈਕਟਰ ਮੇ ਡਾਇਰੈਕਟ ਦਾ ਲੈਂਡ ਓਨਰ ਟੂ ਡਿਲੀਵਰ ਦਾ ਪੋਜੈਸ਼ਨ ਦੇਅਰਆਫ ਵਿਦਿਨ 10 days ਆਫਟਰ ਨੋਟਿਸ ਜਾਰੀ ਕੀਤਾ ਜਾਂਦਾ ਹੈ ਵੀ 10 ਦਿਨ ਦੇ ਅੰਦਰ ਤੁਸੀਂ ਜਿਹੜਾ ਇਹ ਵਾਲਾ ਲੈਂਡ ਹੈਗੀ ਹੈ ਸਰਪਲਸ ਡਿਕਲੇਅਰ ਕੀਤੀ, ਇਹਦਾ ਕਬਜ਼ਾ ਹਵਾਲੇ ਕਰੋਗੇ। ਕਿਹਦੇ ਹਵਾਲੇ ਕਰੋਗੇ? ਜਾਂ ਤਾਂ ਕੋਈ ਰੈਵਨਿਊ ਆਫੀਸਰ ਦੇ ਹਵਾਲੇ ਕਰੋਗੇ, ਜਾਂ ਫਿਰ ਜਿਸ ਵਿਅਕਤੀ ਨੂੰ ਕੋਈ ਨਾਲ ਦੀ ਨਾਲ ਅਲਾਟ ਕਰ ਦਿੱਤੀ, ਯੂਟਿਲਾਈਜ਼ ਕਰ ਲਿੱਤੀ, ਠੀਕ ਹੈ, ਜਾਂ ਉਸ ਵਿਅਕਤੀ ਦੇ ਹਵਾਲੇ ਕੀਤਾ ਜਾਏਗਾ। ਟੂ ਸਚ ਪਰਸਨ ਸਪੈਸੀਫਾਈਡ ਇਨ ਦਾ ਆਰਡਰ। ਇਹ ਪਰਸਨ ਰਿਫਿਊਜ਼ਸ ਔਰ ਫੇਲਸ ਟੂ ਡਿਲੀਵਰ ਦਾ ਪੋਜੈਸ਼ਨ, ਜੇ ਕੋਈ ਵਿਅਕਤੀ ਕਬਜ਼ਾ ਨਹੀਂ ਦਿੰਦਾ ਹੈਗਾ, ਤਾਂ ਦ ਕਲੈਕਟਰ ਬਾਈ ਫੋਰਸ, ਤਾਂ ਜਿਹੜਾ ਕਲੈਕਟਰ ਵੱਲੋਂ ਬਾਈ ਫੋਰਸ ਜਿਹੜਾ ਹੈਗਾ ਕਬਜ਼ਾ ਲੈ ਲਿਆ ਜਾਂਦਾ ਹੈ। ਨੈਕਸਟ ਹੈ ਸੈਕਸ਼ਨ 10, ਅਮਾਉਂਟ ਪੇਬਲ ਫਾਰ ਸਰਪਲਸ ਏਰੀਆ। ਜਿਹੜਾ ਏਰੀਆ ਸਰਪਲਸ ਡਿਕਲੇਅਰ ਕਰਦੇ ਹਾਂ ਅਸੀਂ, ਠੀਕ ਹੈ, ਉਹਦੀ ਕੁਝ ਪੇਮੈਂਟ ਵੀ ਦਿੱਤੀ ਜਾਂਦੀ ਹੈ। ਇਹਨੂੰ ਪੇਮੈਂਟ ਦਿੱਤੀ ਜਾਂਦੀ ਹੈ, ਉਹਨਾਂ ਮਾਲਕਾਂ ਨੂੰ ਪੇਮੈਂਟ ਦਿੱਤੀ ਜਾਂਦੀ ਹੈ, ਸਰ ਉਹਨਾਂ ਨੂੰ ਮਤਲਬ ਕਿ ਕੰਪਨਸੇਟ ਕੀਤਾ ਜਾਂਦਾ ਹੈ। ਦ ਕਲੈਕਟਰ ਔਰ ਦਾ ਆਫੀਸਰ ਸ਼ੈਲ ਡਿਟਰਮਿਨ ਦਾ ਅਮਾਊਂਟ ਡਿਟਰਮਿਨ ਕੀਤੀ ਜਾਂਦੀ ਹੈ ਕਲੈਕਟਰ ਵੱਲੋਂ ਜਾਂ ਰੈਵਨਿਊ ਆਫੀਸਰ ਵੱਲੋਂ। ਕਿਵੇਂ ਡਿਟਰਮਿਨ ਕੀਤੀ ਜਾਂਦੀ ਹੈ? ਜੇ 3 ਹੈਕਟਰ ਤੱਕ, ਫਸਟ 3 ਹੈਕਟਰ, ਜੇ ਪਹਿਲੇ 3 ਹੈਕਟਰ ਹੈਗੇ ਆ ਤਾਂ ਉਹਦੇ ਤੇ 12 ਟਾਈਮਸ ਆਫ ਦਾ ਰੈਂਟ, ਫੇਅਰ ਰੈਂਟ, 12 ਟਾਈਮਸ ਆਫ ਦਾ ਫੇਅਰ ਰੈਂਟ। ਜੇਕਰ ਕਿਸੇ ਏਕੜ ਦੀ ਜਿਹੜੀ ਫੇਅਰ ਰੈਂਟ ਹੈਗਾ, ਜਿੰਨੀ ਉਹਦੀ ਵੈਲਿਊ ਬਣਦੀ ਹੈ, ਉਹਦਾ 12 ਗੁਣਾ ਜਿਹੜਾ ਪੇਮੈਂਟ ਹੈਗੀ ਹੈ ਪਰ ਹੈਕਟਰ ਦੇ ਹਿਸਾਬ ਨਾਲ, ਠੀਕ ਹੈ, ਉਹ ਉਸ ਮਾਲਕ ਨੂੰ ਦਿੱਤੀ ਜਾਂਦੀ ਹੈ। ਜਾਂ ਮੈਕਸਿਮਮ 5000 ਰੁਪਏ ਪਰ ਹੈਕਟਰ ਦਿੱਤਾ ਜਾਂਦਾ ਹੈ। ਜੇ ਰੈਂਟ ਵੱਧ ਜਾਂਦਾ ਹੈ ਤਾਂ 5000 ਰੁਪਏ ਪਰ ਹੈਕਟਰ ਦਿੱਤਾ ਜਾਂਦਾ ਹੈ। ਜੇ ਰੈਂਟ ਘੱਟ ਜਾਂਦਾ, ਫੇਅਰ ਰੈਂਟ ਜਿਹੜਾ ਹੈਗਾ, ਤਾਂ 12 ਗੁਣਾ ਉਸ ਰੈਂਟ ਦਾ, ਫੇਅਰ ਰੈਂਟ ਦਾ। ਫੇਅਰ ਰੈਂਟ ਕੀ ਹੁੰਦਾ ਹੈ? ਫੇਅਰ ਰੈਂਟ ਦੇਖੋ, ਆਪਾਂ ਕਹਿੰਦੇ ਫੇਅਰ ਰੈਂਟ ਕੀ ਹੁੰਦਾ ਹੈ? ਫੇਅਰ ਰੈਂਟ ਕੀ ਹੁੰਦਾ ਹੈ? 1/5 ਆਫ ਦਾ ਗ੍ਰੋਸ ਪ੍ਰੋਡਿਊਸ। ਕਿਸੇ ਕਿੱਲੇ ਦੇ ਵਿੱਚੋਂ ਜ਼ਮੀਨ ਜਿਹੜੀ ਪ੍ਰੋਡਿਊਸ ਪੈਦਾ ਹੁੰਦੀ ਹੈ, ਮਤਲਬ 5000 ਰੁਪਏ ਦੀ ਪ੍ਰੋਡਿਊਸ ਪੈਦਾ ਹੁੰਦੀ ਹੈ,
ठीक है, ਤਾਂ ਉਹਦਾ 1/5 ਜਿਹੜਾ ਹੋਇਆ 1000 ਰੁਪਏ ਜਿਹੜਾ ਹੋਇਆ ਉਹ ਫੇਅਰ ਰੈਂਟ ਹੋਏਗਾ, ਜਿਹੜਾ ਕਿ ਕਿਸੇ ਮਾਲਕ ਨੂੰ ਦਿੱਤਾ ਜਾਣਾ ਹੁੰਦਾ ਹੈ ਉਸ ਵੱਲੋਂ, ਟੇਨੈਂਟ ਵੱਲੋਂ। ਉਹਨੂੰ ਫੇਅਰ ਰੈਂਟ ਕਹਿੰਦੇ ਅਸੀਂ 1/5 ਆਫ ਦਾ ਗ੍ਰੋਸ ਪ੍ਰੋਡਿਊਸ ਡਿਟਰਮਾਈਨਡ ਬਾਈ ਦਾ ਕਲੈਕਟਰ ਰੈਵਨਿਊ ਆਫਿਸਰ। ਜਿਹੜੀ ਕਿ ਆਪਾਂ ਗੱਲ ਕੀਤੀ ਹੈ ਵੀ ਜਿਹੜਾ ਅਮਾਊਂਟ ਕਿੰਨੀ ਦਿੱਤੀ ਜਾਂਦੀ ਹੈ, 3 ਹੈਕਟਰ ਤੱਕ 12 ਗੁਣਾ ਫੇਅਰ ਰੈਂਟ ਦਾ, ਅਗਲੇ 3 ਹੈਕਟਰ ਤੱਕ 9 ਗੁਣਾ ਫੇਅਰ ਰੈਂਟ ਦਾ, ਤੇ ਉਸ ਤੋਂ ਬਾਅਦ ਜੇ ਕੋਈ ਜ਼ਮੀਨ ਹੋਰ ਵੀ ਵੱਧ ਜਾਂਦੀ ਹੈ, ਮਤਲਬ ਸਰਪਲਸ ਏਰੀਆ ਦੀ ਗੱਲ ਕਰ ਰਹੇ ਆਪਾਂ ਇੱਥੇ, ਵੀ ਸਰਪਲਸ ਏਰੀਆ ਜੇ 3 ਹੈਕਟਰ ਨਿਕਲਿਆ ਕਿਸੇ ਦਾ ਤਾਂ ਉਹਨੂੰ 12 ਗੁਣਾ ਦਿੱਤਾ ਜਾਏਗਾ ਫੇਅਰ ਰੈਂਟ ਦਾ ਪਰ ਹੈਕਟਰ ਸੌਰੀ। ਅਗਲੇ 3 ਹੈਕਟਰ ਦਾ ਤਾਂ ਜਿਹੜੀ ਅਮਾਊਂਟ ਹੈ ਘਟ ਜਾਂਦੀ ਹੈ 9 ਟਾਈਮਸ। ਨੈਕਸਟ ਜਿਹੜੀ ਜ਼ਮੀਨ 6 ਹੈਕਟਰ ਤੋਂ ਵੱਧ ਜਾਂਦੀ ਹੈ ਕੋਈ, ਤਾਂ ਜਿਹੜੀ ਰਿਮੇਨਿੰਗ ਲੈਂਡ ਹੈ ਉਹਦਾ ਉੱਥੇ ਆ ਕੇ ਜਿਹੜੀ ਅਮਾਊਂਟ ਹੁੰਦੀ ਹੈ ਹੋਰ ਘਟ ਜਾਂਦੀ ਹੈ, ਉਹ 6 ਟਾਈਮਸ ਉਹਦਾ ਫੇਅਰ ਰੈਂਟ ਬਣ ਜਾਂਦੀ ਹੈ, ਜਾਂ ਮੈਕਸਿਮਮ 2500 ਰੁਪਇਆ ਪਰ ਹੈਕਟਰ। सबसेक्शन 2 की क्या गया, CRO prepare a statement and apportion the payment among the persons having interest in the land। ਜੇ ਕੋਈ ਲੈਂਡ ਹੈਗੀ ਸਾਂਝੀ ਹੈਗੀ ਹੈ, ਠੀਕ ਹੈ, ਉਹ ਸਾਂਝੀ ਲੈਂਡ ਸਰਪਲਸ ਨਿਕਲ ਗਈ ਹੈ, ਤਾਂ ਉਹਦੇ ਵਿੱਚ ਜਿਹੜੀ ਫੇਅਰ ਰੈਂਟ ਕਿਵੇਂ ਡਿਸਟ੍ਰੀਬਿਊਟ ਕਰਨਾ ਹੈ, ਉਹ ਰੈਵਨਿਊ ਆਫਿਸਰ ਵੱਲੋਂ ਉਹਦੀ ਜਿਹੜੀ ਰਿਪੋਰਟ ਬਣਾਈ ਜਾਂਦੀ ਹੈ, ਕਿਸ ਵਿਅਕਤੀ ਨੂੰ ਕਿੰਨੇ ਪੈਸੇ ਦੇਣੇ ਹੈ। ਫਿਰ ਇਨ ਸਰਪਲਸ ਏਰੀਆ ਮੌਰਗੇਜੀ ਰਾਈਟਸ ਵੈਸਟ ਇਨ ਦਾ ਗਵਰਨਮੈਂਟ। ਜਿੱਥੇ ਸਰਪਲਸ ਏਰੀਆ ਸੀਗਾ ਉੱਥੇ ਮੌਰਗੇਜੀ ਰਾਈਟਸ ਸੀਗੇ ਜਿਹੜੇ ਉਹ ਗਵਰਨਮੈਂਟ ਦੇ ਹੋ ਗਏ। ਜ਼ਮੀਨ ਸਰਪਲਸ ਨਿਕਲ ਗਈ ਤਾਂ ਮੌਰਗੇਜੀ ਰਾਈਟਸ ਵੀ ਸਰਕਾਰ ਦੇ ਹੋ ਗਏ, ਠੀਕ ਹੈ। ਤਾਂ ਅਮਾਊਂਟ ਪੇਬਲ ਟੂ ਮੌਰਗੇਜੀ ਸ਼ੈਲ ਬੀ ਦਾ ਮੌਰਗੇਜ ਮਨੀ ਔਰ ਦਾ ਅਮਾਊਂਟ ਆਫ ਪੇਬਲ ਅੰਡਰ ਦਿਸ ਸੈਕਸ਼ਨ ਵਿਚ ਐਵਰੇਜ ਲੈਸ। ਇਹਨੂੰ ਮੌਰਗੇਜ ਮਨੀ ਕਹਾਂਗੇ, ਜਿਹੜੀ ਉਸਨੂੰ ਮੌਰਗੇਜ ਨੂੰ ਦਿੱਤੀ ਵੀ ਹੈ ਸਰਕਾਰ ਨੇ, ਸਰਕਾਰ ਵੱਲੋਂ ਪੇ ਕੀਤੀ ਜਾਂਦੀ ਹੈ, ਕਿਉਂਕਿ ਜਿਹੜੇ ਰਾਈਟਸ ਨੇ ਉਸ ਵੇਲੇ ਸਰਕਾਰ ਦੇ ਹਨ, ਸਰਕਾਰ ਵੱਲੋਂ ਉਹਨੂੰ ਪੇਮੈਂਟ ਸਰਕਾਰ ਵੱਲੋਂ ਕਰ ਦਿੱਤੀ ਜਾਂਦੀ ਹੈ ਮੌਰਗੇਜ ਮਨੀ। ਅਮਾਊਂਟ ਸ਼ੈਲ ਬੀ ਪੇਬਲ ਆਈਦਰ ਇਨ ਲੰਪ ਸਮ ਔਰ ਇਨ ਹਾਫ ਈਅਰਲੀ ਇੰਸਟਾਲਮੈਂਟਸ ਨਾਟ ਐਕਸੀਡਿੰਗ 15। ਜਨਰਲੀ ਕੀ ਹੁੰਦਾ ਵੀ ਜਿਹੜੀ ਇਹ ਪੇਮੈਂਟਸ ਦੀ ਆਪਾਂ ਸ਼ਡਿਊਲ ਬਣਾਇਆ ਗਿਆ ਉੱਪਰ 12 ਗੁਣਾ 9 ਗੁਣਾ 6 ਗੁਣਾ, ਇਹ ਜਿਹੜੀਆਂ ਪੇਮੈਂਟਸ ਹੁੰਦੀਆਂ ਨੇ ਜਿਨ੍ਹਾਂ ਲੋਕਾਂ ਨੂੰ ਅਸੀਂ ਜ਼ਮੀਨ ਅੱਗੇ ਯੂਟਿਲਾਈਜ਼ ਕਰਕੇ ਅਲਾਟ ਕਰਦੇ ਹਾਂ, ਠੀਕ ਹੈ, ਉਹ ਵਿਅਕਤੀ ਦੀ ਇਹ ਪੇਮੈਂਟ ਅਦਾ ਕਰਦੇ ਨੇ ਸਰਕਾਰ ਦੇ ਖਾਤੇ 'ਚ, ਸਰਕਾਰ ਵੱਲੋਂ ਉਹਨਾਂ ਨੂੰ ਦੇ ਦਿੱਤੀ ਜਾਂਦੀ ਹੈ। ਤਾਂ ਉਹਨਾਂ ਤੋਂ ਇਹ ਜਿਹੜੀ ਹੈਗੀ ਹੈ ਲਮਸਮ ਵੀ ਪੇਮੈਂਟ ਲਈ ਜਾ ਸਕਦੀ ਹੈ, ਜਾਂ ਫਿਰ ਹਾਫ ਈਅਰਲੀ ਜਿਹੜੀਆਂ ਕਿਸ਼ਤਾਂ ਵੀ ਉਦੋਂ ਲਈਆਂ ਜਾ ਸਕਦੀਆਂ ਨੇ, ਨਾਟ ਐਕਸੀਡਿੰਗ 15। 15 ਤੋਂ ਵੱਧ ਕਿਸ਼ਤਾਂ ਦੇ ਵਿੱਚ ਨਹੀਂ ਲਈ ਜਾ ਸਕਦੀ ਇਹ ਜਿਹੜੀ ਅਮਾਊਂਟ ਹੈਗੀ ਹੈ। ਪ੍ਰੋਵਾਈਡਡ ਦਾ ਅਮਾਊਂਟ ਸ਼ੈਲ ਬੀ ਅਪਲਾਈਡ ਫਸਟਲੀ ਡਿਸਚਾਰਜ ਦਾ ਗਵਰਨਮੈਂਟ ਡਿਊਜ਼। ਜਿਹੜੀ ਇਹ ਅਮਾਊਂਟ ਹੈਗੀ ਹੈ ਕਿਸੇ ਲੈਂਡ ਓਨਰ ਦੀ ਮੰਗੋ, ਸਪੋਜ਼ ਇਹ ਜਿਹੜੀ ਅਮਾਊਂਟ ਹੈ ਅਲੋਟੀ ਤੋਂ ਲੈ ਕੇ ਲੈਂਡ ਓਨਰ ਨੂੰ ਦੇਣੀ ਹੈ। ਲੈਂਡ ਓਨਰ ਨੂੰ ਦੇਣ ਤੋਂ ਪਹਿਲਾਂ ਜੇ ਉਸ ਲੈਂਡ ਦੇ ਉੱਪਰ ਕੋਈ ਗਵਰਨਮੈਂਟ ਡਿਊਜ਼ ਖੜੇ ਨੇ ਤਾਂ ਪਹਿਲਾਂ ਉਹ ਐਡਜਸਟ ਕੀਤੇ ਜਾਣਗੇ, ਠੀਕ ਹੈ। ਬਚਦੀ ਅਮਾਊਂਟ ਹੈ ਉਸਨੂੰ ਮਾਲਕ ਨੂੰ ਦੇ ਦਿੱਤੀ ਜਾਵੇਗੀ। ਸੈਕੰਡਲੀ ਟੂ ਮੀਟ ਦਾ ਕਲੇਮਸ ਆਫ ਦਾ ਕ੍ਰੈਡਿਟ। ਜੇ ਕਿਸੇ ਉਹਦੇ ਉੱਪਰ ਜ਼ਮੀਨ ਦੇ ਉੱਪਰ ਕੋਈ ਨੋਟ ਚੜੇ ਹੋਏ ਹੈਗੇ ਆ, ਉਹਨੇ ਕੋਈ ਪੇਮੈਂਟ ਕਿਸੇ ਵਿਅਕਤੀ ਤੋਂ ਲਈ ਵੀ ਹੈਗੀ ਹੈ, ਠੀਕ ਹੈ, ਤਾਂ ਉਹ ਕ੍ਰੈਡਿਟ ਉਸ ਵਿਅਕਤੀ ਨੂੰ ਵੀ ਪੇਮੈਂਟ ਦਿੱਤੀ ਜਾਵੇਗੀ। Thirdly, to pay dues other, ਜਾਂ ਫਿਰ ਕਿਸੇ ਹੋਰ ਦੇ ਡਿਊਜ਼ ਖੜੇ ਨੇ ਉਹਨਾਂ ਨੂੰ ਪੇਮੈਂਟ ਕਰਕੇ ਜਿਹੜੀ ਬਚਦੀ ਅਮਾਊਂਟ ਹੈਗੀ ਆ ਉਹੀ ਉਸ ਲੈਂਡ ਨੂੰ ਦਿੱਤੀ ਜਾਂਦੀ ਹੈ। ਪਹਿਲਾਂ ਉਹਦੇ ਸਾਰੇ ਜਿਹੜੇ ਕਰਜ਼ੇ ਵਗੈਰਾ ਹੈਗੇ ਨੇ, ਸਰਕਾਰ ਦੇ ਡਿਊਜ਼ ਵਗੈਰਾ ਹੈ ਨੇ, ਕੋਈ ਕ੍ਰੈਡਿਟਸ ਵਗੈਰਾ ਉਹਨੇ ਲਏ ਹੋਏ ਹੈਗੇ ਆ, ਉਹ ਸਾਰੇ ਪੇ ਕੀਤੇ ਜਾਂਦੇ ਆ। ਨੈਕਸਟ ਆ ਗਿਆ ਸੈਕਸ਼ਨ 11, ਡਿਸਪੋਜ਼ਲ ਆਫ ਸਰਪਲਸ ਏਰੀਆ। ਸਰਪਲਸ ਏਰੀਆ ਨੂੰ ਡਿਸਪੋਜ਼ ਕਿਵੇਂ ਕਰਨਾ ਹੈ। The surplus area shall be at the disposal of the state government under the scheme। ਗਵਰਨਮੈਂਟ ਨੇ ਸਕੀਮ ਬਣਾਈ ਸੀ ਉਸੇ ਵੇਲੇ ਜਦੋਂ ਇਹ ਜ਼ਮੀਨ ਸਰਪਲਸ ਨਿਕਲਣੀ ਸ਼ੁਰੂ ਕੀਤੀ ਹੈ। 93 ਦੇ ਵਿੱਚ ਸਕੀਮ ਬਣਾਈ ਗਈ ਹੈ। ਸਕੀਮ ਪੰਜਾਬ ਯੂਟੀਲਾਈਜੇਸ਼ਨ ਆਫ ਸਰਪਲਸ ਏਰੀਆ ਸਕੀਮ 1973 ਆਰ ਡਿਕਲੇਅਰਡ ਸਰਪਲਸ ਏਰੀਆ ਅੰਡਰ ਦਾ ਪੈਪਸੂ ਐਕਟ, ਪੰਜਾਬ ਐਕਟ। ਤੇ ਇਹ ਜਿਹੜੇ ਤਿੰਨੇ ਐਕਟ ਬਣ ਗਏ, ਚਾਹੇ ਤਾਂ ਉਹ ਪੰਜਾਬ ਐਕਟ ਦੇ ਤਹਿਤ, ਕਿਉਂਕਿ ਹੁਣ ਜਿਹੜਾ ਪੈਪਸੂ ਹੈ ਖਤਮ ਹੋ ਚੁੱਕਿਆ, ਪੈਪਸੂ ਦਾ ਸਾਰਾ ਏਰੀਆ ਪੰਜਾਬ ਦੇ ਵਿੱਚ ਮਤਲਬ ਕਿ ਇਨਕਲੂਡ ਹੋ ਚੁੱਕਿਆ, ਇਸ ਕਰਕੇ ਚਾਹੇ ਉਹ ਪੰਜਾਬ ਐਕਟ ਦੇ ਤਹਿਤ ਜ਼ਮੀਨ ਸਰਪਲਸ ਡਿਕਲੇਅਰ ਹੋਈ ਸੀ, ਚਾਹੇ ਪੈਪਸੂ ਐਕਟ ਦੇ ਤਹਿਤ, ਚਾਹੇ ਇਸ ਐਕਟ ਦੇ ਤਹਿਤ ਜ਼ਮੀਨ ਡਿਕਲੇਅਰ ਕੀਤੀ ਗਈ ਸਰਪਲਸ। ਤਾਂ ਇਹ ਜਿਹੜੀ ਸਕੀਮ ਹੈਗੀ ਹੈ ਪੰਜਾਬ ਯੂਟੀਲਾਈਜੇਸ਼ਨ ਆਫ ਸਰਪਲਸ ਏਰੀਆ ਸਕੀਮ 1973, ਇਹ ਸਕੀਮ ਦੇ ਤਹਿਤ ਹੀ ਜਿਹੜਾ ਏਰੀਆ ਹੈਗਾ ਸਰਪਲਸ ਏਰੀਆ ਲੋਕਾਂ ਦੇ ਵਿੱਚ ਅਲਾਟ ਕੀਤਾ ਜਾਂਦਾ ਹੈ। ਉਹਦੀ ਕਿੰਨਾ ਜ਼ਮੀਨ ਕਿਸ ਨੂੰ ਦਿੱਤੀ ਜਾ ਸਕਦੀ ਹੈ, ਕੌਣ ਵਿਅਕਤੀ ਜਿਹੜੇ ਐਲੀਜੀਬਲ ਨੇ
ਇਸ ਜ਼ਮੀਨ ਨੂੰ ਅਲਾਟ ਕਰਵਾਉਣ ਦੇ, ਇਹ ਸਾਰਾ ਦੱਸਿਆ ਗਿਆ ਇਹਦੇ ਵਿੱਚ। ਓਨਰਸ਼ਿਪ ਰਾਈਟਸ ਟੂ ਦ ਟੇਨੈਂਟਸ ਅੰਡਰ ਓਨਰ, ਓਨਰਸ਼ਿਪ ਰਾਈਟਸ ਦਿੱਤੇ ਜਾਂਦੇ ਟੇਨੈਂਟਸ ਨੂੰ। ਜੇ ਕੋਈ ਉਸੇ ਲੈਂਡ ਓਨਰ ਦੇ ਤਹਿਤ ਕੋਈ ਵਿਅਕਤੀ ਟੇਨੈਂਟ ਹੈਗਾ, ਜਿਸ ਲੈਂਡ ਓਨਰ ਦੀ ਜ਼ਮੀਨ ਨਿਕਲੀ ਹੈ ਸਰਪਲਸ ਦੇ ਵਿੱਚ, ਤਾਂ ਉਹ ਟੇਨੈਂਟ ਨੂੰ ਹੀ ਸਭ ਤੋਂ ਪਹਿਲਾਂ ਪ੍ਰੈਫਰੈਂਸ ਦਿੱਤੀ ਜਾਂਦੀ ਹੈ ਵੀ ਉਹਨੂੰ ਜ਼ਮੀਨ ਜਿਹੜੀ ਹੈਗੀ ਹੈ ਅਲਾਟ ਕਰ ਦਿੱਤੀ ਜਾਵੇ। ਫਿਰ ਦੈਨ ਅਲਾਟਮੈਂਟ ਟੂ ਦਾ ਟੇਨੈਂਟਸ ਮੈਂਬਰਸ ਆਫ ਦਾ SCBC ਐਂਡ ਲੈਂਡਲੈਸ ਐਗਰੀਕਲਚਰ ਵਰਕਰਸ। ਟੇਨੈਂਟਸ ਦੇ ਨਾਲ ਨਾਲ ਸਭ ਤੋਂ ਪਹਿਲਾਂ ਪ੍ਰੈਫਰੈਂਸ ਦਿੱਤੀ ਜਾਵੇ ਉਸੇ ਟੇਨੈਂਟ ਨੂੰ ਜ਼ਮੀਨ ਦਿੱਤੀ ਜਾਵੇ, ਫਿਰ ਮੈਂਬਰ ਆਫ ਦਾ SCBC ਮੈਂਬਰ ਹੋਣ ਕੋਈ, ਠੀਕ ਹੈ। ਫਿਰ ਲੈਂਡਲੈਸ ਐਗਰੀਕਲਚਰ ਵਰਕਰ ਹੋਵੇ, ਜ਼ਮੀਨ ਨਾ ਹੋਵੇ ਪਰ ਖੇਤੀਬਾੜੀ ਦਾ ਕੰਮ ਕਰਦਾ ਹੋਵੇ। ਏਰੀਆ ਨਾਟ ਐਕਸੀਡਿੰਗ 2 ਹੈਕਟਰਸ, ਮੈਕਸਿਮਮ ਜਿਹੜਾ ਏਰੀਆ ਹੈਗਾ 2 ਹੈਕਟਰ ਤੱਕ ਹੀ ਅਲਾਟ ਕੀਤਾ ਜਾ ਸਕਦਾ। 2 ਹੈਕਟਰ ਮਤਲਬ 5 ਕਿੱਲੇ ਤੱਕ ਜ਼ਮੀਨ ਦਿੱਤੀ ਜਾ ਸਕਦੀ ਹੈ। 5 ਕਿੱਲੇ ਤੱਕ ਕਿਹੜੀ? ਫਸਟ ਕੁਆਲਿਟੀ ਲੈਂਡ। ਜੇਕਰ ਸੈਕੰਡ ਕੁਆਲਿਟੀ ਦੀ ਲੈਂਡ ਆ ਗਈ ਤਾਂ ਵੱਧ ਜਾਂਦੀ ਹੈ ਜ਼ਮੀਨ ਆਪਣੇ ਆਪ ਹੀ, ਠੀਕ ਹੈ ਜੀ। ਥਰਡ ਕੁਆਲਿਟੀ ਦੀ ਆ ਗਈ ਤਾਂ ਹੋਰ ਵੱਧ ਜਾਂਦੀ ਹੈ। ਯਾਨੀ ਕਿ 2 ਹੈਕਟਰ ਫਸਟ ਕੁਆਲਿਟੀ ਲੈਂਡ ਦਿੱਤੀ ਜਾ ਸਕਦੀ ਹੈ, ਔਰ ਇਕੁਅਲ ਇਨਕਲੂਡਿੰਗ ਹਿਜ਼ ਓਨ ਲੈਂਡ। ਜੇ ਉਹਦੇ ਕੋਲ ਆਪਦੀ ਕੋਈ ਜ਼ਮੀਨ ਹੈਗੀ ਹੈ ਤਾਂ ਉਹ ਵੀ ਵਿੱਚ ਮਿਲਾ ਕੇ 2 ਹੈਕਟਰ ਤੋਂ ਵੱਧ ਜ਼ਮੀਨ ਉਹਦੇ ਕੋਲੇ ਨਹੀਂ ਹੋਣੀ ਚਾਹੀਦੀ, ਠੀਕ ਹੈ ਜੀ। ਸਬਸੈਕਸ਼ਨ 3 'ਚ ਕੀ ਕਿਹਾ ਗਿਆ? ਅਲਾਟਮੈਂਟ ਵਿਦ ਟਰਮਸ ਐਂਡ ਕੰਡੀਸ਼ਨਸ। ਕੁਝ ਟਰਮਸ ਐਂਡ ਕੰਡੀਸ਼ਨਸ ਜਿਹੜੀਆਂ ਸਰਕਾਰ ਵੱਲੋਂ ਲਗਾਈਆਂ ਜਾਂਦੀਆਂ ਵੀ ਤੁਸੀਂ ਕਿੰਨੀ ਦੇਰ ਤੱਕ ਇਹਨੂੰ ਵੇਚ ਨਹੀਂ ਸਕੋ, ਕਿੰਨੀ ਦੇਰ ਤੱਕ ਰੱਖ ਸਕਦੇ ਹੋ, ਠੀਕ ਹੈ। ਇੱਦਾਂ ਦੇ ਕੁਝ ਟਰਮਸ ਐਂਡ ਕੰਡੀਸ਼ਨ ਸਰਕਾਰ ਵੱਲੋਂ ਜਿਹੜੀਆਂ ਲਗਾਈਆਂ ਜਾਣਗੀਆਂ ਉਹ ਲਾਗੂ ਹੋਣਗੀਆਂ ਉਸ ਵੇਲੇ। ਦੈਨ ਸਬਸੈਕਸ਼ਨ 4 'ਚ ਕੀ ਹੈ? ਸਟੇਟ ਗਵਰਨਮੈਂਟ ਕੈਨ ਅਮੈਂਡ, ਵੇਰੀ ਔਰ ਰਿਵੋਕ ਐਨੀ ਸਕੀਮ। ਸਰਕਾਰ ਆਪਣੀ ਜਿਹੜੀ ਸਕੀਮ ਹੈਗੀ ਹੈ 1973 ਦੀ, ਇਹਦੇ ਵਿੱਚ ਕੋਈ ਅਮੈਂਡਮੈਂਟ ਵੀ ਕਰ ਸਕਦੀ ਹੈ, ਵੇਰੀ ਵੀ ਕਰ ਸਕਦੀ ਹੈ, ਵਾਪਸ ਵੀ ਲੈ ਸਕਦੀ ਹੈ। Then subsection 5 ਕੀ ਹੈ? Land acquired by the government under any law or by an heir by inheritance, not transfer, shall affect the vesting thereof in the state government or utilized. Land acquired by the government under any law or by an heir by inheritance, not transfer, shall affect the vesting thereof in state government or utilization. Or transfer. ਇਹ ਪਤਾ ਨਹੀਂ ਕੀ ਕਹਿ ਰਹੇ ਇੱਥੇ, ਚਲੋ ਛੱਡੋ। ਫਿਰ the utilization of the surplus area before the commencement of this act will not affect the right of the tenant. ਜੇ ਕੋਈ ਜ਼ਮੀਨ ਯੂਟਿਲਾਈਜ਼ ਕਰ ਦਿੱਤੀ, the utilization of surplus before the commencement of this act, ਇਸ ਐਕਟ ਤੋਂ ਪਹਿਲਾਂ ਹੀ, ਠੀਕ ਹੈ, ਜਿਹੜੀ ਪੰਜਾਬ ਐਕਟ ਦੇ ਤਹਿਤ ਜਾਂ ਪੈਪਸੂ ਐਕਟ ਦੇ ਤਹਿਤ ਸਰਪਲਸ ਨਿਕਲੀ ਵੀ ਸੀਗੀ, will not affect the right of the tenant to purchase land under section 15 or right of the owners to receive rent from the tenant. ਉਹ ਇਹ ਕਹਿ ਰਿਹਾ ਵੀ ਜੇ ਪਿਛਲੇ ਐਕਟ ਦੇ ਤਹਿਤ ਰਹੀ ਕੋਈ ਜ਼ਮੀਨ ਜਿਹੜੀ ਸਰਪਲਸ ਨਿਕਲੀ ਵੀ ਸੀ, ਉਹ ਜ਼ਮੀਨ ਅੱਗੇ ਮਤਲਬ ਕਿ ਕਿਸੇ ਵਿਅਕਤੀ ਨੂੰ ਕਿਸੇ ਟੇਨੈਂਟ ਨੂੰ ਦੇ ਦਿੱਤੀ ਗਈ, ਤਾਂ ਉਹਦੇ ਉੱਪਰ ਜਿਹੜਾ ਇਹ ਰਾਈਟ ਜਿਹੜਾ ਐਕਟ ਹੈਗਾ ਉਹਦੇ ਤੇ ਅਫੈਕਟ ਨਹੀਂ ਕਰੇਗਾ। where the succession has opened after the surplus area has been determined by the collector, the saving specified in the favor of the heir by inheritance under section 5 shall not apply in respect of the area so determined. ਜੇ ਕੋਈ ਵਿਅਕਤੀ ਜਿਹੜਾ ਹੈਗਾ ਉਹਦੀ ਜ਼ਮੀਨ ਜਿਹੜੀ ਡਿਟਰਮਿਨ ਹੋ ਚੁੱਕੀ ਹੈ, ਬਾਅਦ ਦੇ ਵਿੱਚ ਕੋਈ ਸਕਸੈਸ਼ਨ ਓਪਨ ਹੋਇਆ ਕਿਸੇ ਹੋਰ ਦਾ, ਉਸ ਸਕਸੈਸ਼ਨ ਹੋਏ ਓਪਨ ਦੇ ਸਕਸੈਸ਼ਨ ਓਪਨ ਹੋਣ ਤੋਂ ਬਾਅਦ ਕੋਈ ਜ਼ਮੀਨ ਜਿਹੜੀ ਹੈਗੀ ਹੈ ਕਿਸੇ ਹੇਅਰ ਨੂੰ ਮਿਲ ਚੁੱਕੀ ਹੈ, ਤਾਂ ਹੇਅਰ ਦੇ ਜਿਹੜੇ ਰਾਈਟਸ ਨੇ ਇੱਥੇ ਸੇਵ ਨਹੀਂ ਹੋਣਗੇ। ਜਿਹੜੀ ਪਹਿਲਾਂ ਡਿਟਰਮਿਨ ਹੋ ਚੁੱਕੀ ਹੈ ਉਹ ਠੀਕ ਹੈ, ਉਸ ਤੋਂ ਬਾਅਦ ਜੇ ਕੋਈ ਜ਼ਮੀਨ ਉਸਨੂੰ ਹੋਰ ਆਉਂਦੀ ਹੈ ਤਾਂ ਉਹ ਸਰਪਲਸ ਜਾਵੇਗੀ। ਸੈਕਸ਼ਨ 12 ਕੀ ਕਹਿੰਦਾ ਹੈ? ਬਾਰ ਆਫ ਐਕੁਜੀਸ਼ਨ ਆਫ ਦਾ ਲੈਂਡ ਇਨ ਐਕਸੈਸ ਆਫ ਪਰਮਿਸਿਬਲ ਏਰੀਆ। No person, owner or tenant, ਜੇ ਮਾਲਕ ਹੈ ਜੇ ਟੇਨੈਂਟ ਹੈ, shall acquire or possess, ਨਾ ਹੀ ਉਹ acquire ਕਰ ਸਕਦਾ ਹੈ, ਨਾ ਹੋਰ ਲੈ ਸਕਦਾ ਹੈ, ਨਾ ਹੀ ਉਹ ਕਬਜ਼ਾ ਰੱਖ ਸਕਦਾ ਹੈ, by transfer, exchange, lease agreement, etc. and any land exceeds permissible area including his own land. ਜਿਹੜੀ ਉਹਦੀ ਆਪਣੀ ਓਨਰਸ਼ਿਪ ਹੈਗੀ ਹੈ, ਠੀਕ ਹੈ, ਤੇ ਉਹ ਪਰਮਿਸਿਬਲ ਏਰੀਆ ਤੋਂ ਫਾਲਤੂ ਹੋਰ ਜ਼ਮੀਨ ਨਾ ਤਾਂ ਉਹ ਗਹਿਣੇ ਲੈ ਸਕਦਾ ਕਿਸੇ ਦੀ, ਨਾ ਲੀਜ਼ ਤੇ ਲੈ ਸਕਦਾ ਹੈਗਾ, ਨਾ ਉਹ ਬਾਈ ਟ੍ਰਾਂਸਫਰ ਵਗੈਰਾ ਐਕਸਚੇਂਜ ਵਗੈਰਾ ਨਾ ਉਹ ਪਰਚੇਜ ਕਰ ਸਕਦਾ ਹੈ। provided not apply to the corporate society but apply to the members of the corporate society. ਜੇ ਕੋਈ corporate society ਖੁਦ ਮੈਂਬਰ ਉਹ ਹੈਗੀ ਹੈ
ਉਹਦੇ ਤੇ ਲਾਗੂ ਨਹੀਂ ਹੁੰਦਾ, ਪਰ ਜੇ ਕੋਈ ਮੈਂਬਰ ਹੈਗਾ ਮੈਂਬਰ ਦੇ ਉੱਪਰ ਇਹ ਜਿਹੜਾ ਲਾਅ ਹੈਗਾ ਲਾਗੂ ਹੋਏਗਾ। ਐਨੀ ਟ੍ਰਾਂਸਫਰ ਐਕਸਚੇਂਜ ਲੀਜ਼ ਐਗਰੀਮੈਂਟ ਮੇਡ ਇਨ ਕੰਟਰਾਵੈਂਸ਼ਨ ਸ਼ੈਲ ਬੀ void। ਜੇ ਕੋਈ ਐਗਰੀਮੈਂਟ ਵਗੈਰਾ ਕਰਿਆ ਜਾਂਦਾ ਹੈਗਾ, ਕੋਈ ਲੀਜ਼ ਕਰੀ ਜਾਂਦੀ ਹੈਗੀ ਹੈ ਬਾਅਦ ਦੇ ਵਿੱਚ ਪਰਮਿਸਿਬਲ ਏਰੀਆ ਤੋਂ ਐਕਸੈਸ ਦੇ ਲੈਂਡ ਦੇ ਰਿਗਾਰਡਿੰਗ, ਤਾਂ ਉਹ ਜਿਹੜੀ ਹੈਗੀ ਹੈ ਨਲ ਐਂਡ void ਮੰਨੀ ਜਾਏਗੀ। ਪਾਵਰ ਟੂ ਸੈਪਰੇਟ ਸ਼ੇਅਰ ਆਫ ਦਾ ਓਨਰ ਇਨ ਜੁਆਇੰਟ ਲੈਂਡ, ਕਿਸੇ ਵਿਅਕਤੀ ਦੀ ਕੋਈ ਜੁਆਇੰਟ ਲੈਂਡ ਸੀ, ਉਹਦੇ ਵਿੱਚੋਂ ਉਹਦਾ ਕੁਝ ਸ਼ੇਅਰ ਜਿਹੜਾ ਸੀਗਾ ਸਰਪਲਸ ਡਿਕਲੇਅਰ ਹੋ ਗਿਆ, ਪਰ ਉਹ ਜਿਹੜੀ ਖੇਵਟ ਹੈ ਸਾਂਝੀ ਹੈਗੀ ਹੈ। ਤਾਂ ਇਫ ਇਨ ਦਾ ਜੁਆਇੰਟ ਖੇਵਟ ਲੈਂਡ ਆਫ ਐਨੀ ਸ਼ੇਅਰ ਹੋਲਡਰ ਡਿਕਲੇਅਰਡ ਸਰਪਲਸ, ਤਾਂ ਕਲੈਕਟਰ ਕੋਲੇ ਪਰਮਿਸ਼ਨ ਪਾਵਰ ਹੈਗੀ ਹੈ, ਕਲੈਕਟਰ ਜਿਹੜੀ ਹੈਗੀ ਉਸ ਜ਼ਮੀਨ ਦੀ ਪਾਰਟੀਸ਼ਨ ਕਰਵਾ ਕੇ ਜਿਹੜਾ ਸਰਪਲਸ ਏਰੀਆ ਹੈਗਾ ਉਹਦੀ ਵੱਖਰੀ ਖੇਵਟ ਕਲੈਕਟਰ ਵੱਲੋਂ ਬਣਵਾਈ ਜਾ ਸਕਦੀ ਹੈ। ਕਲੈਕਟਰ ਸੂ ਮੋਟੋ ਕੈਨ ਗੈਟ ਪਾਰਟੀਸ਼ਨ if consolidation is being made, collector can direct to make a separate tuck of the surplus area। ਜੇ ਉਸ ਵੇਲੇ ਕਿਤੇ ਕੰਸੋਲੀਡੇਸ਼ਨ ਹੋ ਰਹੀ ਹੈ ਤਾਂ ਜਿਹੜਾ ਜੇ ਕੋਈ ਸਾਂਝੀ ਖੇਵਟ ਦੇ ਵਿੱਚੋਂ ਕੋਈ ਜ਼ਮੀਨ ਕਿਸੇ ਵਿਅਕਤੀ ਦੀ ਸਰਪਲਸ ਨਿਕਲੀ ਹੈ ਤਾਂ ਕਲੈਕਟਰ ਵੱਲੋਂ ਆਰਡਰ ਕੀਤਾ ਜਾ ਸਕਦਾ ਵੀ ਇਹਦੀ ਜਿਹੜਾ ਟੱਕ ਹੈਗਾ ਸਰਪਲਸ ਜ਼ਮੀਨ ਦਾ ਵੱਖਰਾ ਬਣਾਇਆ ਜਾਵੇ। ਐਗਜ਼ੈਂਪਸ਼ਨ ਸੈਕਸ਼ਨ 14 ਐਗਜ਼ੈਂਪਸ਼ਨ ਆਫ ਦਾ ਲੈਂਡ ਬਿਲੋਂਗਿੰਗ ਟੂ ਦਾ ਰਿਲੀਜੀਅਸ ਔਰ ਚੈਰੀਟੇਬਲ ਇੰਸਟੀਟਿਊਸ਼ਨਸ। ਕੁਝ ਜਿਹੜੇ ਲੈਂਡਸ ਹੈਗੀਆਂ ਨੇ ਜਿਹਨੂੰ ਐਗਜ਼ੈਂਪਟ ਕੀਤਾ ਗਿਆ ਇਸ ਐਕਟ ਦੇ ਵਿੱਚੋਂ, ਜਿਹੜੀਆਂ ਲੈਂਡਸ ਨੇ ਉਹ ਰਿਲੀਜੀਅਸ ਕੋਈ ਰਿਲੀਜੀਅਸ ਇੰਸਟੀਚਿਊਟ ਨੇ, ਚੈਰੀਟੇਬਲ ਇੰਸਟੀਚਿਊਟ ਹੈਗੇ ਆ। ਉਹ ਦੱਸੇ ਗਿਆ ਲੈਂਡਸ ਆਫ ਦਾ ਰਿਲੀਜੀਅਸ ਔਰ ਚੈਰੀਟੇਬਲ ਐਗਜ਼ਿਸਟ ਬਿਫੋਰ ਦਾ ਕਮੈਂਸਮੈਂਟ ਆਫ ਦਿਸ ਐਕਟ। ਇਸ ਐਕਟ ਦੇ ਕਮੈਂਸਮੈਂਟ ਹੋਣ ਤੋਂ ਪਹਿਲਾਂ, ਠੀਕ ਹੈ, ਕੋਈ ਇੰਸਟੀਚਿਊਟ ਨੇ ਉਹ ਐਗਜ਼ਿਸਟ ਕਰਦੇ ਨੇ। ਐਗਜ਼ੈਂਪਸ਼ਨ ਅਲਾਉਡ ਓਨਲੀ ਟੂ ਸੱਚ ਏ ਟਾਈਮ ਐਜ਼ ਲੈਂਡ ਔਰ ਇਨਕਮ ਇਜ਼ ਯੂਟਿਲਾਈਜ਼ਡ ਫॉर ਦਾ ਪਰਪਸ ਆਫ ਸਪੈਸੀਫਾਈਡ। ਕਿਹੜੇ ਪਰਪਸ ਲਈ ਇਹ ਜਿਹੜਾ ਇੰਸਟੀਚਿਊਟ ਬਣਿਆ ਸੀਗਾ, ਪਰਪਸ ਉਹੀ ਮਤਲਬ ਕਿ ਉਹਦੇ ਮੁਤਾਬਕ ਜਿਹੜੀ ਯੂਟਿਲਾਈਜ਼ ਹੁੰਦੀ ਹੋਵੇ, ਤਾਂ ਜਿਹੜੇ ਉਹ ਉਹਨਾਂ ਲੈਂਡਸ ਨੂੰ ਮਤਲਬ ਐਗਜ਼ੈਂਪਸ਼ਨ ਦਿੱਤੀ ਗਈ ਹੈਗੀ ਹੈ। ਕਿਹੜੀਆਂ ਨੇ ਇਹ ਜਿਹੜੀਆਂ ਇੰਸਟੀਚਿਊਟ ਹੈਗੇ ਇੱਦਾਂ ਦੇ, ਕਿਹੜੇ ਹੋ ਸਕਦੇ ਨੇ? ਕੋਈ ਟੈਂਪਲ ਹੋ ਸਕਦਾ, ਉਹਦੇ ਨਾਂ ਤੇ ਕੋਈ ਜ਼ਮੀਨ ਹੋ ਸਕਦੀ ਹੈ, ਉਹਦੇ ਉੱਪਰ ਇਹ ਐਕਟ ਲਾਗੂ ਨਹੀਂ ਹੁੰਦਾ। ਕੋਈ ਗੁਰਦੁਆਰਾ ਸਾਹਿਬ ਹੈਗੇ ਹੈ, ਕੋਈ ਗਊਸ਼ਾਲਾ ਹੈਗੀ ਹੈ, ਕੋਈ ਵਕਫ ਬੋਰਡ ਦੀ ਕੋਈ ਧਾਰਮਿਕ ਸੰਸਥਾ ਹੈਗੀ, ਜਗ੍ਹਾ ਹੈਗੀ ਹੈ, ਇੱਦਾਂ ਹੀ ਐਨੀ ਅਦਰ ਰਿਲੀਜੀਅਸ ਪਲੇਸ ਪਬਲਿਕ ਨੇਚਰ। ਇਹ ਜਿਹੜੀਆਂ ਲੈਂਡ ਹੈਗੀਆਂ ਨੇ ਇਹ ਐਕਟ ਦੇ ਵਿੱਚ ਸਰਪਲਸ, ਇਹਨਾਂ ਦਾ ਏਰੀਆ ਜਿਹੜਾ ਸਰਪਲਸ ਡਿਕਲੇਅਰ ਨਹੀਂ ਕੀਤਾ ਜਾਂਦਾ। ਨੈਕਸਟ ਹੈਗਾ ਰਾਈਟਸ ਆਫ ਦਾ ਟੈਨੈਂਟਸ ਟੂ ਪਰਚੇਜ਼ ਦਾ ਲੈਂਡ। ਸੈਕਸ਼ਨ 15 ਹੈਗਾ ਰਾਈਟਸ ਆਫ ਦਾ ਟੈਨੈਂਟਸ ਟੂ ਪਰਚੇਜ਼ ਦਾ ਲੈਂਡ। A tenant who was entitled to purchase a land in his tenancy under section 18 Punjab law or section 22 PEPSU law before this act। ਇਸ ਐਕਟ ਤੋਂ ਪਹਿਲਾਂ ਕੁਝ ਜਿਹੜੇ ਐਕਟ ਸੀਗੇ ਬਣੇ ਹੋਏ ਸੀ, ਜਿਹੜੇ PEPSU law ਪੰਜਾਬ law, ਉਹਦੇ ਵਿੱਚ ਟੈਨੈਂਟਸ ਨੂੰ ਕੁਝ ਪਾਵਰ ਦਿੱਤੀਆਂ ਗਈਆਂ ਸੀਗੀਆਂ ਵੀ ਜੇ ਕੋਈ ਲੈਂਡ ਓਨਰ ਕੋਈ ਜ਼ਮੀਨ ਵੇਚਣੀ ਚਾਹੁੰਦਾ ਹੈਗਾ ਤਾਂ ਟੈਨੈਂਟਸ ਨੂੰ ਪਹਿਲਾ ਰਾਈਟ ਹੈਗਾ ਵੀ ਟੈਨੈਂਟਸ ਉਹ ਜ਼ਮੀਨ ਖਰੀਦ ਸਕਦਾ ਹੈ। ਠੀਕ ਹੈ, ਇਸ ਕਰਕੇ ਇੱਥੇ ਸੈਕਸ਼ਨ 15 ਦੱਸਿਆ ਗਿਆ ਰਾਈਟ ਆਫ ਦਾ ਟੈਨੈਂਟਸ ਟੂ ਪਰਚੇਜ਼ ਦਾ ਲੈਂਡ shall be entitled to purchase such land from landowner on the terms and conditions applicable before this act। terms and conditions ਉਹੀ ਲਾਗੂ ਹੋਣਗੀਆਂ ਜਿਹੜੀਆਂ ਪਹਿਲਾਂ ਸੀਗੀਆਂ ਐਕਟ ਦੀਆਂ। provided amount payable by the tenant for the land shall be 90 times of the land revenue। ਜੇ ਕੋਈ ਟੈਨੈਂਟ ਜ਼ਮੀਨ ਖਰੀਦਣੀ ਚਾਹੁੰਦਾ ਹੈਗਾ ਕਿਸੇ ਲੈਂਡ ਓਨਰ ਤੋਂ, ਤਾਂ ਉਸ ਨੂੰ ਕਿੰਨੀ ਪੇਮੈਂਟ ਦੇਣੀ ਪਏਗੀ? ਤਾਂ ਦੇਣੀ ਪਏਗੀ 90 ਟਾਈਮਸ ਆਫ ਦਾ ਲੈਂਡ ਰੈਵਨਿਊ ਪਰ ਹੈਕਟਰ, ਜਾਂ ਫਿਰ 500 ਰੁਪਏ ਪਰ ਹੈਕਟਰ। ਸੈਕੰਡ ਦੇ ਵਿੱਚ ਕੀ ਕਿਹਾ ਗਿਆ? ਲਿਮਿਟੇਸ਼ਨ ਆਫ ਦਾ ਪਰਚੇਜ਼ ਪੀਰੀਅਡ 1 ਈਅਰ। 1 ਸਾਲ ਦੇ ਅੰਦਰ ਉਹਨੂੰ ਸਮਾਂ ਦਿੱਤਾ ਗਿਆ ਵੀ 1 ਸਾਲ ਦੇ ਅੰਦਰ ਤੁਸੀਂ ਪਰਚੇਜ਼ ਕਰ ਸਕਦੇ ਹੋ ਟੈਨੈਂਟ ਨੂੰ। ਦੈਨ ਸਬਸੈਕਸ਼ਨ 2 ਚ ਕੀ ਗਿਆ? ਐਪਲੀਕੇਸ਼ਨ ਟੂ ਦਾ ਅਸਿਸਟੈਂਟ ਫਿਸਕਲ ਏਸੀ ਫਸਟ ਫॉर द परचेज ऑफ द लैंड। कोई टेनेंट परचेज करनी चाहता जमीन इदा लैंडलॉर्ड की, तो अर्जी देगा अपनी एसी फस्ट दे। नोटिस टू द लैंड ओनर इनकुआरी डिटरमाइन द अमाउंट। फिर नोटिस जाएगा लैंड ओनर को, फिर उसकी इनकुआरी होएगी तो फिर उसकी जी अमाउंट है डिटरमाइन की जाएगी, इन्नी पेमेंट ने जमा करवानी है। पेमेंट बाय द टेनेंट लमसम दे सकता है या फिर हाफ ईयरली इंस्टॉलमेंट दे सकता है। ऑन द पेमेंट इंटायर और फस्ट इंस्टॉलमेंट, चाहे उन्हें सारी पेमेंट जमा करा दी इको टाइम या फिर उन्हें पहली किस्त दे दी, tenant shall be the deemed to be the to have become the owner of the land
he shall be put into possession. If a default committed in payment, recovered as area of the land. ਜੇ ਕੋਈ ਡਿਫਾਲਟ ਕਮਿਟ ਕਰਦਾ ਹੈ ਤਾਂ ਫਿਰ ਏਰੀਆ ਦੇ ਵਿੱਚੋਂ ਰਿਕਵਰੀ ਕੀਤੀ ਜਾ ਸਕਦੀ ਹੈ। ਇਫ ਲੈਂਡ ਇਜ਼ ਮੌਰਗੇਜ ਸ਼ੈਲ ਬੀ ਪਾਸ ਟੂ ਦਾ ਟੈਨੈਂਟ unencumbered by the mortgage amount charged on the purchase price। ਜਿਹਦੀ mortgage amount ਹੈਗੀ ਆ ਉਹ purchase price ਦੇ ਵਿੱਚੋਂ ਅੱਗੇ ਸੈਟਲ ਕੀਤੀ ਜਾਏਗੀ। then ਹੈਗਾ section 16 summary eviction and fine। any person who is wrongful or unauthorized possession of any land। ਜੇ ਕੋਈ ਵਿਅਕਤੀ ਹੈਗਾ ਥਰਡ ਪਰਸਨ ਕੋਈ ਹੈਗਾ wrongful possession ਦੇ ਵਿੱਚ ਹੈਗਾ, ਠੀਕ ਹੈ, ਜ਼ਮੀਨ ਸਰਪਲਸ ਡਿਕਲੇਅਰ ਹੋ ਗਈ ਹੈ, the transfer of which either by the act of parties or by the operation of law is invalid under the provisions of this act, or to use and occupation which he is not entitled under the provisions of this act, may on an application for the possession and after summary inquiry be ejected by the collector। ਕੋਈ ਥਰਡ ਪਰਸਨ ਕੋਈ ਜ਼ਮੀਨ ਦੇ ਉੱਪਰ ਬੈਠਾ ਹੈਗਾ, ਕਬਜ਼ੇ 'ਚ ਬੈਠਾ ਹੈਗਾ, ਗੈਰ ਮਲੂਸੀ ਹੈਗਾ, ਠੀਕ ਹੈ, ਉਹਦੀ ਜ਼ਮੀਨ ਸਰਪਲਸ ਡਿਕਲੇਅਰ ਹੋ ਚੁੱਕੀ ਹੈ ਤਾਂ ਜੇ ਕਿਸੇ ਵਿਅਕਤੀ ਨੂੰ ਉਹ ਜ਼ਮੀਨ ਲੋਟ ਕਰ ਦਿੱਤੀ ਗਈ, ਠੀਕ ਹੈ, ਉਹ ਅਰਜੀ ਦੇ ਕੇ ਤਾਂ ਕਲੈਕਟਰ ਉਸ ਨੂੰ eject ਕਰ ਸਕਦਾ ਹੈ। Section 70 है abrogation of the pending decrees or orders। जो कोई ਜਿਹੜਾ ਕੋਰਟ ਦਾ ਆਰਡਰ ਹੋਏਗਾ ਇਸ ਐਕਟ ਦੇ ਕੰਟਰਾਡਿਕਟਰੀ ਹੋਏਗਾ ਉਹ ਇਨਵੈਲਿਡ ਸਮਝਿਆ ਜਾਏਗਾ। ਅਪੀਲ ਰਿਵਿਊ ਤੇ ਰਿਵੀਜ਼ਨ ਦੀ ਗੱਲ ਕੀਤੀ ਗਈ ਹੈ। ਇਹ ਜਿਹੜੇ ਸੈਕਸ਼ਨ ਸਾਡੇ ਹੈਗੇ ਨੇ ਪੰਜਾਬ ਟੈਨੈਂਸੀ ਐਕਟ ਦੇ 80 81 82 83 84 ਉਹੀ ਲਾਗੂ ਹੋਣਗੇ। ਨਵੀਂ ਡੇਟਸ ਨਹੀਂ ਇਹਦੇ ਵਿੱਚ ਹੈਗੀਆਂ। ਸੈਕਸ਼ਨ 80 81 82 83 ਐਂਡ 84 ਦਾ ਪੰਜਾਬ ਟੈਨੈਂਸੀ ਐਕਟ 87 ਕਿਸੇ ਨੇ ਅਪੀਲ ਫਾਈਲ ਕਰਨੀ ਹੈ, ਰਿਵਿਊ ਫਾਈਲ ਕਰਨੀ ਹੈ, ਰਿਵੀਜ਼ਨ ਫਾਈਲ ਕਰਨੀ ਹੈ, ਠੀਕ ਹੈ, ਉਹ ਟੈਨੈਂਸੀ ਐਕਟ ਦੇ ਸੇਮ ਜਿਹੜੇ ਸੈਕਸ਼ਨਸ ਹੈਗੇ ਆ ਉਹ ਲਾਗੂ ਹੁੰਦੇ ਆ ਇਹਦੇ ਉੱਤੇ। 19 ਹੈ ਕਰੈਕਸ਼ਨ ਆਫ ਕਲੈਰੀਕਲ ਐਰਰ। ਜੇ ਕੋਈ ਹੁੰਦੀ ਹੈ ਗਲਤੀ ਹੋ ਜਾਂਦੀ ਕਿਸੇ ਰਿਕਾਰਡ ਦੇ ਵਿੱਚ ਉਹਦੀ ਕਰੈਕਸ਼ਨ ਕੀਤੀ ਜਾ ਸਕਦੀ ਹੈ। clerical and arithmetical mistakes can be corrected at any time। ਕੋਰਟ ਫੀਸ ਦੀ ਗੱਲ ਕੀਤੀ ਗਈ ਹੈ। ਬਾਰ ਆਫ ਦਾ jurisdiction ਮਤਲਬ ਕਿ ਜਿਹੜੀ ਸਿਵਲ ਕੋਰਟਸ ਹੈਗੀਆਂ ਨੇ, ਸਿਵਲ ਕੋਰਟਸ ਇਹਨਾਂ ਕੇਸਾਂ ਨੂੰ ਡੀਲ ਨਹੀਂ ਕਰਦੀਆਂ। ਇਹ ਜੇ ਗਲਤੀ ਨਾਲ ਵੀ ਕੋਈ ਵਿਅਕਤੀ ਜਿਹੜਾ ਹੈਗਾ ਸਿਵਲ ਕੋਰਟ ਚਲਾ ਜਾਂਦਾ ਤਾਂ ਉਹ ਸਿਵਲ ਕੋਰਟ ਵੱਲੋਂ ਇਸ ਨੂੰ ਰੈਵਨਿਊ ਕੋਰਟ ਦੇ ਵਿੱਚ ਜਿਹੜੇ ਕੇਸ ਨੇ ਡੀਲ ਕੀਤੇ ਜਾਂਦੇ ਨੇ। ਇੰਡੈਮਨਿਟੀ no suit or other legal proceedings shall be lie against any authority in respect of anything done in good faith। ਕਿਸੇ ਆਫੀਸਰ ਵੱਲੋਂ, ਠੀਕ ਹੈ, ਇਸ ਐਕਟ ਨੂੰ ਲਾਗੂ ਕਰਨ ਦੀ ਖਾਤਰ ਕੋਈ ਵੀ ਕਿਸੇ ਤਰ੍ਹਾਂ ਦੀ ਪ੍ਰੋਸੀਡਿੰਗ ਸਟਾਰਟ ਕੀਤੀ ਜਾਂਦੀ ਹੈ, ਕੋਈ ਐਕਟ ਕੀਤਾ ਜਾਂਦਾ ਹੈਗਾ ਤਾਂ ਉਹਨੂੰ ਇਹਦੇ ਵਿੱਚ ਹੈਗੀ ਹੈ ਮਤਲਬ ਕਿ ਇੰਡੈਮਨਿਟੀ ਦਿੱਤੀ ਗਈ ਹੈ। ਉਹਦੇ ਖਿਲਾਫ ਕੋਈ ਵੀ ਜਿਹੜਾ ਮੁਕੱਦਮਾ ਹੈਗਾ ਕਿਸੇ ਵੀ ਕੋਰਟ ਦੇ ਵਿੱਚ ਦਾਇਰ ਨਹੀਂ ਕੀਤਾ ਜਾ ਸਕਦਾ। ਪੈਨਲਟੀ ਫਾਰ ਮੇਕਿੰਗ ਫਾਲਸ ਸਟੇਟਮੈਂਟ। ਕੋਈ ਵਿਅਕਤੀ ਫਾਲਸ ਸਟੇਟਮੈਂਟ ਦਿੰਦਾ ਤਾਂ ਉਹਨੂੰ ਪੈਨਲਟੀ ਲਗਾਈ ਜਾ ਸਕਦੀ ਕਲੈਕਟਰ ਵੱਲੋਂ। ਮੋਡ ਆਫ ਰਿਕਵਰੀ, ਜਿਹਦੀ ਰਿਕਵਰੀ ਕੋਈ ਕਿਸੇ ਵਿਅਕਤੀ ਜੇ ਕੋਈ ਪੈਂਡ ਹੈਗੀ ਹੈ ਤਾਂ ਉਹ ਜਿਹੜਾ ਲੈਂਡ ਰੈਵਨਿਊ ਐਕਟ ਸਾਡਾ ਹੈਗਾ ਉਹਦੇ ਤਹਿਤ ਰਿਕਵਰੀ ਕੀਤੀ ਜਾ ਸਕਦੀ ਹੈ। ਨੈਕਸਟ ਹੈਗਾ ਐਗਜ਼ੈਂਪਸ਼ਨ ਆਫ ਸਰਟਨ ਲੈਂਡਸ ਫਰੋਮ ਦਾ ਆਪਰੇਸ਼ਨ ਆਫ ਦਿਸ ਐਕਟ, land owned by the government। ਸੈਕਸ਼ਨ 27 ਆ ਜਾਓ 27। ਜੇ ਕੋਈ ਸਰਕਾਰ ਦੀ ਜ਼ਮੀਨ ਹੈਗੀ ਹੈ, ਸਰਕਾਰ ਦੀ ਜ਼ਮੀਨ ਤੇ ਇਹ ਐਕਟ ਲਾਗੂ ਨਹੀਂ ਹੁੰਦਾ। ਲੋਕਲ ਅਥਾਰਟੀ ਦੀ ਕੋਈ ਜ਼ਮੀਨ ਹੈਗੀ ਹੈ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਗੈਰਾ ਜਿਵੇਂ ਦੀਆਂ ਪੰਜਾਬੀ ਯੂਨੀਵਰਸਿਟੀ ਹੈਗੀ ਹੈ, ਠੀਕ ਹੈ, ਇਹਨਾਂ ਜ਼ਮੀਨਾਂ ਉੱਪਰ ਵੀ ਇਹ ਜਿਹੜਾ ਐਕਟ ਲਾਗੂ ਨਹੀਂ ਹੁੰਦਾ। ਲੈਂਡ ਵਿਦ ਭੂਦਾਨ ਯੋਜਨਾ ਬੋਰਡ, ਭੂਦਾਨ ਯੋਜਨਾ ਬੋਰਡ ਬਣਿਆ ਸੀਗਾ 1955 ਦੇ ਵਿੱਚ। ਕੁਝ ਪਿੰਡਾਂ ਦੇ ਜ਼ਮੀਨਾਂ ਜਿਹੜੀਆਂ ਹੈਗੀਆਂ ਸਰਕਾਰ ਵੱਲੋਂ ਦਾਨ ਕੀਤੀਆਂ ਗਈਆਂ ਸੀਗੀਆਂ, ਠੀਕ ਹੈ, ਐਸੇ ਜ਼ਮੀਨਾਂ ਦੇ ਉੱਪਰ ਵੀ ਜਿਹੜਾ ਇਹ ਐਕਟ ਲਾਗੂ ਨਹੀਂ ਹੁੰਦਾ। एग्रीकल्चर कोऑपरेटिव क्रेडिट सोसाइटी ਉਹ ਲੈਣ ਦੇ ਉੱਪਰ ਵੀ ਇਹ ਲਾਗੂ ਨਹੀਂ ਹੁੰਦਾ ਐਕਟ, ਠੀਕ ਹੈ ਜੀ। ਇਹਦੇ ਨਾਲ ਜਿਹੜਾ ਤੁਹਾਡਾ ਇਹ ਐਕਟ ਹੈਗਾ ਇਹ ਖਤਮ ਹੋ ਜਾਂਦਾ ਹੈ।
ਪੰਜਾਬ ਸਿਕਿਉਰ ਪੈਪਸੂ ਐਕਟ ਹੈ ਤੇ ਪੰਜਾਬ ਐਕਟ ਹੈ, ਇਹ ਦੋਨੇ ਰਿਪੀਟ ਹੋ ਚੁੱਕੇ ਨੇ, ਪਰ ਫਿਰ ਵੀ ਇੱਕ ਵਾਰੀ ਡੈਫੀਨੇਸ਼ਨਾਂ ਸਾਰੀਆਂ ਸੇਮ ਨੇ, ਜਿਹੜੀਆਂ ਚ ਦਿੱਤੀਆਂ ਗਈਆਂ ਨੇ ਉਹੀ ਡੈਫੀਨੇਸ਼ਨ ਉਹਨਾਂ ਵਿੱਚ ਹੈਗੀਆਂ ਨੇ। ਉੱਥੇ ਜਿਹੜੀ ਗੱਲ ਕੀਤੀ ਗਈ ਹੈ 30 ਸਟੈਂਡਰਡ ਲਿਖਣ ਦੀ ਗੱਲ ਕੀਤੀ ਗਈ, ਇੱਕ ਵਾਰੀ ਤੁਸੀਂ ਜਿਹੜਾ ਉਸਨੂੰ ਰਿਵਾਈਜ਼ ਕਰ ਲੈਣਾ, ਠੀਕ ਹੈ ਜੀ। ਜੇ ਕੋਈ ਪ੍ਰੋਬਲਮ ਆਵੇ ਤਾਂ ਮੇਰੇ ਤੋਂ ਪੁੱਛ ਲੈਣਾ। ਵੈਸੇ ਮੇਨ ਜਿਹੜਾ ਐਕਟ ਹੈ ਇਸ ਵੇਲੇ ਅੱਜ ਦੀ ਪੋਜੀਸ਼ਨ ਦੇ ਵਿੱਚ ਇਹ ਲਾਗੂ ਹੁੰਦਾ ਹੈ, ਤੇ ਦੋਨੇ ਐਕਟ ਜਿਹੜੇ ਰਿਪੀਟ ਹੋ ਚੁੱਕੇ ਨੇ, ਡੈਫੀਨੇਸ਼ਨ ਸਾਰੀਆਂ ਸੇਮ ਨੇ, ਠੀਕ ਹੈ ਜੀ। ਬਸ ਉਹਦੇ 'ਚ ਜਿਹੜੀ ਹੈਗੀ ਆ ਬਾਕੀ ਸਾਰਾ ਕੁਝ ਉਹੀ ਹੈਗਾ। ਉਹਦੇ ਵਿੱਚ ਜਿਹੜੀ ਲਿਮਿਟੇਸ਼ਨ ਦਿੱਤੀ ਗਈ ਹੈ ਸਰਪਲਸ ਐਕਟ ਦੀ, ਸੌਰੀ ਪਰਮਿਸਿਬਲ ਏਰੀਆ ਦੀ ਤੇ ਸਰਪਲਸ ਏਰੀਆ ਦੀ, ਉਹ ਥੋੜਾ ਡਿਫਰੈਂਸ ਕਰਦੀ ਹੈ, ਤਾਂ ਹੀ ਬਾਅਦ ਸਰਕਾਰ ਨੇ ਇਸ ਨੂੰ ਸੋਧ ਕੇ ਇਹ ਨਵਾਂ ਐਕਟ ਬਣਾ ਦਿੱਤਾ ਗਿਆ ਹੈ। ਇਹਦੇ ਨਾਲ ਜਿਹੜਾ ਆਪਣਾ ਪੇਪਰ ਨੰਬਰ 4 ਹੁੰਦਾ ਹੈ ਉਹ ਹੋਰ ਹੈਗਾ, ਇਹ ਖਤਮ ਹੋ ਜਾਂਦਾ ਹੈ। ਕੱਲ ਅਸੀਂ ਪੜਾਂਗੇ ਪੇਪਰ ਨੰਬਰ 5। ਕਿਸ ਦਾ ਕੋਈ ਕੁਐਸਚਨ ਹੈਗਾ ਜੀ, ਕੋਈ ਕਲੈਰੀਫਿਕੇਸ਼ਨ ਕੋਈ ਹੈਗੀ ਹੈ ਤਾਂ ਪੁੱਛ ਸਕਦੇ ਹੋ। ਇਹ ਜਿਹੜਾ ਐਕਟ ਹੈ ਬਹੁਤ ਇੰਪੋਰਟੈਂਟ ਹੈ। ਹਾਂਜੀ ਸਾਰੇ ਐਕਟ ਦਾ ਧਾਰਮਿਕ ਡੇਰਿਆਂ ਤੇ ਹੁੰਦਾ ਜੀ ਲਾਗੂ ਹੁੰਦਾ? ਨਹੀਂ ਲਾਗੂ ਹੁੰਦਾ। ਰਿਲੀਜੀਅਸ ਦੀ ਚੀਜ਼ਾਂ ਤੇ ਰਿਲੀਜੀਅਸ ਜਿਹੜੇ ਇੰਸਟੀਚਿਊਟ ਹੈਗੇ ਉਹਨਾਂ ਤੇ ਲਾਗੂ ਨਹੀਂ ਹੁੰਦਾ। ਆਪਾਂ ਪੜਿਆ ਨਾ ਇਹਦੇ ਵਿੱਚ ਹੁਣ ਲਾਸਟ ਵਿੱਚ ਆ ਕੇ, ਉਦੋਂ ਪਹਿਲਾਂ ਵੀ ਆਇਆ ਸੀ ਬਾਅਦ ਵਿੱਚ ਐਗਜ਼ੈਂਪਸ਼ਨਸ 71 ਤੋਂ ਬਾਅਦ ਚ ਭਾਵੇਂ ਖਰੀਦੀ ਜਾਂਦੇ ਆ ਸਾਡੇ ਦੇ, ਉਹਨਾਂ ਤੇ ਲਾਗੂ ਨਹੀਂ ਹੁੰਦਾ ਹੈਗਾ। ਰਿਲੀਜੀਅਸ ਇੰਸਟੀਚਿਊਟ ਤੇ ਲਾਗੂ ਨਹੀਂ ਹੁੰਦਾ। ਹੁਣ ਵੀ ਤਾਂ ਜ਼ਮੀਨਾਂ, ਹੁਣ ਵੀ ਤਾਂ ਵੱਡੀਆਂ ਵੱਡੀਆਂ ਬਿਲਡਿੰਗਸ ਆਪਣੀਆਂ ਯੂਨੀਵਰਸਿਟੀਆਂ ਬਣ ਰਹੀਆਂ ਨੇ, ਠੀਕ ਹੈ, ਵੱਡੇ ਵੱਡੇ ਇੰਸਟੀਚਿਊਟ ਬਣ ਰਹੇ ਨੇ, ਗੁਰਦੁਆਰਾ ਮੰਦਿਰ, ਉਹਨਾਂ ਦੇ ਨਾਂ ਤੇ ਜ਼ਮੀਨਾਂ ਖਰੀਦੀਆਂ ਜਾ ਰਹੀਆਂ ਹੈਗੀਆਂ ਨੇ। ਤੇ ਜਿਹੜੇ ਚੈਰੀਟੇਬਲ ਇੰਸਟੀਚਿਊਟ ਹੈਗੇ ਨੇ ਜਾਂ ਐਜੂਕੇਸ਼ਨ ਦੇ ਜਿਹੜੇ ਅਦਾਰੇ ਹੈਗੇ ਆ, ਉਹਨਾਂ ਦੇ ਉੱਪਰ ਇਹ ਐਕਟ ਲਾਗੂ ਨਹੀਂ ਹੁੰਦਾ। ਐਗਰੀਕਲਚਰ ਯੂਨੀਵਰਸਿਟੀਜ਼ ਹੈਗੀਆਂ ਨੇ, ਠੀਕ ਹੈ, ਉਹਨਾਂ ਉੱਪਰ ਲਾਗੂ ਨਹੀਂ ਹੁੰਦਾ। ਸਰ ਇਹ ਚੈਪਟਰ 1 ਦੇ ਵਿੱਚ ਡੈਫੀਨੇਸ਼ਨਸ ਲਿਖੀਆਂ ਹੋਈਆਂ ਨੇ, ਸਰ ਆਪਾਂ ਇਹਨੂੰ ਲਿਖਣਾ ਕਿਵੇਂ ਹੈ ਪੇਪਰ ਦੇ ਵਿੱਚ? ਸੈਕਸ਼ਨ ਕਿਵੇਂ ਲਿਖਾਂਗੇ ਜੀ ਇਹਦੇ ਵਿੱਚ? ਚੈਪਟਰ 1 ਲਿਖਾਂਗੇ ਜੀ? ਚੈਪਟਰ ਦੀ ਕੋਈ ਲੋੜ ਨਹੀਂ ਲਿਖਣ ਦੀ, ਤੁਸੀਂ ਸੈਕਸ਼ਨ ਲਿਖ ਸਕਦੇ ਹੋ। ਇਕੱਲਾ ਲੈਂਡ ਫਾਰਮਸ ਐਕਟ ਸਾਰੀ ਸੈਕਸ਼ਨ ਦਾ, ਸੌਰੀ ਬੁੱਕ ਦਾ ਹਵਾਲਾ ਦੇ ਕੇ ਪਹਿਲਾਂ ਬੁੱਕ ਦਾ ਹਵਾਲਾ ਦਿਓ, ਜਿਵੇਂ ਲੈਂਡ ਫਾਰਮਸ ਐਕਟ 1972, ਠੀਕ ਹੈ। ਫਿਰ ਸੈਕਸ਼ਨ, ਫਿਰ ਅੱਗੇ ਸਬ ਸੈਕਸ਼ਨ, ਫਿਰ ਅੱਗੇ ਕਲੌਜ਼ ਆ ਜਾਂਦੀ ਹੈ। ਜੇ ਕੋਈ ਤੁਸੀਂ ਕਲੌਜ਼ ਨਾਲ ਤੁਹਾਡਾ ਜਿਹੜਾ ਕੁਐਸਚਨ ਹੈਗਾ ਉਹ ਕਲਾਸ ਨਾਲ ਰਿਲੇਟਡ ਹੈਗਾ, ਫਿਰ ਤੁਸੀਂ ਕਲਾਸ ਤੱਕ ਵੀ ਲਿਖੋਗੇ, ਨਾਲ ਸੈਕਸ਼ਨ ਵੀ ਲਿਖੋਗੇ। ਚੈਪਟਰ ਲਿਖਣ ਦੀ ਕੋਈ ਲੋੜ ਨਹੀਂ ਹੈਗੀ ਤੁਹਾਨੂੰ। ਸਰ ਜਿਵੇਂ ਬੰਜਰ ਲੈਂਡ ਲਿਖਿਆ ਹੈ ਤਾਂ ਉਹਦੇ ਵਿੱਚ ਆਪਾਂ ਸੈਕਸ਼ਨ 2 ਲਿਖਾਂਗੇ ਜੀ। ਬੰਜਰ ਲੈਂਡ ਇੱਥੇ ਤੱਕ 2 ਨੰਬਰ ਦਾ ਲਿਖਿਆ ਹੈ। ਦੇਖੋ ਇੱਥੇ ਤੁਸੀਂ ਲਿਖੋਗੇ ਸੈਕਸ਼ਨ 3 ਸਬਸੈਕਸ਼ਨ 2, ਸੈਕਸ਼ਨ 3 ਸਬਸੈਕਸ਼ਨ 2, ਠੀਕ ਹੈ। ਬੰਜਰ ਲੈਂਡ ਦੀ ਪਰਿਭਾਸ਼ਾ ਲਿਖ ਲਓਗੇ ਜਾ ਕੇ ਤੁਸੀਂ। ਹਾਂਜੀ ਸਰ, ਠੀਕ ਹੈ। ਇਹ ਸਾਰੀਆਂ ਡੈਫੀਨੇਸ਼ਨਾਂ ਤਿੰਨੇ ਐਕਟਾਂ ਦੇ ਵਿੱਚ ਸੇਮ ਨੇ, ਠੀਕ ਹੈ, ਕੋਈ ਡਿਫਰੈਂਸ ਨਹੀਂ ਹੈਗਾ। ਪਰ ਫਿਰ ਵੀ ਇੱਕ ਵਾਰੀ ਇਹਦਾ ਜਿਹੜਾ ਤੁਸੀਂ ਹੋਏਗਾ ਇੰਡੈਕਸ ਵਗੈਰਾ ਦੇਖ ਲਿਓ। ਜੇ ਕਿਸੇ ਨੂੰ ਕੋਈ ਮਾੜੀ ਮੋਟੀ ਕੋਈ ਕਲੈਰੀਫਿਕੇਸ਼ਨ ਲੈਣੀ ਹੈ, ਤੁਸੀਂ ਜਦੋਂ ਮਰਜ਼ੀ ਮੈਨੂੰ ਫੋਨ ਤੇ ਪੁੱਛ ਸਕਦੇ ਹੋ, ਠੀਕ ਹੈ ਜੀ। 4 ਨੰਬਰ ਪੇਪਰ ਆਪਣਾ ਇੱਥੇ ਖਤਮ ਹੋ ਜਾਂਦਾ ਹੈ। ਕਲੀਅਰ ਹੈ ਸਾਰਾ? ਸਮਝਣ 'ਚ ਕੋਈ ਦਿੱਕਤ ਨਹੀਂ ਆ ਰਹੀ ਜੀ ਤੁਹਾਨੂੰ? ਇਹ ਜਿਹੜਾ ਚੈਪਟਰ, ਇਹ ਬੁੱਕ ਪੜ੍ਹੀ ਆਪਾਂ ਅੱਜ ਦੀ? ਨਹੀਂ, ਬਹੁਤ ਵਧੀਆ ਸਰ। ਹਾਂਜੀ, ਬਹੁਤ ਵਧੀਆ ਪੜ੍ਹਦਾ ਹੈ ਸਰ। ਕਾਫੀ ਗੱਲਾਂ ਇਹ ਜੀ ਇੱਦਾਂ ਹੈਗੀਆਂ ਜਿਹੜੀਆਂ ਅਸੀਂ ਯੂਟਿਲਾਈਜ਼ ਤਾਂ ਰੋਜ਼ ਕਰਦੇ ਹਾਂ, ਯੂਜ਼ ਕਰਦੇ ਹਾਂ, ਪਰ ਸਾਨੂੰ ਪ੍ਰੋਪਰ ਨਹੀਂ ਪਤਾ ਹੁੰਦਾ। ਪਰ ਇਹ ਸਰ ਜਿਹੜੇ ਫਾਦਰ ਦੇ ਨਾਮ ਜ਼ਮੀਨ ਹੁੰਦੀ ਹੈ ਉਹ ਵੀ ਪਿੰਡ ਨਹੀਂ ਜਾਂਦੀ ਹੋਗੀ? ਫਾਦਰ ਦੀ ਜ਼ਮੀਨ? ਹਾਂਜੀ। ਫਾਦਰ, ਹਸਬੈਂਡ, ਵਾਈਫ? ਨਹੀਂ, ਹਸਬੈਂਡ ਵਾਈਫ ਚਾਹੇ ਜੇ ਉਹਦਾ ਫਾਦਰ ਦਾ ਨਾਮ ਹੋਵੇ ਜੀ, ਉਹ ਇੱਕ ਵੱਖਰਾ ਯੂਨਿਟ ਬਣ ਜਾਂਦਾ ਹੈ। ਓਕੇ, ਉਹ ਇੱਕ ਵੱਖਰਾ ਯੂਨਿਟ ਹੈ। ਤੁਸੀਂ ਮੇਜਰ ਜਿੱਥੇ ਬੰਦਾ ਹੋ ਗਿਆ ਉਹਦੀ ਵੱਖਰੀ ਫੈਮਿਲੀ ਬਣ ਜਾਂਦੀ ਹੈ। ਓਕੇ, ਜਦੋਂ ਤੱਕ ਮਾਈਨਰ ਹੈ ਤਾਂ ਉਹ ਫਾਦਰ ਦੀ ਫੈਮਿਲੀ 'ਚ ਜਾਂਦਾ ਹੈ। ਜਦੋਂ ਮੇਜਰ ਹੋ ਗਿਆ ਉਹਦੀ ਵੱਖਰਾ ਯੂਨਿਟ ਬਣ ਜਾਂਦਾ ਹੈ। ਓਕੇ ਸਰ। ਸਰ ਇਹ ਐਕਟ ਕੱਲਾ ਸਰਪਲਸ ਲੈਂਡ ਤੇ ਹੀ ਲੱਗੇਗਾ ਨਾ, ਹੋਰ ਤਾਂ ਕਿਸੇ ਕਾਮਨ ਲੈਂਡ ਤੇ ਨਹੀਂ ਲੱਗੇਗਾ ਨਾ? ਕਿਵੇਂ? ਦੁਬਾਰਾ ਪੁੱਛੋ, ਕੀ ਕਹਿ ਰਹੇ ਹੋ? ਸਰ ਇਹ ਐਕਟ ਹੈ ਜਿਹੜਾ ਸਿਰਫ ਸਰਪਲਸ ਲੈਂਡ ਤੇ ਹੀ ਲੱਗੇਗਾ ਨਾ? ਇਹ ਜਿਹੜਾ ਐਕਟ ਹੈ, ਕੋਈ ਜ਼ਮੀਨਾਂ ਨੂੰ ਜਿਹਦੀ ਮਤਲਬ ਕਿ ਕਿਸੇ ਕੋਲੇ ਵੱਡੇ ਲੈਂਡ ਓਨਰ ਤੋਂ ਜਦੋਂ ਜ਼ਮੀਨਾਂ ਸਰਪਲਸ ਡਿਕਲੇਅਰ ਕਰਨੀਆਂ ਨੇ, ਠੀਕ ਹੈ, ਉਹ ਸਰਪਲਸ ਡਿਕਲੇਅਰ ਕਰਦੇ ਲਈ ਜਿਵੇਂ ਇਹ ਐਕਟ ਬਣਿਆ ਹੈਗਾ। ਹਾਂਜੀ ਸਰ, ਯਾਨੀ ਕਿ ਸਰਪਲਸ ਲੈਂਡ ਤੇ ਹੀ ਹੈ, ਆਮ ਕਾਮਨ ਲੈਂਡ ਤੇ ਨਹੀਂ ਲੱਗੇਗਾ ਇਹ? ਕਾਮਨ ਲੈਂਡ ਕਿਹੜੀ? ਸਰ ਜਿਵੇਂ ਇੰਨੀਆਂ ਜ਼ਮੀਨਾਂ ਹੁੰਦੀਆਂ ਨੇ ਉਹ ਸਰਪਲਸ ਤਾਂ ਨਹੀਂ ਡਿਕਲੇਅਰ ਹੋ ਜਾਂਦੀਆਂ ਹੈਗੀਆਂ? ਉਹੀ ਤਾਂ ਗੱਲ ਹੈ ਇਹਦੇ ਵਿੱਚ, ਇਹੀ ਤਾਂ ਕਿਹਾ ਵੀ ਕਿਸ ਵਿਅਕਤੀ ਦੀ ਜ਼ਮੀਨ ਸਰਪਲਸ ਡਿਕਲੇਅਰ ਹੋ ਸਕਦੀ ਹੈ। ਕਰਨ ਲਈ ਇਹ ਜੇ ਕਿਸੇ ਲੈਂਡ ਓਨਰ, ਕਿਸੇ ਮਾਲਕ ਕੋਲੇ ਜ਼ਮੀਨ 70-80 ਕਿੱਲੇ ਜ਼ਮੀਨ ਹੈਗੀ ਹੈ ਤਾਂ ਉਹਦੀ ਜ਼ਮੀਨ ਸਰਪਲਸ ਨਿਕਲ ਸਕਦੀ ਹੈ ਇਸ ਐਕਟ ਦੇ ਤਹਿਤ।
ਸਰ ਨਿਕਲਦੀ ਤਾਂ ਨਹੀਂ ਹੈਗੀ ਵੈਸੇ ਇਹ ਐਵੇਂ ਤਾਂ ਨਹੀਂ ਕੱਢਦੇ ਹੈਗੇ ਸਰ ਨਹੀਂ ਦੇਖੋ ਇਹ ਕਲੈਕਟਰ ਦੀ ਮਰਜ਼ੀ ਹੁੰਦੀ ਹੈ ਵੀ ਕਿੱਥੇ ਲਾਗੂ ਕਰਨੀ ਹੈ। ਜੇ ਅੱਜ ਦੀ ਡੇਟ 'ਚ ਇਹ ਐਕਟ ਨੂੰ ਲਾਗੂ ਕਰ ਦਿੱਤਾ ਜਾਵੇ ਤਾਂ ਬਹੁਤ ਸਾਰੇ ਲੋਕਾਂ ਦੀ ਜ਼ਮੀਨ ਸਰਪਲਸ ਡਿਕਲੇਅਰ ਹੁੰਦੀ ਹੈ। ਹਾਂਜੀ ਸਰ ਉਹੀ ਗੱਲ ਹੈ ਵੀ ਇਹ ਲਾਗੂ ਨਹੀਂ ਹੈਗਾ। ਨਹੀਂ ਲਾਗੂ ਤਾਂ ਸਾਡੇ ਕੋਲੇ ਸਰਪਲਸ ਲੈਂਡ ਤੇ ਲਾਗੂ ਹੋ ਰਿਹਾ ਨਹੀਂ ਐਕਟ ਤਾਂ ਲਾਗੂ ਹੈ, ਅੱਜ ਦੀ ਡੇਟ 'ਚ ਵੀ ਲਾਗੂ ਹੈ। ਐਕਟ ਸਾਡਾ ਰਿਪੀਲ ਨਹੀਂ ਹੋਇਆ। ਐਕਟ ਸਾਡਾ ਲਾਗੂ ਹੈ ਪ੍ਰੈਕਟੀਕਲ ਦੇ ਵਿੱਚ ਬੇਸ਼ੱਕ ਕਿਸੇ ਸਰਪਲਸ ਤੇ ਲਾਗੂ ਹੈ ਜੀ। ਪ੍ਰੈਕਟੀਕਲੀ ਇਹ ਸਰਪਲਸ ਲੈਂਡ ਤੇ ਲਾਗੂ ਹੋ ਰਿਹਾ ਜੀ। ਸਰਪਲਸ ਲੈਂਡ ਘੋਸ਼ਿਤ ਨਹੀਂ ਹੋ ਰਹੀ ਜੀ ਇਹਦੇ ਵਿੱਚ। ਸਰਪਲਸ ਲੈਂਡ ਘੋਸ਼ਿਤ ਕੀਤੀ ਜਾਂਦੀ ਹੈ ਇਸ ਐਕਟ ਦੇ ਰਾਹੀਂ। ਠੀਕ ਹੈ ਜੀ। ਹਾਂ ਠੀਕ ਹੈ। ओके ठीक है जी, क्लास इज ओवर, थैंक यू वेरी मच। थैंक यू सर।